ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇ ਖਾਸ ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਸਿਆਸੀ ਤੇ ਸਮਾਜਿਕ ਮੁੱਦੇ ਡਿਸਕਸ ਕੀਤੇ ਜਾਂਦੇ ਨੇ, ਚਰਚਾ ਕੀਤੀ ਜਾਂਦੀਆਂ ਨੇ ਕਿ ਆਖਿਰ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਕਿਸ ਤਰੀਕੇ ਦੇ ਨਾਲ ਬਦਲ ਰਿਹਾ ਹੈ, ਕਿਵੇਂ ਜਿਹੜਾ ਹੈ ਸੱਤਾ ਧਿਰ ਕੰਮ ਕਰ ਰਿਹਾ ਹੈ ਤੇ ਵਿਰੋਧੀ ਧਿਰ ਕਿੰਨੇ ਕੀ ਜ਼ਿਆਦਾ ਆਕਰਮਕ ਨਜ਼ਰ ਆ ਰਹੇ ਨੇ। ਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਇਸ ਵੇਲੇ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ, ਇੱਕ ਇੰਡੀਆ ਦਾ ਨੰਬਰ ਹੈ ਤੇ ਇੱਕ US ਦਾ ਨੰਬਰ ਹੈ, ਦੋਨੋਂ ਇਸ ਨੰਬਰ ਤੇ ਕਾਲ ਕਰਕੇ ਆਪਣੇ ਸੁਝਾਅ ਆਪਣੀ ਰਾਏ ਦੇ ਸਕਦੇ ਹੋ। ਤੁਹਾਡਾ ਹਰ ਇੱਕ ਸੁਝਾਅ, ਹਰ ਇੱਕ ਰਾਏ ਸਾਡੇ ਲਈ ਬੇਹੱਦ ਜ਼ਿਆਦਾ ਮਹੱਤਵਪੂਰਨ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੈਸੇ ਤਾਂ ਹਰ ਇੱਕ ਦਿਨ ਇੱਕ ਨਵਾਂ ਮੁੱਦਾ ਜਿਹੜਾ ਹੈ ਬਣਦਾ ਰਹਿੰਦਾ ਹੈ, ਲੇਕਿਨ ਅੱਜ ਮਾਈਨਿੰਗ, ਵੈਸੇ ਤਾਂ ਹਮੇਸ਼ਾ ਤੋਂ ਹੀ ਮਾਈਨਿੰਗ ਨੂੰ ਲੈ ਕੇ ਸਿਆਸਤ ਬਹੁਤ ਹੋਈ ਹੈ, ਲੇਕਿਨ ਮਾਈਨਿੰਗ ਨੇ ਇੱਕ ਵਾਰ ਫਿਰ ਤੋਂ ਜਿਹੜਾ ਹੈ ਚਰਚਾ ਦਾ ਮੁੱਦਾ ਬਣ ਗਿਆ, ਜਿੱਥੇ ਕਿ ਜਿਹੜੇ ਕੈਬਨਿਟ ਮਿਨਿਸਟਰ ਨੇ ਪੰਜਾਬ ਗਵਰਨਮੈਂਟ ਦੇ ਵਿੱਚ ਹਰਜੋਤ ਸਿੰਘ ਬੈਂਸ, ਉਹਨਾਂ ਨੇ ਵਿਜੀਲੈਂਸ ਨੂੰ ਇੱਕ ਪੱਤਰ ਲਿਖਿਆ ਹੈ ਤੇ ਕਿਹਾ ਹੈ ਕਿ ਰਾਣਾ KP ਸਿੰਘ ਜਿਹੜੇ ਕਿ ਸਾਬਕਾ ਸਪੀਕਰ ਰਹੇ ਨੇ, ਉਹਨਾਂ ਦੇ ਖਿਲਾਫ ਵੀ ਜਿਹੜਾ ਹੈ ਮਾਈਨਿੰਗ ਨੂੰ ਲੈ ਕੇ ਜਾਂਚ ਕੀਤੀ ਜਾਵੇ, ਉਹਨਾਂ ਦੀ ਵੀ ਇਸ ਮਾਮਲੇ ਦੇ ਵਿੱਚ ਸ਼ਮੂਲੀਅਤ ਹੈ। ਜਿਸ ਤੋਂ ਬਾਅਦ ਰਾਣਾ KP ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ, ਪਰਸਨਲ ਦੁਸ਼ਮਣੀ ਜਿਹੜੀ ਹੈ ਮੇਰੇ ਤੋਂ ਕੱਢੀ ਜਾ ਰਹੀ ਹੈ। ਮੇਰੇ ਖਿਲਾਫ ਚੋਣਾਂ ਵੀ ਲੜੀਆਂ ਹਰਜੋਤ ਬੈਂਸ ਨੇ, ਹਾਲਾਂਕਿ ਕਾਫੀ ਕੁਝ ਐਲੀਗੇਸ਼ਨਸ ਉਹਨਾਂ ਵੱਲੋਂ ਲਗਾਏ ਗਏ ਨੇ। ਸਭ ਤੋਂ ਪਹਿਲਾਂ ਇਹ ਰਿਪੋਰਟ ਦੇਖੋ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਰਾਣਾ KP ਸਿੰਘ ਨੇ ਕੀ ਕਿਹਾ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੀ ਪਲਟਵਾਰ ਕੀਤਾ, ਉਸ ਤੋਂ ਬਾਅਦ ਅੱਗੇ ਦੀ ਚਰਚਾ ਆਪਣੇ ਪੈਨਲ ਦੇ ਨਾਲ ਅੱਗੇ ਵਧਾਉਂਦੇ ਹਾਂ। ਪੰਜਾਬ ਦੇ ਲੋਕਾਂ ਨੂੰ ਇੱਕ बड़े संवेदनशील मुद्दे ते अवगत कराना चाहना है। मेरा पिछले साल का 40 साल का राजनीतिक कैरियर है। मैनू माण है कि मेरा कैरियर बेदाग है। मैनू माण है मैं ईमानदारी नाल सूबे दे लोकां दी सेवा कीती है, अपनी पार्टी दी सेवा कीती है। लेकिन अज मैनू डूंगा अफसोस है कि एक ऐसा शख्स जिन्हें मेतों खिलाफ चोण लड़ी है, एक ऐसा शख्स, मैं जबान खोलदा नहीं हुंदा, अज खोलनी पई है, जिहदा अपना किरदार शक्की है। मैं कहना चाहना एक ऐसा शख्स जिहड़ा बतौर वकील सी, जिहदा वकालत का लाइसेंस कैंसल होया होवे, जिन्हें अपील करके अपना लाइसेंस बड़ी मुश्किल नाल बहाल कराया होवे। मैं कहना चाहना है जिहदे परिवार दे मैंबरां नूं जाली आरसियां बनाण करके अदालत ने सज़ा कीती होवे। मैं कहना चाहना है कि जिहड़े बड़ी मुश्किल तो एपीलेट कोर्ट दे विच बरी होए होण, उस शख्स ने कुछ इल्जाम बेबुनियाद ला के अज एक बड़े अच्छे अखबार दे विच एक खबर लवाई है कि मेरा रोल प्रोब किया जाए कि की माइनिंग विच मेरा कोई रोल तो नहीं रहा। मैं कहना चाहना है कि माइनिंग बारे जग जानदा है, माइनिंग बारे कोई गल छुपी नहीं है। अज 6 महीनों के अंदर, पिछले 70 साल के अंदर आजाद भारत ये पहली बार होया कि सरहदां दे ते मुल्क दे फौजी निज़ाम नूं हाई कोर्ट च जाके कहना पवे कि ये माइनिंग देश की सुरक्षा वास्ते खतरा है। ये पहली बार होया कि BSF वर्गी कौमी एजेंसी हाई कोर्ट के अंदर एफीडेविट दवे कि माइनिंग गंभीर खतरा है। ये पहली बार होया कि सूबे दे गवर्नर ऑनरेबल बनवारी लाल जी पुरोहित साहिब सरहदी खेतर का दौरा करन और डूंगी ते जबरदस्त चिंता का इजहार करन कि इस माइनिंग करके देश की सिक्योरिटी नूं थ्रेट है। एक आदमी
ਜਿਹੜਾ ਬਤੌਰ ਮਿਨਿਸਟਰ ਜਿਹਦਾ ਆਪਣਾ ਰੋਲ ਹਾਈ ਕੋਰਟ ਦੇ ਸਕੈਨਰ ਥੱਲੇ ਹੋਵੇ ਕਿ ਆਮ ਆਦਮੀ ਪਾਰਟੀ ਦਾ ਇੱਕ ਹੀ ਏਜੰਡਾ ਹੈ ਕਿ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ। ਇਹ ਬੜਾ ਸਪਸ਼ਟ ਹੈ ਜਿਸ ਦਿਨ ਤੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ 'ਚ ਆਮ ਆਦਮੀ ਪਾਰਟੀ ਦਾ ਗਠਨ ਕੀਤਾ, ਜਾਂ ਇੱਕ ਜਿਹਨੂੰ ਕਹਿ ਲਓ ਬੁਨਿਆਦੀ ਸਿਧਾਂਤ ਸਾਡਾ ਹੈ। ਅੱਜ ਕਾਂਗਰਸ ਦੇ ਪ੍ਰਧਾਨ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਸਵੇਰੇ ਦੇ ਵਾਲੇ ਸੈਸ਼ਨ 'ਚ, ਔਰ ਨਾਲ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਜੀ ਬੈਠੇ ਸੀ, ਔਰ ਜਿਹੜਾ ਏਜੰਡਾ ਸੀ ਉਹਨਾਂ ਦਾ ਉਹ ਸੀ ਰਾਣਾ ਕੇਪੀ ਜੀ, ਜਿਨ੍ਹਾਂ ਤੇ ਅਤੀਤ 'ਚ ਵੀ ਬੜੇ ਐਲੀਗੇਸ਼ਨ ਲੱਗਦੇ ਰਹੇ। ਔਰ ਮੈਂ ਇੱਕ ਇੱਕ ਕਰਕੇ ਸਾਰੀ ਜਿਹੜੀ ਗੱਲ ਹੈ ਤੁਹਾਡੇ ਰਾਹੀਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ। ਔਰ ਉਹਨਾਂ ਨੇ ਰਾਣਾ ਕੇਪੀ ਜੀ ਤੇ ਜਿਹੜੇ ਪਿਛਲੇ ਦਿਨਾਂ 'ਚ ਵਿਜੀਲੈਂਸ ਦੇ ਜਾਂਚ ਦੇ ਹੁਕਮ ਹੋਏ ਆ ਮਾਈਨਿੰਗ ਦੇ ਸਕੈਮ ਨੂੰ ਲੈ ਕੇ, ਉਸ ਜਾਂਚ ਤੇ ਮਾਈਨਿੰਗ ਮਿਨਿਸਟਰ ਸਾਹਿਬਾਨ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਅਨਨੈਸੈਸਰੀ ਝੂਠੇ ਜਿਹੜੇ ਆ ਬਲੇਮ ਲਾਉਣ ਦੀ ਕੋਸ਼ਿਸ਼ ਕੀਤੀ ਆ। ਹੁਣ ਮੈਂ ਪੂਰਾ ਇਹਦਾ ਪਿਛੋਕੜ ਤੁਹਾਨੂੰ ਦੱਸਣਾ ਚਾਹੂੰਗਾ। 2021 ਚ ਇੱਕ ਚਿੱਠੀ ਜਿਹੜੀ ਹੈ ਉਹ ਸੀਬੀਆਈ ਦੇ ਰਾਹੀਂ ਪੰਜਾਬ ਦੇ ਚੀਫ ਸੈਕਟਰੀ ਨੂੰ ਆਉਂਦੀ ਹੈ। ਮੈਂ ਵਰਡਿੰਗ ਦੱਸ ਦੇਣਾ, ਵਿਦ ਰੈਫਰੈਂਸ ਟੂ ਅ ਲੈਟਰ ਆਫ ਸੀਬੀਆਈ ਟੂ ਚੀਫ ਸੈਕਟਰੀ ਗਵਰਨਮੈਂਟ ਆਫ ਪੰਜਾਬ ਡੇਟਡ 8/7/2021 8 ਜੁਲਾਈ 2021, ਜਦੋਂ ਕਿ ਕਾਂਗਰਸ ਦੀ ਸਰਕਾਰ ਸੀ। ਬੀਅਰਿੰਗ ਨੰਬਰ ਕਹਿੰਦੇ ਆ ਕਿ ਰਾਣਾ ਕੇਪੀ ਜੀ ਇਨਵੋਲਵ ਹੈ ਇਲੀਗਲ ਮਾਈਨਿੰਗ ਦੇ ਵਿੱਚ। ਇਹ ਸਪਸ਼ਟ ਇਸ ਲੈਟਰ 'ਚ ਜਿਹੜਾ ਕਿ ਸੀਬੀਆਈ ਨੇ 2021 ਚ ਕਾਂਗਰਸ ਦੀ ਸਰਕਾਰ ਦੇ ਸਮਾਂ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਨੂੰ ਜਿਹੜਾ ਆ ਉਹ ਬਿਲਕੁਲ। ਤੇ ਤੁਸੀਂ ਸੁਣਿਆ ਕਿ ਰਾਣਾ ਕੇਪੀ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹਨਾਂ ਦਾ 40 ਸਾਲ ਦਾ ਪੋਲੀਟੀਕਲ ਕੈਰੀਅਰ ਰਿਹਾ ਤੇ ਬੇਦਾਗ ਕੈਰੀਅਰ ਰਿਹਾ, ਲੇਕਿਨ ਉਸ ਦੇ ਉਲਟ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸੀਬੀਆਈ ਨੇ ਹੀ ਪਹਿਲੇ ਕਹਿ ਦਿੱਤਾ ਸੀ ਕਿ ਮਾਈਨਿੰਗ ਦੇ ਮਾਮਲੇ ਦੇ ਵਿੱਚ, ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਜਾਂਚ ਹੋਣੀ ਚਾਹੀਦੀ ਹੈ ਤੇ ਮੁੱਢਲੀ ਜਾਂਚ ਦੇ ਲਈ ਅਸੀਂ ਲਿਖਿਆ ਹੈ, ਅਸੀਂ ਕੁਝ ਵੀ ਜਿਹੜਾ ਹੈ ਗਲਤ ਨਹੀਂ ਕਿਹਾ। ਜ਼ੀਰੋ ਟੋਲਰੈਂਸ ਕਰਪਸ਼ਨ ਦੇ ਲਈ ਆਮ ਆਦਮੀ ਪਾਰਟੀ ਪਹਿਲੇ ਤੋਂ ਹੀ ਕਹਿੰਦੇ ਆ ਰਹੀ ਹੈ ਤੇ ਉਹੀ ਹੁਣ ਕੀਤਾ ਜਾ ਰਿਹਾ ਹੈ। ਤੇ ਉਹਨਾਂ ਨੇ ਕਿਹਾ ਕਿ ਜਿਵੇਂ ਪਹਿਲੇ ਇਹਨਾਂ ਦੇ ਜਿਹੜੇ ਮਿਨਿਸਟਰਸ ਨੇ, ਯਾਨੀ ਕਿ ਜਿਹੜੇ ਸਾਬਕਾ ਮਿਨਿਸਟਰਸ ਰਹੇ ਨੇ ਕਾਂਗਰਸ ਦੇ ਵੇਲੇ, ਉਹਨਾਂ ਨੂੰ ਬਚਾਉਣ ਦੇ ਲਈ ਪੂਰੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਉਹ ਅੱਗੇ ਆ ਜਾਂਦੀ ਹੈ। ਹੁਣ ਵੀ ਜਿਹੜੀ ਹੈ ਰਾਣਾ ਕੇਪੀ ਸਿੰਘ ਦੇ ਅੱਗੇ ਆ ਗਈ ਹੈ, ਲੇਕਿਨ ਜਿਹੜਾ ਵੀ ਦੋਸ਼ੀ ਹੈ ਉਸ ਦੇ ਖਿਲਾਫ ਕਾਰਵਾਈ ਜ਼ਰੂਰ ਕੀਤੀ ਜਾਏਗੀ। ਹਾਲਾਂਕਿ ਇਹ ਜਿਹੜੀ ਦੋਸ਼ੀ ਸਾਬਿਤ ਕਰਨਾ ਨਾ ਕਰਨਾ ਇਹ ਕੋਰਟ ਦਾ ਕੰਮ ਹੈ, ਲੇਕਿਨ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਤੇ ਉਸ ਤੋਂ ਇਲਾਵਾ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਹਰਜੋਤ ਸਿੰਘ ਬੈਂਸ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਜਦ ਤੱਕ ਇਸ ਪੂਰੇ ਮਾਮਲੇ ਦੀ ਜਾਂਚ ਨਹੀਂ ਹੁੰਦੀ ਹੈ। ਤੇ ਉਹਨਾਂ ਨੇ ਕਿਹਾ ਕਿ ਮਾਈਨਿੰਗ ਨੂੰ ਲੈ ਕੇ ਲਗਾਤਾਰ ਸਰਕਾਰ ਜ਼ਰੂਰ ਕਹਿੰਦੀ ਹੈ ਕਿ ਅਸੀਂ ਮਾਈਨਿੰਗ ਨੂੰ ਕੰਟਰੋਲ ਕਰ ਰਹੇ ਨੇ, ਲੇਕਿਨ ਹਾਈ ਕੋਰਟ ਦੇ ਵਿੱਚ ਜਿਹੜਾ BSF ਨੇ ਐਫੀਡੇਵਿਟ ਦਿੱਤਾ ਹੈ ਉਹ ਕੁਝ ਹੋਰ ਹੀ ਸਾਬਿਤ ਕਰਦਾ ਹੈ ਕਿ ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਥ੍ਰੈਟ ਦੱਸਿਆ ਗਿਆ ਹੈ। ਤੇ ਪਹਿਲੀ ਵਾਰ ਅਜਿਹਾ ਕੁਝ ਹੋਇਆ ਹੈ ਕਿ ਕਿਸੇ ਸਰਕਾਰ ਵੇਲੇ ਹਾਈ ਕੋਰਟ ਦੇ ਵਿੱਚ ਆਪ ਖੁਦ ਬਾਰਡਰ ਸਿਕਿਉਰਿਟੀ ਫੋਰਸ ਹਾਈ ਕੋਰਟ ਦੇ ਵਿੱਚ ਆਈ ਹੈ ਤੇ ਐਫੀਡੇਵਿਟ ਦਾਖਲ ਕੀਤਾ, ਲੇਕਿਨ ਉਸ ਦੇ ਬਾਅਦ ਵੀ ਜਿਹੜੀ ਹੈ ਨਜਾਇਜ਼ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਹੈ। ਤੇ ਹੁਣ ਗੱਲਬਾਤ ਕਰ ਲੈਂਦੇ ਸਾਡੇ ਨਾਲ ਸਾਡਾ ਪੈਨਲ ਹੈ। ਸਭ ਤੋਂ ਪਹਿਲਾਂ ਕਾਂਗਰਸ ਤੋਂ ਸਾਡੇ ਨਾਲ ਟੀਨਾ ਚੌਧਰੀ ਜੀ ਨੇ, ਸਤਿ ਸ਼੍ਰੀ ਅਕਾਲ ਮੈਮ। ਸ਼੍ਰੋਮਣੀ ਅਕਾਲੀ ਦਲ ਤੋਂ ਐਡਵੋਕੇਟ ਪਰਮਵੀਰ ਸਿੰਘ ਨੇ, ਸਤਿ ਸ਼੍ਰੀ ਅਕਾਲ ਸਰ। ਤੇ ਬੀਜੇਪੀ ਤੋਂ ਸਾਡੇ ਨਾਲ ਵਸੀਮ ਰਾਜਾ ਨੇ, ਸਤਿ ਸ਼੍ਰੀ ਅਕਾਲ ਸਰ। ਆਮ ਆਦਮੀ ਪਾਰਟੀ ਤੋਂ ਸਾਡੇ ਨਾਲ RPS ਮਲਹੋਤਰਾ ਜੀ ਨੇ, ਬੁਲਾਰੇ ਨੇ। ਤੇ ਇਸ ਤੋਂ ਇਲਾਵਾ ਸਿਆਸੀ ਮਾਹਿਰ ਸਾਡੇ ਨਾਲ ਨੇ ਦਲਜੀਤ ਚੀਮਾ ਜੀ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਖਾਸ ਪ੍ਰੋਗਰਾਮ ਤੇ ਇਸ ਡਿਬੇਟ ਦੇ ਵਿੱਚ। ਮਾਈਨਿੰਗ ਨੂੰ ਲੈ ਕੇ ਹਮੇਸ਼ਾ ਚਰਚਾਵਾਂ ਦੇ ਵਿੱਚ ਕਾਫੀ ਮੰਤਰੀ ਰਹੇ ਨੇ, ਅੱਜ ਦੀ ਗੱਲ ਨਹੀਂ ਹੈ, ਅਸੀਂ ਪਿਛਲੇ 10-12 ਸਾਲਾਂ ਤੋਂ ਦੇਖ ਰਹੇ ਹਾਂ। ਹਾਲਾਂਕਿ ਗੈਰ ਕਾਨੂੰਨੀ ਮਾਈਨਿੰਗ ਪਹਿਲੇ ਵੀ ਹੁੰਦੀ ਸੀ, ਲੇਕਿਨ ਅਕਸਰ ਵਿਧਾਨ ਸਭਾ ਦੇ ਵਿੱਚ ਜਾਂ ਫਿਰ ਅਕਸਰ ਸਿਆਸੀ ਤੌਰ ਤੇ ਸਿਆਸੀ ਆਗੂਆਂ ਤੇ ਕਾਫੀ ਐਲੀਗੇਸ਼ਨਸ ਲੱਗੇ। ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਰਾਣਾ ਕੇਪੀ ਸਿੰਘ ਉਤੇ ਐਲੀਗੇਸ਼ਨਸ ਲੱਗੇ ਨੇ, ਸਭ ਤੋਂ ਪਹਿਲਾਂ RPS ਮਲਹੋਤਰਾ ਸਰ ਤੁਹਾਡੇ ਕੋਲ ਆਵਾਂਗੀ। ਹਰਜੋਤ ਸਿੰਘ ਬੈਂਸ ਜਿਹੜੇ ਕੈਬਨਿਟ ਮਿਨਿਸਟਰ ਨੇ, ਰਾਣਾ ਕੇਪੀ ਸਿੰਘ ਦੇ ਖਿਲਾਫ ਜਿਹੜੀਆਂ ਚੋਣਾਂ ਵੀ
ਲੜ ਚੁੱਕੀਆਂ ਨੇ। ਉਹ ਕਹਿੰਦੇ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਪ੍ਰੋਬ ਹੋਣਾ ਚਾਹੀਦਾ। ਇਹ ਅਸੀਂ ਨਹੀਂ ਕਹਿ ਰਹੇ, ਸੀਬੀਆਈ ਦੀ ਰਿਪੋਰਟ ਕਹਿ ਰਹੀ ਹੈ, ਜਿਹੜੀ ਕਿ 2021 ਦੇ ਵਿੱਚ ਲਿਖਿਆ ਗਿਆ ਸੀ। ਦੇਖੋ ਪੂਜਾ ਜੀ, ਇਹ ਤਾਂ ਸਾਰਾ ਪੰਜਾਬ ਜਾਣਦਾ ਹੈ ਕਿ ਪਿਛਲੇ 20-25 ਸਾਲ ਵਿੱਚ ਜਿਹੜੀਆਂ ਸਰਕਾਰਾਂ ਰਹੀਆਂ ਨੇ, ਅਕਾਲੀ, ਭਾਜਪਾ ਤੇ ਕਾਂਗਰਸ ਸਰਕਾਰਾਂ, ਇਹਨਾਂ ਨੇ ਰੱਜ ਕੇ ਦੋਵਾਂ ਹੱਥਾਂ ਨਾਲ ਪੰਜਾਬ ਨੂੰ ਲੁੱਟਿਆ। ਤੇ ਹਜੇ 5-6 ਮਹੀਨੇ ਹੀ ਹੋਏ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਇਆ, ਔਰ ਤੁਸੀਂ ਦੇਖੋ ਕਿ ਕਾਂਗਰਸ ਦੇ ਜਿਹੜੀ ਅਲਮਾਰੀ ਹੈ ਉਸ ਚੋਂ ਕੰਕਾਲ ਗਿਰਦੇ ਹੀ ਜਾ ਰਹੇ ਔਰ ਅੱਗੇ ਜਾ ਕੇ ਇਹਨਾਂ ਦੀ ਸਪੀਡ ਹੋਰ ਵੱਧ ਜਾਣੀ ਹੈ। ਤੁਸੀਂ ਦੇਖੋ ਕਿ ਸਾਧੂ ਸਿੰਘ ਧਰਮਸੋਤ, ਜੋਗਿੰਦਰ ਪਾਲ, ਭਾਰਤ ਭੂਸ਼ਣ ਆਸ਼ੂ, ਫਿਰ ਬਲਬੀਰ ਸਿੱਧੂ, ਸੁੰਦਰ ਸ਼ਾਮ ਅਰੋੜਾ ਤਾਂ ਉਹ ਭਾਜਪਾ ਸ਼ਰਣਮ ਗਛਾਮੀ ਵੀ ਹੋ ਗਏ, ਤੇ ਚੰਨੀ ਸਾਹਿਬ ਤਾਂ ਅਮਰੀਕਾ ਜਾ ਕੇ ਬਹਿ ਗਏ। ਫਿਰ ਹੁਣ ਨਾਲ ਗਿਲਜੀਆਂ ਸਾਹਿਬ ਨੂੰ ਕੌਣ ਭੁੱਲਿਆ, ਤੇ ਹੁਣ ਵਾਰੀ ਆ ਗਈ ਹੈ KP ਸਿੰਘ ਜੀ ਦੀ। ਔਰ ਇਹ ਜਿਹੜੀ ਇਨਕੁਆਇਰੀ ਹੈ ਅਸੀਂ ਨਹੀਂ ਸ਼ੁਰੂ ਕਰ ਰਹੇ, ਇਹ ਪਿਛਲੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਜੁਲਾਈ ਦੇ ਮਹੀਨੇ ਵਿੱਚ 8 ਜੁਲਾਈ ਨੂੰ CBI ਤੋਂ ਇੱਕ ਲੈਟਰ ਆਇਆ ਸੀਗਾ, ਜਿਸ ਵਿੱਚ ਪੰਜਾਬ ਸਰਕਾਰ ਨੂੰ ਇਨਕੁਆਇਰੀ ਕਰਨ ਲਈ ਕਿਹਾ ਗਿਆ ਸੀ, ਔਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਉਹ ਲੈਟਰ ਨੂੰ ਦਬਾ ਦਿੱਤਾ ਸੀਗਾ। ਤੇ ਫਿਰ ਸਾਡੀ ਸਰਕਾਰ ਦੇ ਆਉਣ ਤੋਂ ਬਾਅਦ ਇਹ ਆਰਡਰ ਹੋਇਆ ਹੈ ਕਿ ਐਕਸ਼ਨ ਐਜ਼ ਪਰ ਲਾਅ। ਅਸੀਂ ਕਿਸੇ ਨਾਲ ਵਧੀਕੀ ਨਹੀਂ ਕਰਨਾ ਚਾਹੁੰਦੇ, ਕਿਸੇ ਨਾਲ ਵੈਂਡੇਟਾ ਨਹੀਂ ਕਰਨਾ ਚਾਹੁੰਦੇ, ਪਰ ਜੋ ਕਾਨੂੰਨ ਮੁਤਾਬਕ ਐਕਸ਼ਨ ਬਣਦਾ ਹੈ, ਇਨਕੁਆਇਰੀ ਬਣਦੀ ਹੈ, ਉਸ ਤੋਂ ਬਾਅਦ ਜੇ ਕੋਈ ਕਸੂਰਵਾਰ ਪਾਇਆ ਜਾਂਦਾ ਹੈ ਉਸ ਤੇ ਐਕਸ਼ਨ ਬਣਦਾ ਹੈਗਾ, ਉਹ ਕੀਤਾ ਜਾਏਗਾ। ਔਰ ਤੁਸੀਂ ਦੇਖੋ ਕਿ ਇਹਦੇ ਵਿੱਚ ਡਿਟੇਲ ਹੈਗੀ ਹੈ ਕਿ ਥਾਊਜ਼ੈਂਡਸ ਆਫ ਕਰੋੜਸ ਆਫ ਕਰਪਸ਼ਨ ਮਨੀ, ਕਿੰਨੇ ਹੀ ਕ੍ਰਸ਼ਰਸ ਚੱਲਦੇ ਸੀ ਉਹਨਾਂ ਦੇ ਰਿਸ਼ਤੇਦਾਰਾਂ ਦੇ, ਫਿਰ ਉਹਨਾਂ ਨੇ ਕੋਠੀਆਂ ਖਰੀਦੀਆਂ, ਜ਼ਮੀਨ ਖਰੀਦੀ, ਈਵਨ ਰਿਜ਼ੋਰਟਸ ਖਰੀਦੇ, ਔਰ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੀਆਂ ਡਿਵੈਲਪਮੈਂਟ ਵਰਕ ਕਰ ਰਹੀਆਂ ਸੀਗੀਆਂ ਉਹਨਾਂ ਨੂੰ ਹਾਈ ਰੇਟ ਤੇ ਆਪਣਾ ਸਮਾਨ, ਇਹ ਜਿਹੜੇ ਕ੍ਰਸ਼ਰ ਦਾ ਸਮਾਨ ਹੈ ਉਹ ਖਰੀਦਣ ਲਈ ਉਹਨਾਂ ਨੇ ਮਜਬੂਰ ਕੀਤਾ। ਸੋ ਇਸ ਸਾਰੇ ਦੀ ਇਨਕੁਆਇਰੀ ਤਾਂ ਹੋਣੀ ਚਾਹੀਦੀ ਹੈ। ਜੇ KP ਸਿੰਘ ਸਾਹਿਬ ਬੇਕਸੂਰ ਨੇ ਤਾਂ ਡਰਨ ਦੀ ਕੀ ਲੋੜ ਹੈ, ਆ ਕੇ ਸਾਹਮਣੇ ਆ ਕੇ ਜਵਾਬ ਦੇਣ। ਔਰ ਕੋਈ ਇੱਕ ਇਨਕੁਆਇਰੀ ਨਹੀਂ ਹੋ ਰਹੀ, 2 ਪੈਰਲਲ ਇਨਕੁਆਇਰੀ ਕਮੇਟੀਆਂ ਪੇਸ਼ ਕੀਤੀਆਂ ਗਈਆਂ ਨੇ, ਇੱਕ ਮਾਈਨਿੰਗ ਡਿਪਾਰਟਮੈਂਟ ਦੀ, ਦੂਸਰੀ ਪਲੱਸ ED ਮਾਈਨਿੰਗ ਦੀ, ਔਰ ਦੂਸਰੀ ਜਿਹੜੀ ਹੈ ਵਿਜੀਲੈਂਸ ਡਿਪਾਰਟਮੈਂਟ ਦੀ। ਸੋ ਜੇ ਸਾਡੇ ਮਨ ਵਿੱਚ ਕੁਝ ਗੜਬੜ ਹੁੰਦੀ ਅਸੀਂ ਇੱਕੋ ਇਨਕੁਆਇਰੀ ਕਰਵਾ ਲੈਂਦੇ, ਅਸੀਂ ਤਾਂ 2 ਪੈਰਲਲ ਕਮੇਟੀਆਂ ਬਿਠਾਈਆਂ ਹੈਗੀਆਂ। ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ, ਜੇ ਇਹ ਬੇਕਸੂਰ ਹੈਗੇ ਹੈ ਤਾਂ ਨਿਤੜਕ ਹੋ ਕੇ ਅੱਗੇ ਆ ਕੇ ਜਵਾਬ ਦੇਣ, ਤੇ ਉਸ ਵਿੱਚ ਡਰਨ ਦੀ ਕਿਹੜੀ ਗੱਲ ਹੈਗੀ ਹੈ ਜੀ। ਲੇਕਿਨ ਰਾਣਾ KP ਸਿੰਘ ਕਹਿ ਰਹੇ ਨੇ ਕਿ ਜਦ ਤੱਕ ਇਨਕੁਆਇਰੀ ਹੋ ਰਹੀ ਹੈ ਤਦ ਤੱਕ ਜਿਹੜੇ ਕੈਬਨਿਟ ਮਿਨਿਸਟਰ ਹੈ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ। ਉਹਨਾਂ ਨੇ CM ਮਾਨ ਨੂੰ ਅਪੀਲ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਰਾਹੀਂ। ਦੇਖੋ, ਉਲਟਾ ਚੋਰ ਕੋਤਵਾਲ ਤੇ ਉਂਗਲੀ ਚੱਕ ਰਿਹਾ। ਇਹ ਤਾਂ ਉਦੋਂ ਹੁੰਦਾ ਹੈ ਜਦੋਂ ਕਿਸੇ ਮਿਨਿਸਟਰ ਤੇ ਇਲਜ਼ਾਮ ਹੋਵੇ ਜਾਂ ਕੋਈ ਥੋੜਾ ਬਹੁਤ ਪ੍ਰਾਈਮਾ ਫੇਸੀ ਸਬੂਤ ਹੋਵੇ ਕਿ ਵੀ ਉਹਨੇ ਕੋਈ ਗਲਤ ਕੰਮ ਕੀਤਾ। ਇਹ ਤਾਂ ਜਿਹੜਾ ਕਸੂਰਵਾਰ ਹੈ ਉਹ ਇੱਕ ਇਮਾਨਦਾਰ ਮਿਨਿਸਟਰ ਤੇ ਇਲਜ਼ਾਮ ਲਾ ਰਿਹਾ, ਕੋਈ ਗੱਲ ਬਣਦੀ ਹੈ? ਯਾਨੀ ਕਿ ਉਲਟੀ ਗੰਗਾ ਬਹਿ ਰਹੀ ਹੈ ਇੱਥੇ। ਸੋ ਉਹਨਾਂ ਦੀ ਜਿਹੜੀ ਮੰਗ ਹੈਗੀ ਹੈ ਬਿਲਕੁਲ ਗੈਰ ਵਾਜਿਬ ਹੈਗੀ ਹੈ, ਔਰ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ, ਕਾਂਗਰਸ ਪਾਰਟੀ ਨੂੰ ਵੀ ਬੇਨਤੀ ਕਰਾਂਗੇ ਕਿ ਅਗਰ ਤੁਸੀਂ ਬੇਕਸੂਰ ਹੈਗੇ ਹੋ ਤਾਂ ਨਿਤੜਕ ਹੋ ਕੇ ਆਪਣੀ ਇਨਕੁਆਇਰੀ 'ਚ ਆਪਣਾ ਪੱਖ ਰੱਖੋ ਤੇ ਸਾਫ਼ ਸੁਥਰੇ ਹੋ ਕੇ ਬਾਹਰ ਆਓ। ਠੀਕ ਹੈ ਟੀਨਾ ਮੈਮ, ਇਹਨਾਂ ਦਾ ਕਾਊਂਟਰ ਮੈਂ ਸਵਾਲ ਇਹ ਪੁੱਛਣਾ ਚਾਹਾਂਗੀ। ਇੱਕ ਤਾਂ ਕਹਿ ਰਹੇ ਕਿ ਕਲੀਨ ਹੋ ਕੇ ਆਓ, ਇਨਕੁਆਇਰੀ ਦੇ ਵਿੱਚ ਸ਼ਾਮਿਲ ਹੋ, ਜੇ ਸੱਚੇ ਝੂਠੇ ਹੋ ਬਾਅਦ 'ਚ ਜਿਹੜੀ ਚੀਜ਼ਾਂ ਸਾਹਮਣੇ ਆਉਣੀਆਂ। ਲੇਕਿਨ ਇਹ ਕੋਈ ਪਹਿਲੀ ਵਾਰ ਨਹੀਂ ਹੈ ਪੰਜਾਬ ਦੇ ਵਿੱਚ। ਜਦ ਪਿਛਲੀ ਸਰਕਾਰ ਕਿਉਂਕਿ ਕਾਂਗਰਸ ਦੀ ਰਹੀ ਹੈ, ਕਈ ਸਾਬਕਾ ਵਿਧਾਇਕ, ਕਈ ਸਾਬਕਾ ਮੰਤਰੀਆਂ ਦੇ ਉੱਤੇ ਲਗਾਤਾਰ ਵੱਖ-ਵੱਖ ਜਿਹੜੇ ਸਕੈਮਸ ਨੇ ਉਹਨਾਂ ਦੇ ਵਿੱਚ ਨਾਂ ਸਾਹਮਣੇ ਆ ਰਹੇ ਨੇ। ਹਾਲਾਂਕਿ ਕਈ ਲੋਕ ਜਿਹੜੇ ਸਕੈਮਸ ਤੋਂ ਪਹਿਲਾਂ ਹੀ ਹਾਈ ਕੋਰਟ ਦਾ ਉਹਨਾਂ ਨੇ ਰੁਖ ਵੀ ਕੀਤਾ, ਫਿਰ ਕਈਆਂ ਨੂੰ ਹੁਣ ਜਿਹੜਾ ਰਾਹਤ ਮਿਲੀ ਵੀ ਹੈ ਹਾਈ ਕੋਰਟ ਤੋਂ। ਲੇਕਿਨ ਕਿਤੇ ਨਾ ਕਿਤੇ ਇਹਨਾਂ ਸਾਰੀ ਚੀਜ਼ਾਂ ਨੂੰ ਲੈ ਕੇ ਸਿਰਫ ਇੱਕ ਗੱਲ ਕਹੀ ਜਾਂਦੀ ਹੈ, ਪੋਲੀਟੀਕਲ ਵੈਂਡੇਟਾ। ਤੁਸੀਂ ਹੁਣ ਵੀ ਇਹ ਕਹੋਗੇ ਕਿ ਪੋਲੀਟੀਕਲ ਵੈਂਡੇਟਾ ਹੀ ਹੈ? ਮੈਂ ਤਾਂ ਸਿਰਫ ਇਹੀ ਗੱਲ ਕਹਿਣਾ ਚਾਹੂੰਗੀ ਮੈਮ ਕਿ ਕੋਈ ਵੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਉਂਦੀ ਹੈ ਓਪੋਜੀਸ਼ਨ ਦੇ ਉੱਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰਦੀ ਹੈ, ਔਰ ਜੇ ਕੋਈ ਕਿਸੇ ਨੇ ਕੋਈ ਗਲਤ ਕੰਮ ਕੀਤਾ ਵੀ ਹੈ ਤਾਂ ਠੀਕ ਹੈ, ਇਨਕੁਆਇਰੀ ਕਰਾਣੀ ਬਣਦੀ ਹੈ। ਪਰ ਆਮ ਆਦਮੀ ਪਾਰਟੀ ਦਾ ਇਨਕੁਆਇਰੀ ਕਰਾਉਣ ਦਾ ਤਰੀਕਾ ਇੰਨਾ ਬੇਤੁਕਾ ਤਰੀਕਾ ਹੈ ਕਿ ਜਦੋਂ ਇਹਨਾਂ ਨੇ ਆਪਣੇ ਕੰਮਾਂ ਦੇ ਉੱਤੋਂ ਕੋਈ ਧਿਆਨ ਭਟਕਾਉਣਾ ਹੋਵੇ ਪੰਜਾਬ ਦੇ ਲੋਕਾਂ ਦਾ, ਤੇ ਤਾਂ ਇਸ ਤਰ੍ਹਾਂ ਦੇ ਮੁੱਦੇ ਅੱਗੇ ਲੈ ਕੇ ਸਾਹਮਣੇ ਪੇਸ਼ ਕਰਦੇ ਨੇ ਤਾਂ ਕਿ ਪੰਜਾਬ ਦੇ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ, ਕਿਉਂਕਿ ਪੰਜਾਬ ਦੇ ਮੁੱਦਿਆਂ ਤੇ ਕੰਮ ਨਹੀਂ ਹੋ ਰਹੇ। ਇਹ ਸਿਰਫ ਵੈਂਡੇਟਾ ਪੋਲਿਟਿਕਸ ਹੀ ਖੇਲ ਰਹੇ ਨੇ ਕਿ ਕੁਝ ਨਾ ਕੁਝ ਸੁਰਖੀਆਂ ਦੇ ਵਿੱਚ ਆਉਣ ਵਾਸਤੇ ਅਸੀਂ ਕੋਈ ਨਾ ਕੋਈ ਏਦਾਂ ਦੇ ਕੰਮ ਕਰਦੇ ਰਹੀਏ ਤਾਂ ਕਿ ਲੋਕਾਂ ਨੂੰ ਲੱਗੇ ਕਿ ਅਸੀਂ ਕੁਝ ਕਰ ਰਹੇ ਹਾਂ, ਜਿਹੜਾ ਕਿ ਹੋ ਨਹੀਂ ਪਾ ਰਿਹਾ।
ਰਹੀ ਗੱਲ ਹੁਣ ਇਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਕੇਪੀ ਸਿੰਘ ਜੀ ਦੇ ਉੱਤੇ ਇਹਨਾਂ ਨੇ ਇਲਜ਼ਾਮ ਲਗਾਏ ਨੇ, ਠੀਕ ਹੈ, ਨੋ ਡਾਊਟ ਹੀ ਇਜ਼ ਰੈਡੀ ਟੂ ਫੇਸ ਐਵਰੀਥਿੰਗ। ਉਹਨਾਂ ਨੇ ਸਾਫ਼ ਤੌਰ ਤੇ ਇਹ ਵੀ ਕਿਹਾ ਕਿ ਮੈਂ ਹਰ ਇੱਕ ਇਨਕੁਆਇਰੀ ਦੇ ਵਿੱਚ ਸ਼ਾਮਿਲ ਹੋਣ ਲਈ ਤਿਆਰ ਹਾਂ। ਸਭ ਤੋਂ ਪਹਿਲੇ ਜਿਹੜੇ ਆਪਣੇ ਮੰਤਰੀ ਨੇ ਇਹਨਾਂ ਦੇ, ਹਰਜੋਤ ਸਿੰਘ ਬੈਂਸ ਮਾਈਨਿੰਗ ਮੰਤਰੀ ਬਣੇ ਫਿਰਦੇ ਨੇ ਪੰਜਾਬ ਦੇ ਵਿੱਚ, ਇਹਨਾਂ ਨੂੰ ਪੰਜਾਬ ਦੇ ਵਿੱਚ ਹਾਈ ਕੋਰਟ ਨੇ 3 ਵਾਰੀ ਫਟਕਾਰ ਲਗਾ ਦਿੱਤੀ ਹੈ, ਔਰ ਮੇਰੇ ਖਿਆਲ ਦੇ ਵਿੱਚ ਐਸੀਆਂ ਫਟਕਾਰਾਂ ਲਗਾਈਆਂ ਜਿੱਥੇ ਇਹਨਾਂ ਦੀ ਪੰਜਾਬ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਤੇ ਇੱਕ ਥ੍ਰੈਟਨਿੰਗ ਦੀ ਜਿਹੜੀਆਂ ਰਡਾਰ ਜਿਹੜੀਆਂ ਉਹ ਘੁੰਮਦੀਆਂ ਪਈਆਂ ਕਿ ਤੁਹਾਡੀ ਸਰਕਾਰ ਡਿੱਗ ਵੀ ਸਕਦੀ ਹੈ ਇਸ ਤਰ੍ਹਾਂ ਦੀ ਅਗਰ ਤੁਸੀਂ ਬਾਰ-ਬਾਰ ਹਰਕਤਾਂ ਕਰਦੇ ਰਹੋਗੇ। ਸਭ ਤੋਂ ਪਹਿਲੇ ਤੇ ਹਰਜੋਤ ਬੈਂਸ ਜੀ ਜਿਹੜੇ ਸੀਗੇ, ਉਹਨਾਂ ਨੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਮਾਈਨਿੰਗ ਨੂੰ ਕੰਟਰੋਲ ਕਰਨ ਲਈ ਜਿਹੜੇ ਦਾਅਵੇ ਕੀਤੇ, 20,000 ਕਰੋੜ ਰੁਪਇਆ ਮੈਂ ਮਾਈਨਿੰਗ ਦੇ ਵਿੱਚੋਂ ਲੈ ਕੇ ਖਜ਼ਾਨੇ ਵਿੱਚ ਭਰਾਂਗਾ, ਉਹਨਾਂ ਦਾ ਜਿਹੜਾ ਸੁਪਨਾ ਉਹ ਖਤਮ ਹੋ ਚੁੱਕਿਆ, ਉਹ ਕਦੀ ਪੋਸੀਬਲ ਹੋ ਹੀ ਨਹੀਂ ਸਕਦਾ। ਕਿਉਂ? ਰੀਜ਼ਨ ਉਹਦਾ ਕੀ ਹੈ? ਕਿਉਂਕਿ ਇਹਨਾਂ ਦੀ ਸਰਕਾਰ ਆਉਣ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜਾ ਸਭ ਤੋਂ ਰਿਚ ਸੋਰਸ ਆਫ ਮਿਨਰਲ ਜਿਹੜਾ ਪਾਇਆ ਜਾਂਦਾ ਮਾਈਨਿੰਗ ਦਾ, ਉਹ ਪਠਾਨਕੋਟ ਡਿਸਟ੍ਰਿਕਟ, ਗੁਰਦਾਸਪੁਰ ਡਿਸਟ੍ਰਿਕਟ ਚ ਪਾਇਆ ਜਾਂਦਾ। ਅੱਜ ਉਸ ਜਗ੍ਹਾ ਤੇ ਉੱਥੇ ਬਾਰ-ਬਾਰ ਕੰਪਲੇਂਟਸ ਇਹਨਾਂ ਨੂੰ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ, ਔਰ ਦਿਨ ਰਾਤ ਉੱਥੇ ਇਹਨਾਂ ਦੇ ਲੋਕਲ ਮੰਤਰੀ ਨੇ ਮਿਲ ਕੇ ਉੱਥੇ ਮਾਈਨਿੰਗ ਦਾ ਨਾਲ ਹੋ ਕੇ ਉਹਨਾਂ ਨੂੰ ਬੜਾਵਾ ਦੇ ਕੇ ਸਵੇਰੇ ਸ਼ਾਮ ਉੱਥੇ ਮਾਈਨਿੰਗ ਤੜਾਤੜ ਚਲਾਉਂਦੇ ਰਹੇ। ਈਵਨ ਮੇਰੇ ਵੱਲੋਂ ਵੀ ਕੰਪਲੇਂਟਸ ਕੀਤੀਆਂ ਗਈਆਂ ਸੀ ਰਿਟਨ, ਬਟ ਮੇਰੀਆਂ ਕੰਪਲੇਂਟਸ ਤੇ ਕੀ ਕੀਤਾ ਇਹਨਾਂ ਨੇ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਇਹਨਾਂ ਨੇ ਮੇਰੇ ਔਰ ਇੱਕ ਹੋਰ ਸਾਡੇ ਵਰਕਰ ਤੇ FIR ਦਰਜ ਕਰਵਾ ਦਿੱਤੀ ਤਾਂ ਕਿ ਅਸੀਂ ਚੁੱਪ ਕਰਕੇ ਘਰ ਬੈਠ ਜਾਈਏ, ਪਰ ਅਸੀਂ ਬੈਠੇ ਨਹੀਂ। ਅੱਜ ਵੀ ਦੇਖ ਲਓ, ਇੰਨਾ ਕੁਝ ਕਰਨ ਦੇ ਬਾਵਜੂਦ ਵੀ BSF ਹਾਰ ਕੇ ਇਨਵੋਲਵ ਹੋਇਆ ਔਰ ਇਹਨਾਂ ਏਰੀਆਜ਼ ਤੇ ਮਾਈਨਿੰਗ ਜਿਹੜੀ ਹੈ ਟੋਟਲੀ ਬੈਨ ਕਰਵਾ ਦਿੱਤੀ ਗਈ। ਕਿਉਂ? ਕਿਉਂਕਿ ਇੱਥੇ ਰਾਵੀ ਦਰਿਆ ਨੂੰ ਜਿਸ ਤਰੀਕੇ ਦੇ ਨਾਲ ਇੱਥੇ ਪੁੱਟਿਆ ਜਾ ਰਿਹਾ, ਉਹਨਾਂ ਨੂੰ ਥ੍ਰੈਟ ਹੈ ਕਿ ਸਾਡੇ ਜਿਹੜੀਆਂ ਸਿਕਿਉਰਿਟੀ ਫੋਰਸਿਸ ਜਿਹੜੀਆਂ ਹੈਗੀਆਂ, ਇੱਥੋਂ ਆਉਣ ਵਾਲੇ ਜਿਹੜੇ ਟੈਰਰਿਸਟ ਹੈ ਬੜਾ ਈਜ਼ੀਲੀ ਵੇ ਨਾਲ ਇੱਥੋਂ ਨਿਕਲ ਕੇ ਆ ਸਕਦੇ ਨੇ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਾਰਾ ਦਾ ਸਾਰਾ ਜਿਹੜਾ, ਅਗਰ ਪਿੱਛੇ ਜੇ ਕਹੀਏ ਮਾਈਨਿੰਗ ਜੇ ਹੋਈਆਂ ਨੇ ਤੇ ਇਹਨਾਂ ਨੇ ਕੀ ਕੰਟਰੋਲ ਕੀਤਾ, ਇਹਨਾਂ ਨੂੰ ਬਾਰ-ਬਾਰ ਕੰਪਲੇਂਟਸ ਕਰਨ ਦੇ ਦੌਰਾਨ ਵੀ ਇਹਨਾਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ। ਹਾਂ, ਇੱਕ ਦੋ ਤਿੰਨ ਤੇ ਪਰਚੇ ਜ਼ਰੂਰ ਕਰਾਏ ਕਿ ਤਾਂ ਕਿ 98% ਤੇ ਕਾਬੂ ਕੀਤਾ ਜਾ ਸਕੇ। ਔਰ ਇਹਨਾਂ ਦੇ ਆਨੰਦਪੁਰ ਸਾਹਿਬ ਦੇ ਵਿੱਚ ਵੀ ਕੋਈ ਲੋਕਲ NGOs ਨੇ ਔਰ ਆਮ ਜਨਤਾ ਨੇ ਉੱਥੇ ਮਿਲ ਕੇ ਇਹਨਾਂ ਦੇ ਹੋਣ ਵਾਲੇ, ਆਪਣੇ ਹਲਕੇ ਦੇ ਵਿੱਚ ਹੋਣ ਵਾਲੀਆਂ ਮਾਈਨਿੰਗਸ ਨੂੰ ਸ਼ਰੇਆਮ ਉੱਥੇ ਪਰਦਾਫਾਸ਼ ਕੀਤਾ ਗਿਆ, ਲਾਈਵ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ 40-40, 50-50 ਫੁੱਟ ਡੂੰਘੀਆਂ ਮਾਈਨਿੰਗਸ ਚੱਲ ਰਹੀਆਂ ਹਰਜੋਤ ਸਿੰਘ ਬੈਂਸ ਜੀ ਦੇ ਆਪਣੇ ਇਲਾਕੇ 'ਚ। ਔਰ ਸਭ ਤੋਂ ਵੱਡਾ ਕੁਐਸਚਨ ਤੇ ਇਹ ਉੱਠਦਾ, ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਜਦੋਂ ਹੁਣ ਰੀਸੈਂਟਲੀ ਇਹਨਾਂ ਨੂੰ ਹਾਈ ਕੋਰਟ ਤੋਂ ਫਟਕਾਰ ਮਿਲੀ ਸੀ, ਜਿਹਦੇ ਵਿੱਚ ਇਹਨਾਂ ਨੇ ਨਵੀਂ ਪਾਲਿਸੀ ਇੰਟਰੋਡਿਊਸ ਕੀਤੀ ਸੀਗੀ ਰਾਇਲਟੀ ਤੇ ਪੈਨਲਟੀ ਲੈਣ ਵਾਸਤੇ, ਕਿਉਂਕਿ ਮਾਈਨਿੰਗ ਪੰਜਾਬ ਦੇ ਵਿੱਚ ਆਲਮੋਸਟ ਬੰਦ ਹੈ। 75% ਇੱਥੋਂ ਦੀ ਲੇਬਰ ਛੱਡ ਕੇ ਜਾ ਚੁੱਕੀ ਹੈ। ਜਿਹੜੇ ਡੇਲੀ ਬੇਸਿਸ ਤੇ 500 ਰੁਪਏ ਕਮਾਉਂਦੇ ਸੀ, ਅੱਜ ਉਹ ਵੀ ਘਰ ਬਹਿ ਕੇ ਰੋਟੀ ਖਾਣ ਲਈ ਗੁਜ਼ਾਰਾ ਨਹੀਂ ਕਰ ਪਾ ਰਹੇ। ਔਰ ਇਹਨਾਂ ਨੇ ਕੀ ਤਰੀਕਾ ਅਪਣਾਇਆ ਕਿ ਅਸੀਂ ਮਾਈਨਿੰਗ ਮਾਫੀਆ ਨੂੰ ਪਿੱਛੇ ਕਰਕੇ ਅਸੀਂ ਆਪ ਮਾਫੀਆ ਬਣ ਜਾਈਏ। ਪੰਜਾਬ ਸਰਕਾਰ ਖੁਦ ਇਟਸੈਲਫ ਵਿਲ ਬਿਕਮ ਐਜ਼ ਅ ਮਾਫੀਆ। ਕਿਸ ਤਰ੍ਹਾਂ? ਪੈਨਲਟੀ ਲਈ ਜਾਏਗੀ, ਰਾਇਲਟੀ ਲਈ ਜਾਏਗੀ, ਜਿਹੜੀਆਂ ਹਿਮਾਚਲ ਤੋਂ ਜਾਂ ਜੰਮੂ ਤੋਂ ਜਿੰਨੀਆਂ ਬੱਸਿਸ ਆਉਂਦੀਆਂ ਪਈਆਂ, ਗੱਡੀਆਂ ਆਉਂਦੀਆਂ ਪਈਆਂ ਲੋਡ ਹੋ ਕੇ, ਉਹਨਾਂ ਤੋਂ ਰਾਇਲਟੀ ਲਈ ਜਾਏ, ਪੈਨਲਟੀ ਲਈ ਜਾਏ। ਔਰ ਜਦ ਕਿ ਮੈਂ ਹੈਰਾਨ ਆ ਕਿ ਕ੍ਰਿਸ਼ਨ ਕੁਮਾਰ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ, ਔਰ ਜਦੋਂ ਇਹਨਾਂ ਨੇ ਕੰਟਰੈਕਟਰਸ ਦੇ ਨਾਲ ਬੈਠ ਕੇ ਇਹ ਜਿਹੜੀ ਪਾਲਿਸੀ ਜਿਹੜੀ ਬਣਾਈ, ਉੱਥੇ ਲਿਖਿਆ 7% ਇਹ ਪੈਨਲਟੀ ਲੈਣਗੇ, ਪਰ ਉਹਦੇ ਤੇ ਕ੍ਰਿਸ਼ਨ ਕੁਮਾਰ ਤੇ ਹਰਜੋਤ ਬੈਂਸ ਜੀ ਨੇ ਹਾਂ ਕਿੱਦਾਂ ਕਰ ਦਿੱਤੀ? ਕਿਉਂਕਿ ਸਾਰੇ ਦੇਸ਼ ਦੇ ਵਿੱਚ ਵਨ ਨੇਸ਼ਨ ਵਨ ਟੈਕਸ, GST ਦਾ ਟੈਕਸ ਚੱਲਦਾ ਹੈ। ਅਗਰ ਕਿਸੇ ਹੋਰ ਸਟੇਟ ਦੇ ਉੱਤੋਂ ਕਿਸੇ ਮਾਲ ਦੇ ਉੱਪਰ ਅਸੀਂ ਟੈਕਸ ਲਗਾ ਕੇ ਭੇਜ ਰਹੇ ਹਾਂ ਤੇ ਪੰਜਾਬ ਸਰਕਾਰ ਕੌਣ ਹੁੰਦਾ ਦੁਬਾਰਾ ਤੇ ਉਹਦੇ ਤੇ 7% ਪੈਨਲਟੀ ਔਰ ਰਾਇਲਟੀ ਲੈਣ ਵਾਲਾ? ਸੋ ਇਹਨਾਂ ਨੇ ਇੱਕ ਹੋਰ ਤਰੀਕਾ ਅਪਣਾਇਆ ਕਿ ਕਿਸ ਤਰੀਕੇ ਨਾਲ ਪੈਸਾ ਇਕੱਠਾ ਕੀਤਾ ਜਾ ਸਕੇ, ਕਿਉਂਕਿ ਸਵੇਰ ਤੋਂ ਰਾਤ ਇਹਨਾਂ ਨੂੰ ਨੀਂਦਾਂ ਆਉਣੀਆਂ ਬੰਦ ਹੋ ਗਈਆਂ ਸੀ ਕਿ ਮੈਂ ਤਾਂ ਪੈਸਾ ਇਕੱਠਾ ਕਰਨਾ ਸੀ, ਹਜ਼ਾਰਾਂ ਕਰੋੜ ਰੁਪਇਆ ਦਾ ਮੈਂ ਕਮਿਟਮੈਂਟ ਕਰ ਚੁੱਕਿਆ, ਇਹ 1000 ਕਰੋੜ ਹੀ ਕਮਾ ਲੈਣ ਉਹੀ ਬੜੀ ਵੱਡੀ ਗੱਲ ਹੈ। 20,000 ਕਰੋੜ ਕਮਾਣਾ ਤੇ ਹੁਣ ਆਪਣੀ ਜੋ ਗੱਲ ਕਮਿਟਮੈਂਟ ਕਰ ਚੁੱਕੇ ਨੇ ਉਹ ਪੂਰੀ ਤਾਂ ਹੋਣੀ ਨਹੀਂ, ਹੁਣ ਉਹ ਸਹੀ ਨਹੀਂ ਜਾ ਰਹੀ। ਉਹ ਜਿਹੜੇ ਨਹੀਂ ਸਹੀ ਜਾ ਰਹੀ, ਹੁਣ ਬਾਕੀ ਜਿਹੜੇ ਨੇ ਲੀਡਰਸ ਨੇ ਉਹਨਾਂ ਨੂੰ ਜਾਣਬੁੱਝ ਕੇ ਹਰਾਸ ਕਰਨਾ ਕਿ ਮੈਂ ਤਾਂ ਫਸਿਆ ਹੀ ਫਸਿਆ, ਤੇ ਦੂਸਰੀ ਪਾਰਟੀਆਂ ਦੇ ਵੀ ਕਿਸੇ ਵੀ ਵਰਕਰ, ਕਿਸੇ ਵੀ ਮਿਨਿਸਟਰ ਹੋਣ, ਚਾਹੇ MLA ਹੋਣ, ਕਿਸੇ ਨੂੰ ਵੀ ਅਸੀਂ ਬਖਸ਼ੀਏ ਨਾ ਕੋਈ ਹਰਾਸ ਕਰਦੇ ਰਹੀਏ, ਚਾਹੇ ਵਿਜੀਲੈਂਸ ਦੇ ਦੌਰੇ ਲਵਾਉਂਦੇ ਰਹੀਏ, CBI ਦੀ ਇਨਕੁਆਇਰੀਆਂ ਕਰਾਉਂਦੇ ਰਹੀਏ। ਸਭ ਤੋਂ ਪਹਿਲਾਂ ਤਾਂ ਹਰਜੋਤ ਸਿੰਘ ਬੈਂਸ ਤੇ ਔਰ ਪ੍ਰਿੰਸੀਪਲ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਇਹਨਾਂ ਨੇ 7% ਪੈਨਲਟੀ ਤੇ ਹਾਮੀ ਕਿਸ ਤਰ੍ਹਾਂ ਭਰਤੀ, ਸਾਈਨ ਕਿਸ ਤਰ੍ਹਾਂ ਕਰਤੇ ਉਸ ਪਾਲਿਸੀ ਤੇ, ਹਾਈ ਕੋਰਟ ਨੇ ਚੱਕ ਕੇ ਬਾਹਰ ਮਾਰੀ ਫਾਈਲ ਇਹਨਾਂ ਦੀ ਕਿ ਤੁਸੀਂ ਇਹ ਪਾਲਿਸੀ ਕਿਸ ਤਰ੍ਹਾਂ ਬਣਾ ਸਕਦੇ ਹੋ। ਲੈਟਸ ਇੱਕ ਐਗਜ਼ਾਮਪਲ ਹੈ, ਕਸ਼ਮੀਰ ਤੋਂ ਅਸੀਂ ਐਪਲ ਲੈ ਕੇ ਆਏ ਆ ਖਰੀਦ ਕੇ 2 ਕਿਲੋ, ਉੱਥੇ GST ਵੀ ਦਿੱਤਾ। ਉਹਨਾਂ ਨੂੰ ਵੀ ਟਾਈਮ ਦਿਓ। ਨਹੀਂ ਤੁਹਾਡੀ ਵੇਟ ਤਾਂ ਕਰੋ ਨਾ।
ਕੋਈ ਦੋ ਗੱਲ ਨਹੀਂ 2 ਕਿਲੋ ਅਸੀਂ ਠੀਕ ਹੈ ਐਪਲ ਸਾਰਿਆਂ ਨੂੰ ਬਰਾਬਰ ਐਪਲ ਲੈ ਟਾਈਮ ਕੇ ਮਿਲਣਾ ਆਏ ਆ ਚਾਹੀਦਾ ਹੈ। ਸ਼੍ਰੀਨਗਰ ਤੋਂ ਜਾਂ ਜੰਮੂ ਤੋਂ, ਤੇ ਕਿਆ ਪੰਜਾਬ 'ਚ ਵੀ ਆ ਕੇ ਉਸ ਚੀਜ਼ ਦਾ ਟੈਕਸ ਦੇਣਾ ਬਣਦਾ ਹੈ? ਅਸੀਂ ਉਹ ਸੇਬ ਜਿਹੜੇ ਕਸ਼ਮੀਰ ਤੋਂ ਲੈ ਕੇ ਆਏ ਆ ਪੰਜਾਬ 'ਚ ਵੀ ਟੈਕਸ ਦੇਾਂਗੇ ਉਹਦਾ। ਠੀਕ ਸੋ ਹੈ। ਕਿੰਨੀ ਹੈਰਾਨਗੀ ਦੀ ਗੱਲ ਹੈ, ਇਹ ਵਨ ਜਵਾਬ ਲੈ ਨੇਸ਼ਨ ਲੈਂਦੇ ਵਨ ਮੈਮ। ਟੈਕਸ ਨੂੰ ਚੈਲੰਜ ਕਰ ਰਹੇ ਨੇ, ਜੀ ਜਿਹਦੇ ਜਵਾਬ ਲੈ ਵਿੱਚ ਲੈਂਦੇ ਹਾਈ ਮਨੋਤਰਾ ਕੋਰਟ ਸਰ, ਨੇ ਫਟਕਾਰ ਮਾਈਨਿੰਗ ਲਗਾਈ। ਪਾਲਿਸੀ ਦਾ ਇੰਤਜ਼ਾਰ ਤਾਂ ਵੈਸੇ ਸਾਰੇ ਕਰ ਰਹੇ, ਕਿਉਂਕਿ ਅਕਸਰ ਅਸੀਂ ਵੀ ਦੇਖਦੇ ਹਾਂ ਕਿ ਖਬਰਾਂ ਜਿਹੜੀ ਆ ਰਹੀਆਂ ਨੇ, ਕਿਉਂਕਿ ਰੇਤਾ ਬਹੁਤ ਮਹਿੰਗਾ ਹੋ ਗਿਆ, ਲੋਕਾਂ ਦਾ ਘਰ ਬਣਾਉਣਾ ਬੜਾ ਮੁਸ਼ਕਿਲ ਹੋ ਗਿਆ। ਮਾਈਨਿੰਗ ਪਾਲਿਸੀ ਸਰਕਾਰ ਕਦ ਲੈ ਕੇ ਆ ਰਹੀ ਹੈ, ਤੇ ਇੱਕ ਜਿਹੜੇ ਇਹਨਾਂ ਨੇ 7% ਕਮਿਸ਼ਨ ਵਾਲੀ ਗੱਲ ਕਹੀ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਪੂਜਾ ਜੀ, ਜਦੋਂ ਕੋਈ ਜ਼ਖਮ ਜਿਹੜਾ ਹੈ ਉਹ ਨਾਸੂਰ ਬਣ ਜਾਏ, ਕੈਂਸਰ ਬਣ ਜਾਏ, ਤਾਂ ਫਿਰ ਉਹਦਾ ਆਪਰੇਸ਼ਨ ਤਾਂ ਕਰਨਾ ਪੈਂਦਾ ਹੈ ਨਾ। ਔਰ ਫਿਰ ਉਸ ਜ਼ਖਮ ਨੂੰ, ਜਿਹੜਾ ਆਪਰੇਸ਼ਨ ਦਾ ਜ਼ਖਮ ਹੈ, ਉਹਨੂੰ ਭਰਨ ਵਿੱਚ ਸਮਾਂ ਤਾਂ ਲੱਗਦਾ ਹੈ ਨਾ। ਸੋ ਜਿਹੜਾ ਇਹਨਾਂ ਨੇ ਭ੍ਰਸ਼ਟਾਚਾਰ ਦਾ ਤੰਤਰ ਪੰਜਾਬ ਵਿੱਚ ਲਾਇਆ ਹੋਇਆ ਸੀ, ਹੁਣ ਤੁਸੀਂ ਦੇਖੋ ਕਿ 90% ਜਿਹੜੀ ਅਵੈਧ ਮਾਈਨਿੰਗ ਹੈ ਘੱਟੋ ਘੱਟ ਉਹ ਬੰਦ ਹੋ ਚੁੱਕੀ ਹੈ। ਰੋਂਗ, ਮਾਈਨਿੰਗ ਜਿਹੜੀ not even 10% stopped, ਵਾਰੀ ਤੇ ਬੋਲਿਓ not even, ਪਲੀਜ਼, ਆਪਣੀ ਵਾਰੀ ਹਜੇ ਤੇ ਮੌਨਸੂਨ ਹੈ ਇਸ ਕਰਕੇ ਬੰਦ ਹੈ। Please Monsoon behave like a ਕਰਕੇ civilized ਬੰਦ ਹੈ। person. Please behave like a civilized person. अपनी Why वाली you तो बोलो। always keep telling like this? We should have to behave Please like behave like a we are civilized educated. person. Let's be like a civilized. Please If behave somebody like asks a you a civilized question, person. you have to answer on that, Please na? behave like a Why you civilized- become on the Pooja ji, civilization or Pooja ji, education? this is not done. ਠੀਕ ਹੈ, ਪੂਜਾ ਜੀ, ਮੈਮ this ਇੱਕ is ਵਾਰੀ not done. ਟੀਨਾ ਮੈਮ ਇੱਕ ਵਾਰੀ ਪੂਜਾ ਜੀ, ਜਵਾਬ ਲੈ this is ਲੈਂਦੇ not ਹਾਂ, ਉਸ done. ਤੋਂ This ਬਾਅਦ is not ਅੱਗੇ the ਅਸੀਂ right ਗੱਲ way to ਕਰਦੇ say ਹਾਂ। we are civilized. What we are civilized? We are civilized. अपनी That's why वाली we तो are बोलो sitting ना। here. ਠੀਕ ਹੈ ਮੈਮ, Why you ਇੱਕ saying ਵਾਰੀ like ਇੱਕ ਵਾਰੀ this? ਜਵਾਬ ਲੈ ਲੈਂਦੇ ਜਿਹੜੇ ਹਾਂ, ਉਸ ਪੜ੍ਹੇ ਤੋਂ ਬਾਅਦ ਲਿਖੇ Why ਅੱਗੇ you ਆਪਣੀ ਅਸੀਂ always ਗੱਲ keep ਕਰਦੇ saying ਹਾਂ, like this? ਕਿਉਂਕਿ ਆਪਣੀ ਬਾਕੀ Let's ਵਾਰੀ be ਤੇ ਉਹਨਾਂ ਬੋਲੋ। ਨੂੰ ਵੀ like a ਟਾਈਮ civilized- ਦੇਣਾ, ਅਸੀਂ ਹੋਰਾਂ ਨੂੰ ਵੀ civilized ਟਾਈਮ ਜੀ, people ਦੇਣਾ। ਆਪਣੀ cannot ਵਾਰੀ ask ਤੇ questions. ਬੋਲਿਓ। We are animals or ਬੇਟੇ we ਆਪਣੀ human ਵਾਰੀ ਤੇ beings? ਬੋਲਿਓ। Who we ਜੇ are? ਪੜ੍ਹੇ ਲਿਖੇ ਹੋ, ਜੇ ਥੋੜੀ ਜਿਹੀ ਵੀ ਸਮਝ ਹੈ ਤਾਂ ਆਪਣੀ ਵਾਰੀ ਤੇ ਬੋਲਿਓ ਪਲੀਜ਼। ਸਰ ਤੁਸੀਂ ਪੜ੍ਹੇ ਬੋਲੋ, ਲਿਖੇ ਸਰ ਨਹੀਂ ਤੁਸੀਂ ਲੱਗਦੇ ਬੋਲੋ, ਮੈਨੂੰ, ਤੁਹਾਡੀ ਕਿਉਂਕਿ ਗੱਲ ਤੁਹਾਨੂੰ ਸੁਣ ਗੱਲ ਰਹੇ ਕਰਨ ਦਾ ਪਤਾ ਨਹੀਂ ਚੱਲਦਾ, ਗੱਲ ਕਰਨੀ ਕਿਸ ਤਰ੍ਹਾਂ ਬੇਨਤੀ ਹੈ। ਐਦਾਂ ਕਹਿਣਾ ਬਣਦਾ ਨਹੀਂ ਕਿਸੇ ਨੂੰ। ਪੂਜਾ ਜੀ, this is not done. ਹਾਂ, ਮੈਂ This is ਕਹਿ ਰਹੀ not ਹਾਂ। done. ਇਹਨਾਂ ਨੂੰ ਨੈਕਸਟ ਟਾਈਮ Sir, ਦੁਬਾਰਾ ਇਹਨਾਂ ਸੋਚ ਨੂੰ ਕੇ ਗੱਲ ਕਰਿਓ ਕਿ ਇਹ ਕੋਈ ਕਿਸ ਤਰ੍ਹਾਂ ਤਰੀਕਾ ਕਿਸੇ ਨਹੀਂ ਨੂੰ ਹੈ। ਸਟਾਪ ਕਰਨਾ। ਮੈਮ ਇੱਕ ਇਹ ਮਿੰਟ ਕੋਈ ਸਰ ਤਰੀਕਾ ਨੂੰ ਨਹੀਂ ਕਹਿ ਹੈ। ਲੈਣ ਦਿਓ, ਉਹਨਾਂ ਦੀ ਗੱਲ ਕਹਿ ਲੈਣ ਦਿਓ, ਠੀਕ ਹੈ? ਉਸ ਤੋਂ ਬਾਅਦ ਤੁਸੀਂ ਜਵਾਬ ਦੇ ਦਿਓ। ਤੁਸੀਂ ਜਿਹੜੀ ਆਪਣੀ ਗੱਲ ਕਹਿਣੀ ਹੈ, ਇੱਕ ਵਾਰ ਉਹਨਾਂ ਨੂੰ ਕਹਿ ਲੈਣ ਦਿਓ, ਉਸ ਤੋਂ ਬਾਅਦ ਤੁਸੀਂ ਆਰਾਮ ਨਾਲ ਕਹਿ ਸਕਦੇ ਹੋ। ਜੀ ਸਰ। ਦੇਖੋ 150% ਜਿਹੜੀ ਲੀਗਲ ਮਾਈਨਿੰਗ ਹੈ ਉਹ ਵੱਧ ਚੁੱਕੀ ਹੈ। ਪੰਜਾਬ ਦੇ ਖਜ਼ਾਨੇ ਵਿੱਚ ਪੈਸਾ ਜਾ ਰਿਹਾ ਹੈਗਾ। ਠੀਕ ਹੈ, ਮਾਈਨਿੰਗ ਪਾਲਿਸੀ ਨੂੰ ਆਉਣ ਵਿੱਚ ਟਾਈਮ ਲੱਗ ਰਿਹਾ ਹੈਗਾ, ਲੇਕਿਨ ਇਹਨੂੰ ਕੀ ਭ੍ਰਸ਼ਟਾਚਾਰ ਬੰਦ ਕਰਨਾ ਜ਼ਰੂਰੀ ਨਹੀਂ ਸੀਗਾ? ਔਰ ਤੁਸੀਂ ਦੇਖੋ ਕਿ ਹਰੇਕ ਖੇਤਰ ਵਿੱਚ ਪੰਜਾਬ ਦੇ ਜਿਹੜਾ ਖਜ਼ਾਨਾ ਹੈਗਾ ਉਸ 'ਚ ਪੈਸਾ ਜਾ ਰਿਹਾ। ਐਕਸਾਈਜ਼ ਦੀ ਤੁਹਾਡੀ ਕਲੈਕਸ਼ਨ ਕਿੰਨੀ ਵੱਧ ਗਈ ਹੈਗੀ ਹੈ, ਹੋਰ GST ਦੀ ਕਲੈਕਸ਼ਨ ਕਿੰਨੀ ਵੱਧ ਗਈ ਹੈਗੀ ਹੈ। ਸੋ ਪੰਜਾਬ ਦਾ ਜਿਹੜਾ ਖਜ਼ਾਨਾ ਲੁੱਟਿਆ ਜਾ ਰਿਹਾ ਸੀ ਉਸ ਤੇ ਰੋਕ ਲੱਗੀ ਆ, ਔਰ ਪੰਜਾਬ ਦਾ ਖਜ਼ਾਨਾ ਹੁਣ ਭਰ ਰਿਹਾ ਹੈਗਾ। ਔਰ ਜਿਹੜੀ ਰਾਇਲਟੀ ਜਾਂ ਪੈਨਲਟੀ ਦੀ ਗੱਲ ਕਰ ਰਹੇ ਸੀ, ਤੁਸੀਂ ਇਹ ਦੱਸੋ ਕਿ ਉਹ ਪੈਸਾ ਪੰਜਾਬ ਦੇ ਖਜ਼ਾਨੇ ਵਿੱਚ ਨਹੀਂ ਸੀ ਜਾ ਰਿਹਾ? ਤੁਹਾਡੀ ਤਰ੍ਹਾਂ, ਤੁਹਾਡੀ ਸਰਕਾਰ ਦੀ ਤਰ੍ਹਾਂ, ਜਿਵੇਂ ਤੁਹਾਡੇ ਲੀਡਰਾਂ ਦੇ ਜੇਬ ਵਿੱਚ ਜਾਂਦਾ ਸੀ, ਸਾਡੇ ਕਿਸੇ ਲੀਡਰ ਦੀ ਜੇਬ ਵਿੱਚ ਨਹੀਂ ਸੀ ਜਾਂਦਾ, ਪੰਜਾਬ ਦੇ ਖਜ਼ਾਨੇ ਵਿੱਚ ਹੀ ਜਾਂਦਾ ਹੁੰਦਾ ਸੀਗਾ। ਔਰ ਚੋਰੀ ਕਰਕੇ ਜਿਹੜਾ ਇਹ ਖਜ਼ਾਨੇ ਹਾਈ ਚ ਪੈਸਾ ਮੈਮ ਪਾਓਗੇ। ਇੱਕ ਮਿੰਟ ਸੁਣ ਲੈਂਦੇ, ਉਸ ਤੋਂ ਬਾਅਦ ਤੁਸੀਂ ਜਵਾਬ ਦਿਓ। ਚੋਰੀ ਕਰਕੇ ਇੱਕ ਮਿੰਟ ਦੇਖੋ, ਔਰ ਜਿਹੜੇ ਇਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ, ਮੈਂ ਕਹਿੰਦਾ ਸਭ ਤੋਂ ਵੱਡਾ ਮੁੱਦਾ ਹੀ ਭ੍ਰਸ਼ਟਾਚਾਰ ਹੈ। ਸਭ ਤੋਂ ਵੱਡਾ ਮੁੱਦਾ ਹੀ ਲੀਡਰਾਂ ਦੁਆਰਾ, ਖਾਸ ਕਰ ਮਿਨਿਸਟਰਾਂ, MLAs ਦੁਆਰਾ ਪੰਜਾਬ ਦੀ ਲੁੱਟ ਹੈ, ਜਿਸ ਕਰਕੇ ਅੱਜ ਪੰਜਾਬ ਦਾ ਇਹ ਹਾਲ ਹੋਇਆ। ਨੌਕਰੀਆਂ ਖਤਮ ਹੋ ਗਈਆਂ, ਇੰਡਸਟਰੀ ਇੱਥੋਂ ਭੱਜ ਗਈ, ਨਾ ਸਿਹਤ ਸੁਵਿਧਾਵਾਂ ਹੈ, ਨਾ ਸਿੱਖਿਆ ਹੈਗੀ ਹੈ, ਨਾ ਰੋਜ਼ਗਾਰ ਹੈਗੇ ਹੈ। 1.5 ਲੱਖ ਬੱਚਾ ਪੰਜਾਬ ਨੂੰ ਛੱਡ ਕੇ ਜਾ ਰਿਹਾ ਸੀ। ਇਹ ਤਾਂ ਇਹਨਾਂ ਨੇ ਹਾਲ ਕਰਤਾ ਸੀ ਪੰਜਾਬ ਦਾ। ਔਰ ਜਿਹੜੀ ਬਾਰਡਰ ਤੇ ਮਾਈਨਿੰਗ ਦੀ ਗੱਲ ਕਰਦੇ ਹੈ, ਇਹ ਪਿਛਲੇ 6 ਮਹੀਨੇ 'ਚ ਨਹੀਂ ਸ਼ੁਰੂ ਹੋਈ, ਇਹ ਤੁਹਾਡੀਆਂ ਸਰਕਾਰਾਂ ਸਮੇਂ ਹੋਈ ਹੈਗੀ ਹੈ। ਔਰ ਮੈਂ ਕਹਿੰਦਾ ਬੜੀ ਸ਼ਰਮ ਦੀ ਗੱਲ ਹੈ ਕਿ ਮਾਈਨਿੰਗ ਬੰਕਰਸ ਦੇ ਇੰਨੇ ਕਲੋਜ਼ ਪਹੁੰਚ ਗਈ ਕਿ ਬੰਕਰਸ ਨੂੰ ਖਤਰਾ ਹੋ ਗਿਆ। ਔਰ ਜੇ ਤੁਸੀਂ ਕਿਸੇ ਆਰਕੀਟੈਕਟ ਜਾਂ ਇੰਜੀਨੀਅਰ ਨਾਲ ਗੱਲ ਕਰੋ ਤਾਂ ਉਹ ਕਹਿੰਦਾ ਕਿ ਜੇ 100 ਫੁੱਟ ਤੱਕ ਕਿਸੇ ਖੱਡੇ ਦਾ ਮਾਈਨਿੰਗ ਦਾ ਅਸਰ ਜਾਣਾ ਹੈ ਤਾਂ 100 ਫੁੱਟ ਥੱਲੇ ਤੱਕ ਜਾਣਾ ਚਾਹੀਦਾ। ਸੋ ਇੰਨੇ ਖਤਰਨਾਕ ਤਰੀਕੇ ਨਾਲ ਇਹਨਾਂ ਨੇ ਮਾਈਨਿੰਗ ਕਰਾਈ ਕਿ BSF ਔਰ ਆਰਮੀ ਜਿਹੜੀ ਆ ਉਹਨਾਂ ਨੂੰ ਇਹ ਧੋਖਾ ਦਿੰਦੇ ਰਹੇ। ਇਹ ਸਾਡੇ ਸਮੇਂ ਤਾਂ ਨਹੀਂ ਹੋਇਆ, ਸਾਡੇ ਸਮੇਂ ਤਾਂ ਬੰਦ ਹੋਈ ਹੈ ਨਾ ਮਾਈਨਿੰਗ, ਇਹਨਾਂ ਦੇ ਸਮੇਂ ਹੀ ਚੱਲਦੀ ਰਹੀ ਸੀਗੀ। ਸੋ ਇਸ ਦੇ ਕਸੂਰਵਾਰ ਇਹ ਹੈਗੇ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈ। ਸੋ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ ਉਹ ਭ੍ਰਸ਼ਟਾਚਾਰ ਨੂੰ ਬੰਦ ਕਰਨਾ ਹੈਗਾ। ਔਰ ਉਹਦੇ ਲਈ ਇਹ ਜਿਹੜੀਆਂ ਵੱਡੀਆਂ ਮੱਛੀਆਂ ਹੈਗੀਆਂ, ਵੱਡੇ ਮਗਰਮੱਛ ਹੈਗੇ ਹੈ ਜਿਹੜੇ ਪੰਜਾਬ ਨੂੰ ਲੁੱਟਦੇ ਰਹੇ ਹੈ, ਇਹਨਾਂ ਤੇ ਕਾਰਵਾਈ ਜ਼ਰੂਰੀ ਹੈ। ਔਰ ਮੈਂ ਫਿਰ ਇਹਨਾਂ ਨੂੰ ਕਹਾਂਗਾ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਸਾਡੇ ਮਿਨਿਸਟਰਸ ਨੂੰ ਭਾਜਪਾ ਤੰਗ ਕਰ ਰਹੀ ਹੈ, ਲੇਕਿਨ ਫਿਰ ਵੀ ਉਹ ਸਾਹਮਣੇ ਹੋ ਕੇ ਉਸ ਦਾ ਮੁਕਾਬਲਾ ਕਰ ਰਹੇ ਹੈ, ਆਪਣੇ ਇਨਕੁਆਇਰੀ ਫੇਸ ਕਰ ਰਹੇ ਹੈ। ਕਿਸੇ ਨੇ ਕੋਈ ਹਾਏ ਤੋਬਾ ਨਹੀਂ ਮਚਾਈ ਹੈਗੀ। ਹਜੇ ਤੱਕ ਉਹਨਾਂ ਤੇ FIR ਵੀ ਨਹੀਂ ਹੋਈ ਹੈਗੀ। 3-3 ਮਹੀਨੇ ਤੋਂ ਉਹਨਾਂ ਨੇ ਅਰੈਸਟ ਕਰਕੇ ਰੱਖੇ ਹੋਏ ਹੈ, ਪਰ ਫਿਰ ਵੀ ਉਹ ਉੱਥੇ ਖੜੇ ਹੈਗੇ ਹੈ। ਮੈਂ ਬੇਨਤੀ ਕਰਾਂਗਾ, ਅਸੀਂ ਤੁਹਾਨੂੰ ਨਾ ਅਰੈਸਟ ਕਰਾਂਗੇ ਬਿਨਾਂ ਕਿਸੇ FIR ਦੇ, ਨਾ ਤੁਹਾਨੂੰ ਤੰਗ ਕਰਾਂਗੇ, ਪਰ ਕਿਰਪਾ ਕਰਕੇ
ਇਨਕੁਆਇਰੀ ਹੋ ਲੈਣ ਦਿਓ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਲੈਣ ਦਿਓ ਪਲੀਜ਼। ਮੈਮ ਇੱਕ ਸੈਕਿੰਡ, ਅਕਾਲੀ ਦਲ ਤੋਂ ਪਰਮਵੀਰ ਜੀ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਪਰਮਜੀਤ ਜੀ। ਮੈਡਮ ਮੈਂ ਮਲਹੋਤਰਾ ਸਾਹਿਬ ਤੋਂ ਇੱਕ ਚੀਜ਼ ਪੁੱਛਣਾ ਚਾਹੁੰਦਾ। ਦੇਖੋ ਮਲਹੋਤਰਾ ਸਾਹਿਬ, ਮੈਨੂੰ ਲੱਗਦਾ ਹੈ ਵੀ ਸ਼ਾਇਦ ਜੋ ਆਮ ਆਦਮੀ ਪਾਰਟੀ ਝੂਠ ਦਾ ਪਲੰਦਾ ਤਿਆਰ ਕਰਕੇ ਭੇਜਦੀ ਹੈ, ਹਰੇਕ ਇਹਨਾਂ ਦਾ ਜਿਹੜਾ ਸਪੋਕਸ ਪਰਸਨ ਹੈ ਸ਼ਾਇਦ ਉਸ ਚੀਜ਼ ਨੂੰ ਲਿਆ ਕੇ ਇੱਥੇ ਰੱਖ ਦਿੰਦਾ। ਇਹ ਕਹਿੰਦੇ ਆ ਜੀ ਮਾਈਨਿੰਗ ਚੱਲ ਰਹੀ ਹੈ। ਮੈਂ ਹੈਰਾਨ ਆ, ਸ਼ਾਇਦ ਇਹਨਾਂ ਨੂੰ ਇਹਨਾਂ ਦੇ ਦੱਸਿਆ ਨਹੀਂ ਜਾਂਦਾ। ਇਹ ਕੋਰਟ ਦਾ ਆਰਡਰ ਹੈ 9 ਸਤੰਬਰ 2022 ਦਾ। ਸਰ ਮਾਈਨਿੰਗ ਬੰਦ ਕਰ ਦਿੱਤੀ ਗਈ ਹੈ। ਤੁਹਾਡੇ 274 ਜਿਹੜੇ ਤੁਸੀਂ ਕੰਟਰੈਕਟ ਦਿੱਤੇ ਸੀ ਉਹ ਕੋਰਟ ਨੇ ਸਟੇ ਕਰਤੇ ਹੈ। ਕੋਰਟ ਇਹ ਕਹਿ ਚੁੱਕੀ ਹੈ ਵੀ ਵਿਦਆਊਟ ਦਾ ਪਰਮਿਸ਼ਨ ਆਫ ਦਾ ਕੋਰਟ ਤੁਸੀਂ ਕੋਈ ਟੈਂਡਰਸ ਨਹੀਂ ਦੇ ਸਕਦੇ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ BSF ਨੇ ਆ ਕੇ ਐਫੀਡੇਵਿਟ ਦਿੱਤਾ ਹੈ, ਤੁਹਾਡੀ ਸਰਕਾਰ ਨੂੰ ਬਣੇ ਮਲਹੋਤਰਾ ਸਾਹਿਬ 6 ਮਹੀਨੇ ਹੋ ਚੁੱਕੇ ਆ। ਤੁਸੀਂ ਅੱਖਾਂ ਦੇ ਉੱਪਰ ਕਿਹੜੇ ਗੋਗਲਸ ਪਾ ਕੇ ਬੈਠੇ ਸੀ? 6 ਮਹੀਨੇ ਵਿੱਚ ਤੁਹਾਨੂੰ ਜੇ ਨਜ਼ਰ ਆ ਰਿਹਾ ਸੀ ਵੀ ਇਲੀਗਲ ਮਾਈਨਿੰਗ ਹੋ ਰਹੀ ਹੈ, ਤੁਸੀਂ ਕਿਉਂ ਨਹੀਂ ਰੋਕੀ? ਕਿਉਂ BSF ਨੂੰ ਲੋੜ ਪਿਆ ਵੀ ਹਾਈ ਕੋਰਟ ਦੇ ਵਿੱਚ ਆ ਕੇ ਐਫੀਡੇਵਿਟ ਫਾਈਲ ਕਰੇ? ਹੁਣ ਇੱਕ ਮਿੰਟ, ਤੁਸੀਂ ਗੱਲ ਕਰ ਰਹੇ ਸੀ ਐਥੀਕਲ ਐਂਡ ਬਿਹੇਵ ਲਾਈਕ ਅ ਹਿਊਮਨ ਬੀਇੰਗ। ਹੁਣ ਮੈਂ ਬੋਲ ਰਿਹਾ ਤਾਂ ਯੂ ਸ਼ੁਡ ਆਲਸੋ ਲਿਸਨ। ਫਿਰ ਤੁਸੀਂ ਗੱਲ ਕਰ ਰਹੇ ਹੋ ਜੀ ਸਾਡੇ ਸਿਧਾਂਤ ਹੈਗੇ ਨੇ। ਮੈਂ ਕਿਸੇ ਪਾਰਟੀ ਦੀ ਫੇਵਰਿਜ਼ਮ ਨਹੀਂ ਕਰ ਰਿਹਾ, ਪਰ ਪੰਜਾਬ ਦੇ ਲੋਕਾਂ ਦੀ ਆਵਾਜ਼ ਮੰਨ ਕੇ ਤੁਹਾਡੇ ਕੋਲੋਂ ਪੁੱਛ ਰਿਹਾ। ਤੁਸੀਂ ਕਹਿ ਰਹੇ ਹੋ ਵੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ। ਵਜਿੰਦਰ ਸਿੰਗਲਾ ਨੂੰ ਤੁਸੀਂ ਪਾਰਟੀ ਚੋਂ ਅੱਜ ਤੱਕ ਕਿਉਂ ਨਹੀਂ ਕੱਢਿਆ ਪੰਜਾਬ 'ਚ? ਅੱਜ ਲੋਕਾਂ ਨੂੰ ਦੱਸੋ। ਫੌਜਾ ਸਿੰਘ ਦੀ ਵੀਡੀਓ ਤੁਹਾਡੇ ਮੰਤਰੀ ਦੀ ਵਾਇਰਲ ਹੋਈ ਆ, ਉਹਦੇ ਤੇ ਤੁਸੀਂ ਕੀ ਐਕਸ਼ਨ ਲਿੱਤਾ? ਤੁਹਾਡੇ ਬਾਕੀ ਮੰਤਰੀ ਜਿਹੜੇ 9 ਰਤਨ ਜਿਹੜੇ ਮਸ਼ਹੂਰ ਹੋਏ ਆਮ ਆਦਮੀ ਪਾਰਟੀ ਤੇ, ਉਹਨਾਂ ਦੇ ਖਿਲਾਫ ਤੁਸੀਂ ਕੀ ਐਕਸ਼ਨ ਲਿੱਤਾ ਅੱਜ ਤੱਕ? ਤੁਸੀਂ ਗੱਲਾਂ ਕੀ ਕਰ ਰਹੇ ਹੋ? ਤੁਸੀਂ ਪੰਜਾਬ ਨੂੰ ਇਹ ਦੱਸੋ ਵੀ ਤੁਸੀਂ ਜਿੰਨਿਆਂ ਤੇ ਵੀ ਪਰਚਾ ਕੀਤਾ, ਚਾਹੇ ABC ਕੋਈ ਵੀ ਸੀ, ਸਾਰਿਆਂ ਨੂੰ ਹਾਈ ਕੋਰਟ ਦੇ ਵਿੱਚੋਂ ਬੇਲ ਮਿਲ ਗਈ। ਤੁਸੀਂ ਗੱਲਾਂ ਕਰ ਰਹੇ ਹੋ ਜੀ ਵੀ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਗੱਲ ਕਰ ਰਹੇ ਆ। ਅੱਜ ਰੇਤਾ ਲਿਫਾਫਿਆਂ ਦੇ ਵਿੱਚ ਲੋਕਾਂ ਨੂੰ ਲੈਣਾ ਪੈ ਰਿਹਾ। 2000 ਦੀ ਟਰਾਲੀ 9-9000 ਦੇ ਵਿੱਚ ਮਿਲ ਰਹੀ ਹੈ। ਟਿੱਪਰ ਦਾ ਰੇਟ ਲੱਖ ਰੁਪਏ ਨੂੰ ਹੋ ਗਿਆ। ਜੇ ਤੁਹਾਡੀ ਇਲੀਗਲ ਮਾਈਨਿੰਗ ਤੁਸੀਂ ਕਹਿ ਰਹੇ ਹੋ ਅਸੀਂ ਬੰਦ ਕਰਤੀ ਤੇ 150% ਲੀਗਲ ਮਾਈਨਿੰਗ ਅਸੀਂ ਕਰਤੀ, ਫਿਰ ਮਾਈਨਿੰਗ ਦੇ ਰੇਟ ਦੇ ਹਿਸਾਬ ਨਾਲ ਤਾਂ ਜਿਹੜਾ ਛੋਟਾ ਜਿਹੜੀ ਟਰਾਲੀ ਆ ਉਹ ਤਾਂ 2500 ਦੀ ਹੋਣੀ ਚਾਹੀਦੀ, ਔਰ 9000 ਦੀ ਵਿਕ ਰਹੀ ਹੈ। ਇਹਦਾ ਮਤਲਬ ਉਹ ਸਾਰਾ ਪੈਸਾ ਜਿਹੜਾ ਤੁਹਾਡਾ ਮਾਈਨਿੰਗ ਮਾਫੀਆ ਨਵਾਂ ਸ਼ੁਰੂ ਕੀਤਾ ਗਿਆ ਉਹਨਾਂ ਦੀ ਜੇਬ 'ਚ ਜਾ ਰਿਹਾ। ਇਹਦੇ ਨਾਲੋਂ ਤਾਂ ਇਹ ਹੋਣਾ ਚਾਹੀਦਾ, ਕਿਉਂਕਿ ਇਹ ਜਿਹੜਾ ਮੁੱਦਾ ਹੈ ਬੜਾ ਸੰਵੇਦਨਸ਼ੀਲ ਮੁੱਦਾ ਹੈ, ਪੰਜਾਬ ਦੇ ਨਾਲ ਜੁੜਿਆ ਹੋਇਆ ਹੈ। ਤੇ ਜੇ ਆਬਜੈਕਸ਼ਨਸ ਫਾਈਲ ਹੋ ਰਹੇ ਆ ਜਾਂ ਕ੍ਰਾਸ ਐਲੀਗੇਸ਼ਨਸ ਫਾਈਲ ਹੋ ਰਹੇ ਆ ਤਾਂ ਇਹ ਇੰਡੀਪੈਂਡੈਂਟ ਏਜੰਸੀ ਦੇ ਕੋਲੋਂ ਇਹਦੀ ਜਾਂਚ ਕਰਵਾਉਣੀ ਚਾਹੀਦੀ ਹੈ। ਤੇ ਜਿੱਥੋਂ ਤੱਕ ਗੱਲ ਹੈਗੀ ਹੈ ਵੀ ਤੁਸੀਂ ਕਹਿ ਰਹੇ ਹੋ ਵੀ ਸਾਡੇ ਜਿਹੜੇ ਮੰਤਰੀ ਨੇ ਜਾਂ ਉਹਨਾਂ ਦਾ ਜਿਹੜਾ ਕਿਰਦਾਰ ਹੈ, ਰੋਜ਼ ਪਤਾ ਲੱਗ ਰਿਹਾ ਲੋਕਾਂ ਨੂੰ ਵੀ ਕੀ ਕਿਰਦਾਰ ਹੈ। ਆਈਲੈਟਸ ਦੀ ਇੱਕ ਮੈਡਮ ਨੂੰ ਜਾ ਕੇ ਹਾਈ ਕੋਰਟ ਨੂੰ ਅਪਰੋਚ ਕਰਨਾ ਪੈ ਰਿਹਾ ਵੀ ਮੇਰੇ ਕੋਲ MLA ਪ੍ਰੋਟੈਕਸ਼ਨ ਮਨੀ ਮੰਗ ਰਿਹਾ ਵੀ ਮੈਨੂੰ ਪ੍ਰੋਟੈਕਸ਼ਨ ਮਨੀ ਦਿਓ। ਤੁਸੀਂ ਗੱਲਾਂ ਕੀ ਕਰ ਰਹੇ ਹੋ? ਐਕਸਾਈਜ਼ ਪਾਲਿਸੀ ਤੁਹਾਡੀ ਹਾਈ ਕੋਰਟ ਦੇ ਵਿੱਚ ਅੰਡਰ ਸਕੈਨਰ ਹੈ। ਤੁਹਾਡਾ ਰਾਸ਼ਨ ਟੂ ਡੋਰ ਸਟੈਪ ਹਾਈ ਕੋਰਟ ਨੇ ਉਹਦੇ ਵਿੱਚ ਨੋਟਿਸ ਕਰਤਾ, ਨੋਟਿਸ ਰਿਗਾਰਡਿੰਗ ਸਟੇ ਹੋ ਚੁੱਕਿਆ। ਤੁਸੀਂ ਇਹ ਗੱਲਾਂ ਲੋਕਾਂ ਨੂੰ ਦੱਸੋ ਵੀ ਅਸੀਂ ਕੁਝ ਵੀ ਨਹੀਂ ਕਰ ਪਾਏ ਆ 6 ਮਹੀਨਿਆਂ ਦੇ ਵਿੱਚ। 1000 ਰੁਪਇਆ ਬੀਬੀਆਂ ਰੋਜ਼ ਤੁਹਾਡੇ MLA ਦੇ ਘਰ ਦੇ ਬਾਹਰ ਤਖਤੀਆਂ ਲੈ ਕੇ ਬਹਿ ਜਾਂਦੀਆਂ ਵੀ ਸਾਡਾ 1000 ਰੁਪਇਆ ਦਿਓ। ਕਿੱਥੇ ਹੈ ਬੀਬੀਆਂ ਦਾ 1000 ਰੁਪਇਆ? ਜਿਹੜਾ ਤੁਸੀਂ ਤੁਹਾਡੇ CM ਕਹਿੰਦੇ ਹੁੰਦੇ ਸੀ ਵੀ ਹੈਲੀਕਾਪਟਰ ਨੂੰ ਝੂਟਾ ਬਣਾਇਆ ਹੋਇਆ, ਜੇ ਅੱਜ RTI ਪਾਈ ਜਾਂਦੀ ਹੈ ਤੇ ਤੁਸੀਂ ਕਹਿ ਦਿੰਦੇ ਹੋ ਜੀ CM ਦੀ ਸਿਕਿਉਰਿਟੀ ਨੂੰ ਖਤਰਾ ਹੈ ਤੇ ਅਸੀਂ RTI ਦੇ ਵਿੱਚ ਉਹਦਾ ਕੋਈ ਡਾਟਾ ਨਹੀਂ ਦੇ ਸਕਦੇ। ਤੁਸੀਂ ਗੱਲਾਂ ਕੀ ਕਰ ਰਹੇ ਹੋ? ਤੁਸੀਂ ਪੰਜਾਬ ਦੇ ਲਈ ਗੱਲਾਂ ਕਰੋ। ਜਿਹੜਾ ਤੁਸੀਂ ਇਹ ਡਰਾਮਾ ਰਚਿਆ, ਤੁਸੀਂ ਕਹਿ ਰਹੇ ਹੋ ਜੀ ਅਸੀਂ ਕੌਨਫੀਡੈਂਸ ਮੋਸ਼ਨ ਲਿਆਉਣ ਲਈ ਅਸੀਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਰਹੇ ਆ। ਇਹਦਾ ਮਤਲਬ ਤੁਹਾਨੂੰ ਆਪਣੇ MLA ਤੇ ਯਕੀਨ ਨਹੀਂ ਵੀ ਉਹ ਤੁਹਾਡੇ ਨਾਲ ਨੇ। ਅਗਰ ਤੁਸੀਂ ਕੌਨਫੀਡੈਂਸ ਮੋਸ਼ਨ ਲੈ ਕੇ ਆਣਾ ਹੈ, ਕਨਸਟੀਟਿਊਸ਼ਨ ਦੇ ਵਿੱਚ ਕੋਈ ਇਹ ਜਿਹੀ ਕੌਨਫੀਡੈਂਸ ਮੋਸ਼ਨ ਦੇ ਲਈ ਕੋਈ ਵੀ ਪ੍ਰਾਵਧਾਨ ਨਹੀਂ ਹੈਗਾ, ਸਿਰਫ ਨੋ ਕੌਨਫੀਡੈਂਸ ਮੋਸ਼ਨ ਲਈ ਹੈਗਾ। ਇਹਦੇ ਵਿੱਚ ਪੈਸਾ ਕਿਹਦਾ ਲੱਗ ਰਿਹਾ? ਪੰਜਾਬ ਦੇ ਲੋਕਾਂ ਦਾ ਲੱਗ ਰਿਹਾ। ਉਹੀ ਜੇ ਤੁਹਾਨੂੰ ਇੰਨਾ ਸ਼ੌਂਕ ਚੜਿਆ ਤੇ ਤੁਸੀਂ ਆਪਣੇ ਪੈਸਿਆਂ ਦੇ ਨਾਲ ਕੌਨਫੀਡੈਂਸ ਮੋਸ਼ਨ ਲੈ ਕੇ ਆਓ, ਇਮਾਨਦਾਰੀ ਦਾ ਸਬੂਤ ਦਿਓ ਵੀ ਹਾਂਜੀ ਅਸੀਂ ਲੋਕਾਂ ਦਾ ਪੈਸਾ ਖਰਚ ਨਹੀਂ ਕਰਾਵਾਂਗੇ। ਦੇਖੋ ਲੋਕ ਤੁਹਾਨੂੰ ਜਾਣ ਚੁੱਕੇ ਆ। ਤੁਸੀਂ ਕਿਹੜਾ ਵਾਅਦਾ ਅੱਜ ਤੱਕ ਪੂਰਾ ਕੀਤਾ ਹੈ? ਤੁਸੀਂ ਤਾਂ ਇਹ ਕਹਿ ਰਹੇ ਸੀ ਵੀ 24 ਘੰਟੇ ਸਾਨੂੰ ਦਿਓ, 24 ਘੰਟਿਆਂ ਦੇ ਵਿੱਚ ਆ ਕੇ ਅਸੀਂ ਸਾਰਾ ਕੁਝ ਕਰ ਦਾਂਗੇ। ਤੁਸੀਂ ਕਹਿ ਰਹੇ ਹੋ ਵੀ ਜੇ ਪਿਛਲੇ ਇੰਨੇ ਸਾਲਾਂ ਤੋਂ ਜਿਹੜਾ ਜ਼ਖਮ ਹੈ ਉਹ ਨਾਸੂਰ ਬਣ ਗਿਆ, ਉਦੋਂ ਤਾਂ ਤੁਸੀਂ ਆਪਣੇ ਆਪ ਨੂੰ MS ਸਰਜਨ ਦੇ ਤੌਰ ਤੇ ਲੋਕਾਂ ਨੂੰ ਦੱਸਿਆ ਵੀ ਅਸੀਂ ਤਾਂ 24 ਘੰਟੇ ਜਾਂਦੇ ਸਰ, ਸਾਡੇ ਕੋਲ ਇਦਾਂ ਦੀ ਦਵਾ ਹੈ ਵੀ ਅਸੀਂ ਸਾਰਾ ਕੁਝ ਖਤਮ ਕਰ ਦਾਂਗੇ। ਤਾਂ ਇਹ ਜਿਹੜੀਆਂ ਚੀਜ਼ਾਂ ਇਹ ਪੰਜਾਬ ਦੇ ਲੋਕ ਅੱਜ ਤੁਹਾਡੇ ਤੋਂ ਜਵਾਬ ਮੰਗ ਰਹੇ ਆ। ਅਸੀਂ ਗੱਲ ਕਰੀਏ ਸੱਚੀ ਸੁੱਚੀ। ਤੁਸੀਂ ਹਰੇਕ ਗੱਲ ਨੂੰ ਘੁਮਾ ਕੇ ਕਹਿੰਦੇ ਹੋ ਜੀ ਵੀ ਪਿਛਲੇ 25 ਸਾਲਾਂ ਦੇ ਵਿੱਚ ਤੁਸੀਂ ਅੱਜ ਕੀ ਕਰ ਰਹੇ ਹੋ? ਲੋਕਾਂ ਨੂੰ ਅੱਜ ਕੀ ਮਿਲ ਰਿਹਾ? ਲੋਕਾਂ ਨੂੰ ਰੇਤਾ ਨਹੀਂ ਮਿਲ ਰਿਹਾ। ਜਿਹੜੇ ਸਾਡੇ ਤੁਸੀਂ ਗੱਲਾਂ ਕਰ ਰਹੇ ਹੋ ਵੀ ਅਸੀਂ ਨੌਕਰੀਆਂ ਦਿੱਤੀਆਂ, ਟੀਚਰਾਂ ਨੂੰ, ਅਸਿਸਟੈਂਟ ਪ੍ਰੋਫੈਸਰਾਂ ਨੂੰ ਕੁੱਟਿਆ ਜਾ ਰਿਹਾ, ਸਾਡੀਆਂ ਧੀਆਂ ਤੇ ਭੈਣਾਂ ਦੀਆਂ ਚੁੰਨੀਆਂ ਖਿੱਚ ਕੇ ਉਹਨਾਂ ਨੂੰ ਬੱਸਾਂ 'ਚ ਸੁੱਟਿਆ ਜਾ ਰਿਹਾ।
ਪਾਣੀ ਦੀ ਟੈਂਕੀ ਦੇ ਵਿੱਚ ਪਾਣੀ ਨਾ ਆਉਂਦਾ ਹੋਵੇ, ਦਿਨ ਪ੍ਰਤੀ ਦਿਨ ਉੱਥੇ ਲੋਕ ਚੜ ਰਹੇ ਨੇ। ਲਾਈਨਮੈਨ ਅੱਜ ਕੱਲ ਇਲੈਕਟ੍ਰਿਸਿਟੀ ਠੀਕ ਕਰਨ ਨਾਲੋਂ ਟਾਵਰਾਂ ਤੇ ਚੜੇ ਹੋਏ ਨੇ ਸਰਕਾਰ ਦੇ ਖਿਲਾਫ। ਤੁਸੀਂ ਕੀ ਗੱਲਾਂ ਕਰ ਰਹੇ ਹੋ? ਤੁਸੀਂ ਸੱਚ ਤਾਂ ਦੇਖੋ ਜਾ ਕੇ। ਤੁਸੀਂ ਕਿਹੜਾ ਚਸ਼ਮਾ ਲਾਇਆ ਹੋਇਆ? ਸਿਰਫ ਇਹ ਤੁਸੀਂ ਕਰ ਰਹੇ ਹੋ ਵੀ ਜਦੋਂ ਪੰਜਾਬ ਦੇ ਵਿੱਚ ਲੋਕ ਤੁਹਾਡੇ ਤੋਂ ਕੋਈ ਕੁਐਸਚਨ ਪੁੱਛਣ ਲੱਗਦੇ ਆ ਤਾਂ ਤੁਸੀਂ ਇੱਕ ਨਵਾਂ ਐਪੀਸੋਡ ਲੈ ਕੇ ਆ ਜਾਂਦੇ ਹੋ। ਕੌਨਫੀਡੈਂਸ ਮੋਸ਼ਨ ਦਾ ਅਗਰ ਤੁਹਾਨੂੰ ਹੈਗਾ, ਇਹਦਾ ਮਤਲਬ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਵੀ ਤੁਹਾਡੇ ਆਪਦੇ 92 ਐਮਐਲਏ ਤੇ ਤੁਹਾਨੂੰ ਯਕੀਨ ਨਹੀਂ ਹੈਗਾ ਤੇ ਤੁਸੀਂ ਉਹਨਾਂ ਦਾ ਫਲੋਰ ਟੈਸਟ ਕਰਵਾਉਣਾ ਚਾਹੁੰਦੇ ਹੋ। ਉਹਦਾ ਜਿਹੜਾ ਵਿੱਤੀ ਖਰਚਾ ਪਏਗਾ ਅੱਜ ਤੁਸੀਂ ਟੀਵੀ ਤੇ ਦੱਸ ਦਿਓ, ਸਾਰੇ ਤੁਹਾਨੂੰ ਪੰਜਾਬ ਦੇਖ ਰਿਹਾ, ਕਿ ਆਮ ਆਦਮੀ ਪਾਰਟੀ ਆਪਣੀ ਜੇਬ ਚੋਂ ਦੇਗਾ ਕਿ ਉਹ ਵੀ ਪੰਜਾਬ ਸਰਕਾਰ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਦੇ ਕੋਲੋਂ ਜਿਹੜਾ ਟੈਕਸ ਕਲੈਕਟ ਕੀਤਾ ਜਾਂਦਾ ਉਹਦੇ ਵਿੱਚੋਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਏਗਾ? ਠੀਕ ਹੈ ਮਲਹੋਤਰਾ ਜੀ, ਜਵਾਬ ਤੁਸੀਂ ਦਿਓ। ਕਾਫੀ ਸਾਰੇ ਐਲੀਗੇਸ਼ਨਸ ਕਹੀਏ ਜਾਂ ਕਾਫੀ ਸਾਰੀ ਚੀਜ਼ਾਂ ਕਹੀਆਂ ਗਈਆਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ। 6 ਮਹੀਨੇ ਹੋ ਚੁੱਕੇ ਨੇ ਸਰਕਾਰ ਨੂੰ ਹੁਣ। ਦੇਖੋ ਪੂਜਾ ਜੀ, ਮੈਂ ਮਾਫੀ ਚਾਹਨਾ, ਮੇਰਾ ਕਨੈਕਸ਼ਨ ਵਿੱਚ ਟੁੱਟ ਗਿਆ ਸੀ, ਪਰ ਚੀਜ਼ਾਂ ਸੁਣੀਆਂ ਨਾ ਗਿਆ, ਮੈਂ ਉਹਨਾਂ ਦਾ ਜਵਾਬ ਨਾ ਹੈ। ਅੱਜ ਅਕਾਲੀ ਦਲ ਐ ਗੱਲ ਕਰ ਰਿਹਾ ਜਿਵੇਂ ਦੁੱਧ ਦਾ ਧੋਤਾ ਹੋਵੇ। ਜਿਸ ਪਾਰਟੀ ਦਾ ਪ੍ਰਧਾਨ ਮਾਫੀਆ ਆਪ ਚਲਾਉਂਦਾ ਰਿਹਾ ਹੋਵੇ, 1700 ਬੱਸਾਂ ਚਲਾਉਂਦਾ ਰਿਹਾ ਹੋਵੇ, ਹਿੱਸੇ ਮੰਗਦਾ ਰਿਹਾ ਹੋਵੇ, ਜਿਸ ਦਾ ਮਿਨਿਸਟਰ ਜਿਹੜਾ ਹੈ ਉਹ ਨਸ਼ੇ ਦੇ ਕੇਸ ਵਿੱਚ 6 ਮਹੀਨੇ ਕੈਦ ਕੱਟ ਕੇ ਆਇਆ ਹੋਏ ਤੇ ਬੇਲ ਤੇ ਬਾਹਰ ਹੋਏ, ਅੱਜ ਉਹ ਦੂਜੀਆਂ ਪਾਰਟੀਆਂ ਤੇ ਇਲਜ਼ਾਮ ਲਾ ਰਹੇ ਹੈ। ਉਹ ਜਨਾਬ ਤੁਹਾਡੀ ਭਾਈਵਾਲ ਪਾਰਟੀ, ਤੁਹਾਡੇ ਕੋਲ ਐਵੀਡੈਂਸ ਹੈ, ਤੁਹਾਡੇ ਕੋਲ ਐਵੀਡੈਂਸ ਹੈ, ਤੁਸੀਂ ਕਾਰਵਾਈ ਕਰੋ। ਇੱਕ ਮਿੰਟ ਹੁਣ ਪਰਮਵੀਰ ਤੁਸੀਂ ਜੀ ਆਪਣੀ ਗੱਲ ਕਹਿ ਲਈ ਨਾ, ਜਵਾਬ ਲੈ ਲਓ ਇੱਕ ਵਾਰੀ, ਉਸ ਤੋਂ ਬਾਅਦ ਕਾਊਂਟਰ। ਤੁਹਾਡੇ ਕੋਲ ਮੋਦੀ ਸਾਹਿਬ ਹੈਗੇ ਆ ਤੁਹਾਡੇ, ਜਿਨ੍ਹਾਂ ਤੋਂ ਤੁਸੀਂ ਲੋਕਾਂ ਨੂੰ ਦਿਖਾਣ ਲਈ ਤਾਂ ਡਿਵੋਰਸ ਲਿੱਤਾ, ਲੇਕਿਨ ਇਕੱਠੇ ਹੈਗੇ ਉਹਨਾਂ ਨਾਲ। ਉਹਨਾਂ ਨੂੰ ਕਹੋ ਨਾ ਈਡੀ ਦੀ ਰੇਡ ਮਾਰ ਲੈਣ, ਇੱਥੇ ਸੀਬੀਆਈ ਦੀ ਰੇਡ ਮਾਰ ਲੈਣ, ਜੇ ਉਹਨਾਂ 'ਚ ਹਿੰਮਤ ਹੈਗੀ ਹੈ। ਜੇ ਇੱਕ ਪੈਸਾ ਵੀ ਸਾਡੀ ਸਰਕਾਰ ਵਿੱਚ ਕਿਸੇ ਨੇ ਖਾਧਾ ਹੈਗਾ, ਅਸੀਂ ਤਾਂ ਹਜੇ, ਸਾਡਾ ਮਿਨਿਸਟਰ ਗੱਲ ਕਰ ਰਿਹਾ ਸੀਗਾ ਪੈਸੇ ਲੈਣ ਦੀ, ਅਸੀਂ ਤਾਂ ਉਹਨੂੰ ਫੜ ਲਿਆ। ਔਰ ਜਿਹੜੀ ਤੁਸੀਂ ਫੌਜਾ ਸਿੰਘ ਸਰਾਰੀ ਦੀ ਗੱਲ ਕਰਦੇ ਹੋ, ਜਨਾਬ ਸੀਐਮ ਸਾਹਿਬ ਬਾਹਰ ਸੀਗੇ, ਇਨਕੁਆਇਰੀ ਚੱਲ ਰਹੀ ਹੈ, ਜਦੋਂ ਬਹੁਤ ਛੇਤੀ ਇਹ ਕਲੀਅਰ ਹੋ ਜਾਊਗਾ। ਜੇ ਇਹ ਪ੍ਰੂਵ ਹੋਇਆ, ਸਾਨੂੰ ਤੁਹਾਡੇ ਤੋਂ ਸੁਣਨ ਦੀ ਲੋੜ ਨਹੀਂ ਹੈਗੀ, ਅਸੀਂ ਆਪ ਐਕਸ਼ਨ ਲਵਾਂਗੇ। ਜ਼ੀਰੋ ਟੋਲਰੈਂਸ ਟੂ ਕਰਪਸ਼ਨ ਮੀਨਸ ਜ਼ੀਰੋ ਟੋਲਰੈਂਸ ਟੂ ਕਰਪਸ਼ਨ। ਤੁਹਾਡੀ ਤਰ੍ਹਾਂ ਨਹੀਂ ਕਿ ਪਰਦੇ ਪਾ ਕੇ ਕਾਂਗਰਸ ਨਾਲ ਮਿਲ ਕੇ, ਭਾਜਪਾ ਨਾਲ ਮਿਲ ਕੇ 2014 ਦਾ ਭੋਲੇ ਨੇ ਕਿਹਾ ਕਿ ਜੀ ਮਿਲਿਆ ਹੋਇਆ, ਤੁਸੀਂ 8 ਸਾਲ ਤੱਕ ਉਹਦੀ FIR ਹੀ ਨਹੀਂ ਹੋਣ ਦਿੱਤੀ ਹੈ। ਇਹੋ ਜਿਹੇ ਕੰਮ ਨਹੀਂ ਅਸੀਂ ਕਰਦੇ, ਅਸੀਂ ਆਪ ਕਰਾਂਗੇ ਔਰ ਤੁਸੀਂ ਦੇਖੋਗੇ, ਸਾਰੀ ਦੁਨੀਆ ਦੇਖੇਗੀ। ਠੀਕ ਹੈ, ਮੇਰਾ ਸਵਾਲ ਦਲਜੀਤ ਚੀਮਾ ਜੀ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗੀ। ਇੱਕ ਮਿੰਟ, ਅਸੀਂ ਜਿਹੜੇ ਸਿਆਸੀ ਮਾਹਿਰ ਨੇ ਸਰ, ਤੁਸੀਂ ਲੰਬੇ ਸਮੇਂ ਤੋਂ ਸਿਆਸਤ ਦੇਖਦੇ ਆ ਰਹੇ ਹੋ, ਮਾਈਨਿੰਗ ਦਾ ਮੁੱਦਾ ਹੋ, ਡਰੱਗਸ ਦਾ ਮੁੱਦਾ ਹੋ, ਇਹ ਸਾਰੇ ਮੁੱਦੇ ਬਹੁਤ ਹੀ ਜ਼ਿਆਦਾ ਕਾਮਨ ਰਹੇ ਨੇ ਜਾਂ ਕਹੀਏ ਸਮੇਂ ਤੇ ਜਿਹੜੇ ਹੈ ਇਹ ਸਾਹਮਣੇ ਅਸੀਂ ਦੇਖੇ ਵੀ ਨੇ। ਮਾਈਨਿੰਗ ਨੂੰ ਲੈ ਕੇ ਹੁਣ ਜਿਵੇਂ ਵਿਜੀਲੈਂਸ ਨੂੰ ਲੈਟਰ ਲਿਖਿਆ ਗਿਆ, ਇਸ ਤੋਂ ਇਲਾਵਾ CBI ਜਾਂਚ ਦੀ ਮੰਗ ਕੀਤੀ ਗਈ ਹੈ। ਇੱਕ ਪਾਸੇ ਕਿਹਾ ਜਾਂਦਾ ਹੈ ਕਿ CBI ਤੇ ED ਜਿਹੜੀ ਹੈ ਸੈਂਟਰਲ ਏਜੰਸੀਆਂ ਹੈ ਤੇ ਸੈਂਟਰ ਜਿਹੜਾ ਹੈ ਆਪਣੇ ਕੰਟਰੋਲ ਦੇ ਰਾਹੀਂ ਇਹਨਾਂ ਚੀਜ਼ਾਂ ਨੂੰ ਕਰਦੇ, ਤੇ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ CBI ਜਾਂਚ ਹੋਣੀ ਚਾਹੀਦੀ ਹੈ। ਕਿਵੇਂ ਦੇਖਦੇ ਹੋ ਸਰ ਇਹਨਾਂ ਗੱਲਾਂ ਨੂੰ ਤੇ ਇਸ ਪੂਰੇ ਐਪੀਸੋਡ ਨੂੰ ਜਿਹੜਾ ਅੱਜ ਹੋਇਆ ਹੈ? ਦੇਖੋ, ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਮਲਹੋਤਰਾ ਸਾਹਿਬ ਆਮ ਆਦਮੀ ਪਾਰਟੀ ਵੱਲੋਂ ਇੱਥੇ ਆਏ ਨੇ। ਮੈਂ ਕਈ ਵਾਰੀ ਇੱਥੇ ਆਇਆ ਤੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਇੱਥੇ ਹਾਜ਼ਰ ਨਹੀਂ ਸੀ ਹੁੰਦਾ, ਤੇ ਅੱਜ ਆਏ ਨੇ। ਇਹਦਾ ਮਤਲਬ ਇਹ ਗਵਰਨਮੈਂਟ ਹੌਲੀ ਹੌਲੀ ਚੱਲ ਰਹੀ ਹੈ, ਠੀਕ ਚੱਲ ਰਹੀ ਹੈ। ਤਾਂ ਮੈਂ ਬੜੇ ਲੰਬੇ ਸਿਰ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਹੁਣ ਤੱਕ ਦੀਆਂ ਗਵਰਨਮੈਂਟਾਂ ਦੇਖੀਆਂ ਨੇ, ਬੀਇੰਗ ਏ ਪੰਜਾਬੀ, ਔਰ ਮੈਨੂੰ ਨਹੀਂ ਸਮਝ ਲੱਗਦੀ ਵੀ ਕੋਈ ਵੀ ਸਿਆਸਤਦਾਨ ਜਾਂ ਕੋਈ ਵੀ ਗਵਰਨਮੈਂਟ ਇਹੋ ਜਿਹੀ ਸੀ ਕਿ ਜਿਹੜੀ ਬਿਲਕੁਲ ਦੁੱਧ ਦੀ ਧੁਲੀ ਹੋਈ ਸੀ, ਜਿਹਦੇ ਵਿੱਚ ਕਰਪਸ਼ਨ ਨਹੀਂ ਸੀ, ਜਿਹਦੇ 'ਚ ਹੇਰਾਫੇਰੀ ਨਹੀਂ ਸੀ, ਜਿਹਦੇ 'ਚ ਗੜਬੜ ਨਹੀਂ ਸੀ। ਇਹ ਇੱਕ ਹਿੱਸਾ ਹੈ, ਜਿਹੜੀ ਵੀ ਪਾਰਟੀ ਪਾਵਰ ਚਾਹੁੰਦੀ ਹੈ, ਗਵਰਨਮੈਂਟ ਚਾਹੁੰਦੀ ਹੈ, ਉਹ ਕੁਛ ਨਾ ਕੁਛ ਇਹੋ ਜਿਹੀਆਂ ਗੱਲਾਂ ਕਰਦੀ ਹੈ, ਔਰ ਇਸ ਕਰਕੇ ਉਹ ਆ ਜਾਂਦੇ ਨੇ ਲਾਈਮਲਾਈਟ ਦੇ ਵਿੱਚ, ਕਿਉਂਕਿ ਆਪੋਜੀਸ਼ਨ ਜਿਹੜੀ ਹੈ ਉਹ ਬੜੀ ਅਗਰੈਸਿਵ ਤੇ ਅਸਰਟਿਵ ਹੁੰਦੀ ਹੈ। ਹੁਣ ਇਸ ਕੇਸ ਦੇ ਵਿੱਚ ਜਿਹੜਾ ਪ੍ਰੈਜ਼ੈਂਟ ਕੇਸ ਹੈ, ਇੱਕ ਗੱਲ ਤਾਂ ਉਸ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਸਾਡੇ ਕਿੰਨੇ ਇੰਪੋਰਟੈਂਟ ਮੁੱਦੇ ਨੇ ਪੰਜਾਬ ਦੇ। ਹੈਲਥ ਦਾ ਮੁੱਦਾ ਹੋਏ, ਡਰੱਗਸ ਦਾ ਮੁੱਦਾ ਹੋਏ, ਬੱਚਿਆਂ ਦੇ ਬਾਰੇ ਮੁੱਦਾ ਹੋਏ, ਉਹਨਾਂ ਦੇ ਅਸੀਂ ਉਹਨਾਂ ਨੂੰ ਡਿਸਕਸ ਕਰਨ ਦੀ ਬਜਾਏ ਅੱਜ ਕਿੰਨੀ ਮਾੜੀ ਹਾਲਤ ਹੈ ਪੰਜਾਬ ਦੀ ਕਿ ਅੱਜ ਡਿਸਕਸ ਅਸੀਂ ਕੀ ਕਰ ਰਹੇ ਹਾਂ। ਔਰ ਜਿਹੋ ਜਿਹੀ ਬਿਟਰਨੈਸ ਮੈਂ ਦੇਖ ਰਿਹਾ ਇੱਥੇ ਜਿਹੜੇ ਸਪੋਕਸਪਰਸਨ ਆਏ ਹੋਏ ਨੇ, ਆਪਸ ਦੇ ਵਿੱਚ ਜਿਹੜੀ ਬਿਟਰਨੈਸ ਹੈ, ਇਹਦਾ ਮਤਲਬ ਵੀ ਸਾਡੇ ਜਿਹੜੇ ਸਿਆਸਤਦਾਨ ਨੇ, ਸਾਡੇ ਲੀਡਰ ਜਿਹੜੇ ਨੇ, ਉਹ ਸਟੇਟਸਮੈਨ ਹੀ ਨਹੀਂ। ਸਟੇਟਸਮੈਨ ਤੇ ਪੋਲੀਟੀਸ਼ੀਅਨ ਹੋਣ ਦੇ ਵਿੱਚ ਫਰਕ ਹੈ ਨਾ। ਔਰ ਇਹ ਫੈਕਟ ਹੈ ਕਿ ਵੀ ਆਰ ਏ ਕਰਪਟ ਨੇਸ਼ਨ। ਇਹ ਵੀ ਫੈਕਟ ਹੈ ਕਿ ਵੀ ਆਰ ਕਰਪਟ, ਪੰਜਾਬ ਸਟੇਟ ਇਜ਼ ਕਰਪਟ।
और वी आर इनसेंसिटिव पीपल। बड़े अच्छे भी लोग होंगे, मैं एज ए पंजाबी ये नहीं कहता भी सारे पंजाबी करप्ट ने, सारे पंजाबी ਜਿਹੜੇ इनसेंसिटिव ने, पर ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵੀ ਡੋਂਟ ਟੇਕ प्राइड इन बीइंग इंडियन, वी डोंट टेक प्राइड इन बीइंग पंजाबी। अदरवाइज एक अच्छा पंजाबी क्यों ना कुछ ਇਹੋ ਜਿਹੀਆਂ ਸੋਚ ਰੱਖੇ ਕਿ ਪੰਜਾਬ ਨੂੰ ਅੱਗੇ ਵਧਣ ਵਾਸਤੇ ਅਸੀਂ ਘੱਟ ਤੋਂ ਘੱਟ ਇਹੋ ਜਿਹੀ ਡਿਸਰਪਸ਼ਨ ਜਿਹੜੀ ਹੈ ਹੁਣ, ਕਿਉਂਕਿ ਇੱਕ ਪਾਰਟੀ ਆਈ ਹੈ ਜਿਹੜੀ ਪ੍ਰੋਐਕਟਿਵ ਹੈ ਇਨ ਗਵਰਨੈਂਸ। ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਇੱਕ ਤੇ ਹੁੰਦੇ ਨੇ ਪ੍ਰੋਐਕਟਿਵ, ਦੂਜੇ ਹੁੰਦੇ ਨੇ ਪੈਸਿਵਲੀ ਰਿਸਪੌਂਸਿਵ। ਜਿਹੜੀਆਂ ਪੁਰਾਣੀਆਂ ਗਵਰਨਮੈਂਟਾਂ ਕਈ ਮੈਂ ਦੇਖਦਾ ਰਿਹਾ ਔਰ ਮੈਂ ਨਾਂ ਨਹੀਂ ਲਵਾਂਗਾ ਕਿ ਪੈਸਿਵਲੀ ਰਿਸਪੌਂਸਿਵ ਦਾ ਇਹ ਮਤਲਬ ਹੁੰਦਾ ਹੈ ਵੀ ਜੇ ਕੋਈ ਮੁੱਦਾ ਆਇਆ ਉਹਦੇ ਉੱਤੇ ਥੋੜ੍ਹਾ ਬਹੁਤ ਐਕਸ਼ਨ ਕਰੋ ਔਰ ਜੇ ਤੁਹਾਨੂੰ ਸੂਟ ਕਰਦਾ ਤੇ ਐਕਸ਼ਨ ਕਰੋ, ਨਹੀਂ ਤੇ ਨਾ ਕਰੋ। ਹੁਣ ਜਿਹੜੇ ਪ੍ਰੋਐਕਟਿਵ ਗਵਰਨਮੈਂਟਸ ਹੁੰਦੀਆਂ ਨੇ, ਜਿਵੇਂ ਮੈਨੂੰ ਲੱਗਦਾ ਪਿਆ ਆਮ ਆਦਮੀ ਪਾਰਟੀ ਪ੍ਰੋਐਕਟਿਵ ਹੈ ਔਰ ਵਾਕਿਆ ਹੀ ਇਹਨਾਂ ਨੇ, ਕਿਉਂਕਿ ਜਦੋਂ ਪਾਵਰ 'ਚ ਆਏ ਤੇ ਕੁਛ ਮੁੱਦੇ ਇਹਨਾਂ ਨੇ ਕਹੇ ਵੀ ਅਸੀਂ ਜ਼ੀਰੋ ਟੋਲਰੈਂਸ ਟੂ ਕਰਪਸ਼ਨ, ਜੇ ਉਹ ਕਿੱਥੋਂ ਤੱਕ ਇਹ ਕਾਮਯਾਬ ਹੁੰਦੇ ਨੇ, ਕਿੱਥੋਂ ਤੱਕ ਇਹਨਾਂ ਦੀ ਨੀਅਤ ਠੀਕ ਹੈ ਔਰ ਕੀ ਇਹ ਕਰ ਰਹੇ ਨੇ, ਇਹ ਤਾਂ ਇੱਕ ਐਨਾਲਿਸਿਸ ਦਾ ਜਾਂ ਸਾਰੇ ਜਿਵੇਂ ਕਹਿ ਰਹੇ ਨੇ ਉਹਦਾ ਵਿਸ਼ਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗਵਰਨਮੈਂਟ ਜਦੋਂ ਵੀ ਐਕਸ਼ਨ ਲਏਗੀ, ਕੋਈ ਵੀ ਗਵਰਨਮੈਂਟ, ਤੇ ਆਪੋਜੀਸ਼ਨ ਜਿਹੜੀ ਹੈ ਉਹ ਇਕੱਠੀ ਹੋ ਕੇ ਉਹਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਔਰ ਮਾਈਨਿੰਗ ਦੇ ਵਿੱਚ ਇਹ ਫੈਕਟ ਹੈ ਕਿ ਸਾਰੀਆਂ ਗਵਰਨਮੈਂਟਾਂ, ਪ੍ਰੀਵੀਅਸ ਗਵਰਨਮੈਂਟ ਚਾਹੇ ਉਹ ਅਕਾਲੀਆਂ ਦੀ ਹੋਏ ਚਾਹੇ ਕਾਂਗਰਸ ਦੀ ਹੋਏ, ਇਹ ਇੱਕਦਮ ਹਾਲਾਤ ਇਹੋ ਜਿਹੇ ਨਹੀਂ ਪੈਦਾ ਹੋ ਗਏ ਕਿ BSF ਤੇ ਆਰਮੀ ਨੂੰ ਕਹਿਣ ਦੀ ਲੋੜ ਪੈ ਗਈ ਕਿ ਦੇਖੋ ਜੀ ਇਹ ਖਤਰਾ ਬਣ ਗਿਆ। ਇਹ ਇੱਕਦਮ ਥੋੜ੍ਹੇ ਹਾਲਾਤ ਪੈਦਾ ਹੋ ਗਏ ਨੇ। ਇਟ ਹੈਜ਼ ਬੀਨ ਹੈਪਨਿੰਗ ਫਾਰ ਈਅਰਸ ਐਂਡ ਈਅਰਸ। ਔਰ ਇਸ ਕਰਕੇ ਸਿਚੁਏਸ਼ਨ ਇਹੋ ਜਿਹੀ ਹੈ, ਮੈਂ ਤਾਂ ਅਪੀਲ ਕਰਨਾ ਚਾਹੁੰਦਾ ਸਾਰੀਆਂ ਪਾਰਟੀਜ਼ ਨੂੰ ਕਿ ਇਹ ਅਸੀਂ ਕਿਉਂ ਲੜ ਰਹੇ ਹਾਂ ਇਹਨਾਂ ਛੋਟੀਆਂ ਚੀਜ਼ਾਂ, ਇਸ਼ੂ ਦੇ ਉੱਤੇ ਐਕਸ਼ਨ ਲੈਣ ਦਿਓ। ਔਰ ਜੇ ਉਹਦੇ 'ਚ ਉਹ ਕਲੀਅਰ ਹੋ ਕੇ KP ਸਿੰਘ ਹੋਏ, ਦੂਸਰੇ ਬੰਦੇ ਜੋ ਵੀ ਹੋਣ, ਜੇ ਉਹ ਆ ਜਾਂਦੇ ਨੇ, ਅਜੇ ਕਿਸੇ ਨੂੰ ਦੋਸ਼ੀ ਤਾਂ ਨਹੀਂ ਠਹਿਰਾਇਆ ਗਿਆ ਨਾ, ਇਨਕੁਆਇਰੀ ਹੋ ਰਹੀ ਹੈ, ਲੈਟ ਦੇयर ਬੀ ਇਨਕੁਆਇਰੀ ਦੇ ਵਿੱਚ ਜੇ ਉਹ ਬੰਦੇ ਆਉਂਦੇ ਨੇ, ਚਾਹੇ ਉਹ ਆਮ ਆਦਮੀ ਪਾਰਟੀ ਦੇ ਹੋਣ ਜਾਂ ਕਾਂਗਰਸ ਜਾਂ ਕਿਸੇ ਸ਼੍ਰੋਮਣੀ ਅਕਾਲੀ ਦਲ ਜਾਂ BJP ਦੇ ਹੋਣ, ਉਹਦੇ 'ਚ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਏ ਔਰ ਉਹਨਾਂ ਨੂੰ ਇਹੋ ਜਿਹੀ ਐਗਜ਼ਾਮਪਲਰੀ ਪਨਿਸ਼ਮੈਂਟ ਦਿੱਤੀ ਜਾਏ ਕਿ ਦੁਬਾਰਾ ਲੋਕੀ ਇਹੋ ਜਿਹਾ ਕੰਮ ਕਰਨ ਤੋਂ 100 ਵਾਰੀ ਸੋਚਣ। ਹੁਣ ਹੁੰਦਾ ਇਹ ਹੈ ਕਿ ਜਦੋਂ ਵੀ ਕੋਈ ਮਿਸ ਗਵਰਨੈਂਸ ਜਾਂ ਬੈਡ ਗਵਰਨੈਂਸ ਜਾਂ ਪੂਅਰ ਗਵਰਨੈਂਸ ਹੁੰਦੀ ਹੈ, ਹੋਰ ਰੂਲ ਐਕਟ ਲਾ ਬਣਾ ਦਿੰਦੇ ਨੇ। ਦੇ ਮੋਰ ਦੇ ਪੂਅਰ ਦੀ ਗਵਰਨੈਂਸ, ਮੋਰ ਲਾਜ਼ ਐਂਡ ਮੋਰ ਰੂਲਸ ਐਂਡ ਮੋਰ ਰੈਗੂਲੇਸ਼ਨ, ਉਹਨਾਂ ਨੂੰ ਕੱਢਣ ਵਾਸਤੇ ਹੋਰ ਲੋਕੀ ਰਸਤੇ ਲੱਭ ਲੈਂਦੇ ਨੇ। ਇਹਦਾ ਇਲਾਜ ਇੱਕੋ ਹੀ ਹੈ ਕਿ ਪ੍ਰੋਪਰ ਫੇਅਰ ਇਨਕੁਆਇਰੀਜ਼ ਕੀਤੀਆਂ ਜਾਣ, ਪ੍ਰੋਪਰ ਐਂਡ ਫੇਅਰ ਰੀਜ਼ਨੇਬਲ ਇਨਕੁਆਇਰੀ ਕੀਤੀ ਜਾਣ ਔਰ ਉਹਦੇ ਉੱਤੇ ਸਟ੍ਰਿਕਟ ਐਕਸ਼ਨ ਲਿਆ ਜਾਏ, ਚਾਹੇ ਉਹ ਕੋਈ ਵੀ ਹੋਏ, ਇਰਰਿਸਪੈਕਟਿਵ ਆਫ ਦੀ ਪਾਰਟੀ ਅਲਾਇੰਸਿਸ। ਇਹ ਜੇ ਹੋ ਜੇ ਤੇ ਆਪਣੇ ਆਪ ਇੱਕ ਕਿਸਮ ਦਾ ਥੋੜ੍ਹਾ ਜਿਹਾ ਕੰਟਰੋਲ ਆ ਜਾਏਗਾ। ਪਰ ਮੈਂ ਸਮਝਦਾ ਕਿ ਮੈਂ ਐਜ਼ ਏ ਇੰਡੀਪੈਂਡੈਂਟ ਪਰਸਨ ਕਿ ਇਹ ਜੋ ਐਕਸ਼ਨ ਕੀਤੇ ਜਾ ਰਹੇ ਨੇ ਇਹ ਹੋਣੇ ਚਾਹੀਦੇ ਨੇ ਔਰ ਅੱਛੀ ਗੱਲ ਹੈ ਕਿ ਹੋ ਰਹੇ ਨੇ ਔਰ ਦਿਖੇ ਵੀ ਲੋਕਾਂ ਨੂੰ। ਪੀਪਲ ਆਫ ਪੰਜਾਬ ਸ਼ੁੱਡ ਨੋ ਕਿ ਵਾਕਿਆ ਹੀ ਗਵਰਨਮੈਂਟ ਐਕਸ਼ਨ ਜਿਹੜੀ ਹੈ ਫੇਅਰ ਦਿਖਣਾ ਵੀ ਚਾਹੀਦਾ ਹੈ। ਯੂ ਸ਼ੁੱਡ ਨਾਟ ਓਨਲੀ ਬੀ ਫੇਅਰ, ਯੂ ਸ਼ੁੱਡ ਬੀ ਸੀਨ ਆਲਸੋ ਟੂ ਬੀ ਫੇਅਰ। सो लेट इट बी सीन दैट यू आर फेयर और फेयर एक्शन लो। ਉਹਦੇ 'ਚ ਮੇਰਾ ਖਿਆਲ ਹੈ ਕੋਈ ਗਲਤ ਨਹੀਂ ਔਰ ਕੰਮ ਠੀਕ ਹੈ, ਹੋਣਾ ਚਾਹੀਦਾ ਇਹੋ ਜਿਹੇ ਐਕਸ਼ਨ। ਠੀਕ ਹੈ, ਬਿਲਕੁਲ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਫੇਅਰਲੀ ਹੋਣੀ ਚਾਹੀਦੀ ਹੈ। ਹਾਲਾਂਕਿ ਐਲੀਗੇਸ਼ਨ ਹਮੇਸ਼ਾ ਲੱਗਦੇ ਨੇ ਕਿ ਸੈਂਟਰਲ ਏਜੰਸੀਜ਼ ਦਾ ਇਸਤੇਮਾਲ ਹੁੰਦੇ, ਦੁਰਵਰਤੋਂ ਕੀਤੀ ਜਾਂਦੀ ਹੈ। ਕੇਂਦਰ ਸਰਕਾਰ ਤੇ ਆਰੋਪ ਲੱਗਦੇ ਨੇ ਤੇ ਸਟੇਟ ਗਵਰਨਮੈਂਟਸ ਤੇ ਆਰੋਪ ਲੱਗਦੇ ਨੇ ਕਿ ਸਟੇਟ ਏਜੰਸੀਜ਼ ਦਾ ਗਲਤ ਇਸਤੇਮਾਲ ਕੀਤਾ ਜਾਂਦਾ ਹੈ, ਚਾਹੇ ਵਿਜੀਲੈਂਸ ਹੈ ਜਾਂ ਫਿਰ ਹੋਰ ਕੋਈ ਜਿਹੜੇ ਵੀ ਏਜੰਸੀਜ਼ ਨੇ। ਮੇਰਾ ਸਵਾਲ BJP ਦੇ ਜਿਹੜੇ ਬੁਲਾਰੇ ਨੇ ਉਹਨਾਂ ਤੋਂ ਨੇ। ਵਸੀਮ ਰਾਜਾ ਜੀ, ਸਰ ਕੱਲ ਇੱਕ ਤਾਂ ਫਲੋਰ ਟੈਸਟ ਹੈ ਆਮ ਆਦਮੀ ਪਾਰਟੀ ਦਾ, ਆਪਣਾ ਜਿਹੜੀ ਬਹੁਮਤ ਸਾਬਿਤ ਕਰੇਗੀ ਕੱਲ ਵਿਧਾਨ ਸਭਾ ਦੇ ਵਿੱਚ। ਦੂਜੇ ਪਾਸੇ ਰਾਜਪਾਲ ਹਾਲ ਫਿਲਹਾਲ ਦੇ ਵਿੱਚ ਬਾਰਡਰ ਏਰੀਆ ਦੇ ਵਿੱਚ ਗਏ ਸੀ, ਇੱਕ ਵੱਡੀ ਗੱਲ ਕਹਿ ਕੇ ਜਾਂਦੇ ਨੇ ਕਿ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ। ਦੂਜੇ ਪਾਸੇ ਇਹ ਕਹਿੰਦੇ ਨੇ ਕਿ ਦੇਸ਼ ਧਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਜਿਹੜੇ ਵੀ ਲੋਕ ਬਾਰਡਰ ਏਰੀਆਜ਼ ਦੇ ਵਿੱਚ ਮਾਈਨਿੰਗ ਕਰਦੇ ਨੇ। ਦੇਖੋ ਮੈਡਮ, ਸਭ ਤੋਂ ਲਾਸਟ ਦੇ ਵਿੱਚ ਮੈਨੂੰ ਮੌਕਾ ਮਿਲਿਆ, ਹੁਣ 2 ਮਿੰਟ ਮੈਨੂੰ ਮੇਰੇ ਸਾਰੇ ਸਵਾਲ, ਕਈ 2-3 ਸਵਾਲ ਜਿਹੜੇ ਆ ਆਮ ਆਦਮੀ ਪਾਰਟੀ ਦੇ ਬੁਲਾਰੇ ਜਿਹੜੇ ਜਿਸ ਤਰ੍ਹਾਂ ਬੋਲ ਰਹੇ ਸੀ, ਇਹ ਸਾਰਿਆਂ ਦੀ ਗੱਲਾਂ ਸੁਣੀਆਂ। ਆਮ ਆਦਮੀ ਪਾਰਟੀ ਦੀ ਇੱਕ ਸੂਤਰੀ ਕਾਰਜਕ੍ਰਮ ਹੈ। ਇਹ ਜਿਹੜੇ ਇਹਨਾਂ ਦੇ ਬੁਲਾਰੇ ਆਉਂਦੇ ਆ ਉਹ ਇਦਾਂ ਸਾਬਿਤ ਕਰਦੇ ਆ ਕਿ ਜਿੰਨੀ ਸਿਆਸੀ ਪਾਰਟੀਆਂ ਨੇ ਦੇਸ਼ ਦੀਆਂ ਉਹ ਸਾਰੀਆਂ ਕਰਪਟ ਤੇ ਸਾਰੀਆਂ ਚੋਰ ਆ, ਇਕੱਲੇ ਆਮ ਆਦਮੀ ਪਾਰਟੀ ਵਾਲੇ ਇਮਾਨਦਾਰ ਨੇ। ਮੈਂ ਇਹਨਾਂ ਦੀ ਇਮਾਨਦਾਰੀ ਤੇ ਗੱਲ ਕਹੂੰਗਾ। ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਇਸ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਨੇ ਰਾਜ ਕੀਤਾ ਪੰਜਾਬ 'ਚ ਦੋਹਾਂ ਹੱਥਾਂ ਨਾਲ ਲੁੱਟਿਆ। ਮੈਂ ਕਹੂੰਗਾ ਜਿਹੜੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ
ਜਿਹੜੀ ਕਿ ਕਹਿੰਦੀ ਸੀ ਕਿ ਸਾਨੂੰ ਇੱਕ ਵਾਰੀ ਮੌਕਾ ਦਿਓ, 30 ਦਿਨਾਂ ਦੇ ਵਿੱਚ ਸਾਰੀਆਂ ਕਮੀਆਂ ਨੂੰ ਦੂਰ ਕਰਾਂਗੇ। ਪੰਜਾਬ ਦੇ ਜਿੰਨੇ ਵੀ ਦੋਸ਼ ਨੇ, ਚਾਹੇ ਉਹ ਨਸ਼ਾ ਦਾ ਹੋਵੇ, ਮਾਈਨਿੰਗ ਦੀ ਗੱਲ ਹੋਵੇ, ਕਰਪਸ਼ਨ ਦੀ ਗੱਲ ਹੋਵੇ, ਸਾਰਿਆਂ ਨੂੰ ਦੂਰ ਕੀਤਾ ਜਾਏਗਾ। ਸਾਰੇ ਗਰੰਟੀਆਂ 30 ਦਿਨਾਂ 'ਚ ਪੂਰੀਆਂ ਕਰਾਂਗੇ। ਮੈਂ ਕਹੂੰਗਾ ਕਿ ਬਾਕੀ ਪਾਰਟੀਆਂ ਦੇ 2 ਹੱਥਾਂ ਨਾਲ ਲੁੱਟੇ, ਤੁਸੀਂ 4 ਹੱਥ ਲਾਏ ਹੋਏ ਪੰਜਾਬ ਨੂੰ ਲੁੱਟਣ ਦੇ। 2 ਹੱਥ ਕੇਜਰੀਵਾਲ ਦੇ ਤੇ 2 ਹੱਥ ਰਾਘਵ ਚੱਡਾ ਜੀ ਦੇ। ਉਹ ਚਾਰੋਂ ਹੱਥ ਜਿਹੜਾ ਪੰਜਾਬ ਨੂੰ ਲੁੱਟ ਰਹੇ ਨੇ, ਪੰਜਾਬ ਦਾ ਪੈਸਾ ਲੁੱਟ ਕੇ ਦਿੱਲੀ ਤੇ ਆਪਣੀ ਪਾਰਟੀ ਨੂੰ ਪੂਰੇ ਦੇਸ਼ ਦੇ ਵਿੱਚ ਖੜਾ ਕਰਨ ਦੇ ਵਿੱਚ ਉਹ ਪੈਸਾ ਜਿਹੜਾ ਇਸਤੇਮਾਲ ਹੋ ਰਿਹਾ। ਬਾਕੀ ਗੱਲ ਨਹੀਂ, ਪੰਜਾਬ ਦੇ ਮੁੱਖ ਮੰਤਰੀ ਸਾਹਿਬ, ਉਹਨਾਂ ਨੂੰ ਤਾਂ ਬਸ ਇੱਕ ਕਹਿ ਸਕਦੇ ਆ ਕਿ ਕੁਰਸੀ ਦਾ ਆਨੰਦ ਭੋਗ ਰਹੇ ਨੇ, ਪੂਰਾ ਦੇਸ਼ ਘੁੰਮ ਰਹੇ ਨੇ, ਵਿਦੇਸ਼ ਘੁੰਮ ਰਹੇ ਨੇ। ਉਹ ਤੇ ਆਪਣੀ ਮਸਤੀ ਦੇ ਵਿੱਚ ਲੱਗੇ ਆ, ਉਹਨਾਂ ਨੂੰ ਪੰਜਾਬ ਦੀ ਕੋਈ ਚਿੰਤਾ ਨਹੀਂ। ਉਹ ਪੰਜਾਬ ਦੇ ਵਿੱਚ ਸਮਾਂ ਘੱਟ ਬਿਤਾਉਂਦੇ ਨੇ, ਪੰਜਾਬ ਤੋਂ ਬਾਹਰ ਦਾ ਧਿਆਨ ਜ਼ਿਆਦਾ, ਪ੍ਰਚਾਰ ਤੇ ਕੰਪੇਨ ਦੇ ਵਿੱਚ ਜ਼ਿਆਦਾ ਧਿਆਨ ਦੇ ਰਹੇ ਆ। ਜਿਵੇਂ ਕਿ ਗੱਲ ਆਈ ਆ ਕਿ ਮਾਈਨਿੰਗ ਦੀ ਗੱਲ, ਬਾਰਡਰ ਏਰੀਆ ਦੇ ਵਿੱਚ ਜਿਹੜੀ ਅਵੈਧ ਮਾਈਨਿੰਗ ਹੋ ਰਹੀ ਆ, ਉਸ ਮਾਈਨਿੰਗ ਨੂੰ ਦੇਖ ਕੇ ਜਦੋਂ BSF ਨੇ ਐਫੀਡੇਵਿਟ ਦਿੱਤਾ ਕੋਰਟ ਦੇ ਵਿੱਚ, ਉਸ ਤੋਂ ਬਾਅਦ ਗਵਰਨਰ ਸਾਹਿਬ ਨੇ ਵੀ ਇਹ ਦੇਖਿਆ ਤੇ ਬਿਲਕੁਲ ਸਰਾਸਰ ਸਹੀ ਆ। ਅੱਜ ਤੱਕ ਕਦੀ ਨਹੀਂ ਹੋਇਆ। ਸਿਰਫ ਪੰਜਾਬ ਹੀ ਨਹੀਂ, ਪੰਜਾਬ ਤੋਂ ਇਲਾਵਾ ਵੀ ਕਈ ਸਟੇਟ ਹੈ ਜਿਹੜੇ ਕਿ ਹੁਣ ਜਿਹਦੇ ਨਾਲ ਬਾਰਡਰ ਲੱਗਦੇ ਨੇ, ਉਥੇ ਵੀ ਮਾਈਨਿੰਗ ਦਾ ਕੰਮ ਚੱਲਦਾ, ਪਰ ਇਸ ਤਰ੍ਹਾਂ ਦਾ ਹਾਲਾਤ ਕਦੀ ਨਹੀਂ ਪੈਦਾ ਹੋਇਆ ਜਿਵੇਂ ਕਿ ਪੰਜਾਬ ਦੇ ਵਿੱਚ ਇਹਨਾਂ ਨੇ ਕਰਤਾ। ਅੱਜ ਪੰਜਾਬ ਦੇ ਲੋਕ ਜਿਹੜੇ ਆ, ਕਿਸੇ ਵੀ ਮੁੱਦੇ ਨੂੰ ਲੈ ਲਓ, ਉਹ ਪਰੇਸ਼ਾਨ ਆ। ਅੱਜ ਤੁਸੀਂ ਸਟਾਮ ਦੇ ਬਾਰੇ ਕਚਹਿਰੀਆਂ 'ਚ ਚੱਲ ਜਾਓ, 100 ਰੁਪਏ ਦਾ ਸਟਾਮ ਜਿਹੜਾ 200 ਰੁਪਏ ਦਾ ਮਿਲਦਾ, 4 ਘੰਟੇ ਲੋਕ ਉੱਥੇ ਖੜੇ ਹੁੰਦੇ ਆ। ਰੇਤਾ ਦੀ ਟਰਾਲੀ ਜਿਹੜੀ 7000 ਤੋਂ 8000 9-9000 ਰੁਪਏ ਦੀ ਟਰਾਲੀ ਰੇਤੇ ਦੀ ਹੋ ਗਈ, ਕਿਲੋ ਦੇ ਭਾਅ ਨਾਲ ਲੋਕੀ ਰੇਤਾ ਖਰੀਦ ਰਹੇ ਨੇ। ਅੱਜ ਜਿਹੜਾ ਕਰਪਸ਼ਨ ਦੀ ਗੱਲ ਆ ਰਹੀ, ਜਿਹੜੀ ਕਾਰਵਾਈ ਜਿਹੜੀ ਕੀਤੀ ਆ ਆਮ ਆਦਮੀ ਪਾਰਟੀ ਨੇ, ਜੋ ਚਿੱਠੀ ਲਿਖੀ ਆ ਉਹਨਾਂ ਨੇ, ਜਿਹੜੀ ਗੱਲ ਕਰਦੇ ਰਾਣਾ ਸਾਹਿਬ ਦੀ ਗੱਲ ਕਰਦੇ ਕਿ ਉਹਨਾਂ ਦੇ ਵਿਜੀਲੈਂਸ ਦੀ ਜਾਂਚ ਦੀ ਗੱਲ ਆ ਗਈ। ਮੈਂ ਇਹ ਗੱਲ ਕਹੂੰਗਾ ਸਿਰਫ ਜਾਂਚ ਤੱਕ ਹੀ ਸੀਮਿਤ ਨਹੀਂ ਰਹਿਣੀ ਚਾਹੀਦੀ, ਉੱਤੇ ਕਾਰਵਾਈ ਵੀ ਕਰਨ। ਜਦੋਂ ਵੀ ਪੰਜਾਬ ਦੇ ਵਿੱਚ ਕੋਈ ਨਵਾਂ ਮੁੱਦਾ ਆਉਂਦਾ, ਜਦੋਂ ਵੀ ਆਮ ਆਦਮੀ ਪਾਰਟੀ ਦੇ ਸਵਾਲ ਚੁੱਕੇ ਜਾਂਦੇ ਆ, ਇਹ ਕਿ ਇਦਾਂ ਦੇ ਸ਼ੋਸ਼ਾ ਛੱਡ ਦਿੰਦੇ ਆ। ਇਹਨਾਂ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਆਪ ਕਿਹਾ ਸੀਗਾ ਕਿ ਉਹਨੇ ਮੇਰੇ ਸਾਹਮਣੇ ਕਬੂਲ ਕੀਤਾ ਕਿ ਬਈ ਮੈਂ ਜਿਹੜਾ ਨਾ ਕਰਪਸ਼ਨ ਦੇ ਵਿੱਚ ਮੈਂ ਇਨਵੋਲਵ ਆ, ਇਦਾਂ ਦੇ ਕੰਮ ਮੈਂ ਕੀਤੇ। ਤੇ ਉਹਨਾਂ ਨੂੰ ਕਿਹੜੀ ਸਜ਼ਾ ਮਿਲੀ ਜੀ? ਉਹਨਾਂ ਨੂੰ ਕਿਉਂ ਨਹੀਂ ਪਾਰਟੀ ਜੋ ਆਮ ਆਦਮੀ ਪਾਰਟੀ ਚੋਂ ਬਾਹਰ ਕੱਢਿਆ ਗਿਆ? ਹੁਣ ਤੁਸੀਂ ਦੇਖ ਲਓ ਸਰਾਰੀ ਸਾਹਿਬ ਦੀ ਕੀ ਫੌਜਾ ਸਿੰਘ ਸਰਾਰੀ ਸਾਹਿਬ ਦਾ ਮਸਲਾ ਦੇਖ ਲਓ, ਰਿਕਾਰਡਿੰਗ ਵਾਇਰਲ ਹੋਈ ਆ, ਉਹ ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ। ਹੁਣ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਪੰਜਾਬ ਤੋਂ ਬਾਹਰ ਸੀ, ਉਹਦੀ ਜਾਂਚ ਚੱਲ ਰਹੀ ਹੈ ਜੀ। ਤੁਹਾਡੇ ਮੁੱਖ ਮੰਤਰੀ ਸਾਹਿਬ ਤੇ ਪੰਜਾਬ 'ਚ ਹੁੰਦੇ ਹੀ ਨਹੀਂ। ਰਾਘਵ ਚੱਡਾ ਜੀ ਤਾਂ ਪੰਜਾਬ ਦੇ ਸੁਪਰ ਮੁੱਖ ਮੰਤਰੀ ਨੇ, ਰਾਘਵ ਚੱਡਾ ਜੀ ਤੇ ਸੁਪਰ ਮੁੱਖ ਮੰਤਰੀ ਨੇ। ਰਾਘਵ ਚੱਡਾ ਜੀ ਕਾਰਵਾਈ ਕਰ ਦਿੰਦੇ, ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੰਦੇ। ਇਹਨਾਂ ਦੀ ਕੋਈ ਕਾਰਵਾਈ ਨਹੀਂ ਹੋਣੀ, ਕੋਈ ਹਾਲ ਨਹੀਂ। ਇਹ ਪੂਰੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਦੇ ਪਏ ਨੇ। ਪੰਜਾਬ ਦਾ ਹੈਲੀਕਾਪਟਰ ਇਹ ਆਪ ਪਿਛਲੇ ਇਲੈਕਸ਼ਨਾਂ ਤੋਂ ਪਹਿਲਾਂ ਮੈਂ ਵੀ ਬੈਠਾ ਹੁੰਦਾ ਸੀ ਡਿਬੇਟ 'ਚ, ਆਮ ਆਦਮੀ ਪਾਰਟੀ ਦੇ ਬੁਲਾਰੇ ਆਉਂਦੇ ਸੀ, ਉਦੋਂ ਇਹ ਕਹਿੰਦੇ ਸੀ ਅਕਾਲੀ ਦਲ ਦੇ ਮੁੱਖ ਮੰਤਰੀ ਤੇ ਕਾਂਗਰਸ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਹੈਲੀਕਾਪਟਰ ਨੂੰ ਗੱਡੇ ਵਾਂਗੂ ਵਰਤਿਆ। ਇਹ ਕਾਹਦੇ ਵਾਸਤੇ? ਇਹ ਕੀ ਬਣਾ ਕੇ ਰੱਖਿਆ ਉਹਨਾਂ ਪੰਜਾਬ ਦੇ ਹੈਲੀਕਾਪਟਰ ਨੂੰ? ਉਹ ਹੈਲੀਕਾਪਟਰ ਫ੍ਰੀ ਤਾਂ ਨਹੀਂ ਚੱਲਦਾ। ਦੂਜੇ ਸੂਬਿਆਂ 'ਚ ਪੰਜਾਬ ਦਾ ਹੈਲੀਕਾਪਟਰ ਜਾ ਰਿਹਾ, ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਹੋ ਰਿਹਾ। ਇਹ ਪੰਜਾਬ ਦੀ ਸਰਕਾਰ ਜਿਹੜੀ ਆ ਪੂਰੀ ਤਰ੍ਹਾਂ ਫੇਲ ਹੋ ਗਈ ਆ। ਇਹਨਾਂ ਦੀ ਮਾਈਨਿੰਗ ਪਾਲਿਸੀ ਜਿਹੜੀ ਆ ਉੱਤੇ ਕੋਰਟ ਦਾ ਰੋਕ ਲੱਗ ਜਾਂਦਾ। ਸ਼ਰਾਬ ਦੀ ਪਾਲਿਸੀ ਲੈ ਕੇ ਆਉਂਦੇ ਆ, ਉਹ ਨਹੀਂ ਚੱਲ ਪਾਉਂਦੀ। ਜਿਹੜੀ ਵੀ ਪਾਲਿਸੀ ਕੋਈ ਬਣਾ ਰਹੇ ਆ, ਉਹ ਪਾਲਿਸੀ ਇਹਨਾਂ ਦੀ ਫੇਲ ਹੋ ਰਹੀ ਆ। ਉਹ ਇਹ ਆਪ ਹੀ ਵਿਡਰੋ ਕਰ ਲੈਂਦੇ ਉਸ ਪਾਲਿਸੀ ਨੂੰ। ਪੰਜਾਬ ਕਿੱਧਰ ਨੂੰ ਜਾ ਰਿਹਾ? ਪੰਜਾਬ ਕਿਸ ਪਾਸੇ ਜਾ ਰਿਹਾ? ਨਾਲੇ ਫਲੋਰ ਟੈਸਟ ਕਰ ਰਹੇ ਆ। ਫਲੋਰ ਟੈਸਟ ਕਰਨ ਦੀ ਲੋੜ ਜਿਹੜੀ ਆ ਇਹਨਾਂ ਨੂੰ ਕਿਉਂ ਪੈ ਰਹੀ ਆ? ਇਹਨਾਂ ਨੂੰ ਆਪਣੇ MLA ਤੇ ਭਰੋਸਾ ਨਹੀਂ। ਇਹਨਾਂ ਦੇ ਕੋਲ 92 MLA, 2-4-10 ਘੱਟ ਨਹੀਂ ਹੈਗੇ। 2-4-10 MLA ਨਾਲ ਸਰਕਾਰ ਨਹੀਂ ਬਣੀ ਹੈਗੀ। ਇਹਨਾਂ ਦੀ 59 ਦੀ ਸਰਕਾਰ ਨਹੀਂ ਹੈਗੀ ਕਿ 2-4 MLA ਘੱਟ ਜਾਣਗੇ। ਇਹ ਸਿਰਫ ਇਹਨਾਂ ਨੂੰ ਸਰਕਾਰ ਚਲਾਉਣ ਦਾ ਤਜਰਬਾ ਹੈ ਨਹੀਂ। ਸਰਕਾਰ ਚਲਾਉਣ ਦੇ ਤਜਰਬਾ ਨਾ ਹੋਣ ਕਰਕੇ ਜਿਹੜੇ ਇਹਨਾਂ ਦੇ MLA, ਇਹਨਾਂ ਦੇ ਮੰਤਰੀ ਜਿਹੜੇ ਉਹਨਾਂ ਨੂੰ ਤਜਰਬਾ ਸਰਕਾਰ ਦਾ ਨਹੀਂ ਹੈਗਾ। ਉਹਨਾਂ ਨੂੰ ਐ ਲੱਗਾ ਕਿ ਮੁੱਖ ਮੰਤਰੀ ਬਣ ਗਏ ਆ। ਇਹਨਾਂ ਦੇ MLA ਨੂੰ ਭਰੋਸਾ ਨਹੀਂ ਹੈਗਾ ਕਿ ਅਗਲੀ ਵਾਰੀ ਆਪਾਂ MLA ਬਣਾਂਗੇ ਕਿ ਨਹੀਂ ਬਣਾਂਗੇ, ਸਾਨੂੰ ਦੁਬਾਰਾ ਟਿਕਟਾਂ ਮਿਲਣੀਆਂ ਕਿ ਨਹੀਂ ਮਿਲਣੀਆਂ। ਤੇ ਜਿਹੜੇ ਇਹਨਾਂ ਦੇ 9 ਰਤਨ ਜਿਹੜੇ ਮੰਤਰੀ ਹੈਗੇ ਆ, ਉਹਨਾਂ ਨੂੰ ਇਹ ਨਹੀਂ ਪਤਾ ਕਿ ਮੰਤਰੀ ਰਵਾਂਗੇ ਕਿ ਨਹੀਂ ਰਵਾਂਗੇ। ਉਹਨਾਂ ਨੂੰ ਲੱਗਾ ਦੋਹਾਂ ਹੱਥਾਂ ਨਾਲ ਜਿੰਨਾ ਪੰਜਾਬ ਦਾ ਖਜ਼ਾਨਾ ਜਿਹੜਾ ਲੁੱਟ ਸਕੀਏ, ਲੁੱਟ ਕੇ ਆਪਣੇ ਘਰ ਨੂੰ ਰੱਜ ਪੁੱਜ ਜਾਈਏ। ਬਾਕੀ ਦੁਬਾਰਾ ਸਰਕਾਰ ਆਵੇ ਨਾ ਆਵੇ, MLA ਬਣੀਏ, ਮੰਤਰੀ ਬਣੀਏ ਨਾ ਬਣੀਏ, ਇਹਦਾ ਕੋਈ ਏਜੰਡਾ ਨਹੀਂ। ਇਸ ਕਰਕੇ ਅੱਜ ਭਗਵੰਤ ਮਾਨ ਸਰਕਾਰ ਨੂੰ ਫਲੋਰ ਟੈਸਟ ਦੀ ਲੋੜ ਪੈ ਰਹੀ ਆ। ਫਲੋਰ ਟੈਸਟ ਦੀ ਮੰਗ ਦੂਸਰੀ ਓਪੋਜੀਸ਼ਨ ਦੀਆਂ ਪਾਰਟੀਆਂ ਕਰਦੀਆਂ। ਮੇਰਾ ਸਵਾਲ ਇਹ ਹੈ ਕਿ ਬੀਜੇਪੀ ਉੱਤੇ ਹਮੇਸ਼ਾ ਐਲੀਗੇਸ਼ਨਸ ਇਹ ਲੱਗੇ ਨੇ, ਪੰਜਾਬ ਬੀਜੇਪੀ ਤੇ, ਕਿ ਜਿਹੜੇ ਸਾਬਕਾ ਕਾਂਗਰਸੀ ਮੰਤਰੀ ਰਹੇ ਨੇ, ਵਿਧਾਇਕ ਰਹੇ ਨੇ, ਜਿਨ੍ਹਾਂ ਨੂੰ ਡਰ ਸੀਗਾ ਕਿ ਉਹਨਾਂ ਉੱਤੇ ਕੋਈ ਜਿਹੜਾ ਹੈ ਕਿਸੇ ਪਰਚਾ ਹੋ ਸਕਦਾ ਜਾਂ ਕਿਸੇ ਸਕੈਮ ਦੇ ਵਿੱਚੋਂ ਫਸ ਸਕਦੇ ਨੇ, ਉਹ ਬੀਜੇਪੀ ਜੁਆਇਨ ਕਰ ਲੈਂਦੇ ਨੇ। ਲੇਕਿਨ ਹੁਣ ਬੀਜੇਪੀ ਨੇ ਆਪਣੀ ਸਟ੍ਰੈਟਜੀ ਚੇਂਜ ਕੀਤੀ ਹੈ ਕਿ ਜਿਨ੍ਹਾਂ ਦੇ ਉੱਤੇ ਐਲੀਗੇਸ਼ਨ ਨੇ ਉਹਨਾਂ ਨੂੰ ਜੁਆਇਨ ਨਹੀਂ ਕਰਵਾ ਰਹੇ। ਐਲੀਗੇਸ਼ਨਸ ਲੱਗ ਰਹੇ ਨੇ ਹੁਣ। ਦੇਖੋ, ਜਿਹੜੇ ਵੀ ਇਹ ਅੱਜ ਦੀ ਪਾਲਿਸੀ ਨਹੀਂ ਰਹੀ ਬੀਜੇਪੀ ਦੀ ਸ਼ੁਰੂ ਤੋਂ ਇੱਕੋ ਹੀ ਪਾਲਿਸੀ ਰਹੀ, ਨੇਸ਼ਨ ਫਸਟ,
ਪਾਰਟੀ, ਉਸ ਤੋਂ ਬਾਅਦ ਵਿਅਕਤੀ। ਕਦੀ ਵੀ ਨੇਸ਼ਨ ਦੀ ਗੱਲ ਹੋਈ ਆ, ਰਾਸ਼ਟਰ ਦੀ ਗੱਲ ਹੋਈ, ਪ੍ਰਦੇਸ਼ ਦੀ ਗੱਲ ਆਪਾਂ ਕਰਦੇ ਆਏ ਆ, ਤੇ ਪਹਿਲਾਂ ਵੀ ਸਾਡੀ ਇਹੋ ਹੀ ਨੀਤੀ ਰਹੀ, ਜਿਹੜੇ ਬੰਦੇ ਦੇ ਉੱਤੇ ਐਲੀਗੇਸ਼ਨ ਲੱਗੇ, ਜਿਹੜੇ ਇਹਨਾਂ ਤੇ ਦੋਸ਼ ਲੱਗੇ ਹੋਏ ਆ, ਜਿਹਨਾਂ ਤੇ ਦੋਸ਼ ਸਾਬਿਤ ਹੋ ਗਏ ਨੇ, ਜਿਹੜੇ ਗੁਨੇਗਾਰ ਨੇ, ਉਹਨਾਂ ਲੋਕਾਂ ਨੂੰ ਕਦੀ ਵੀ ਬੀਜੇਪੀ ਨੇ ਆਪਣੀ ਪਾਰਟੀ 'ਚ ਸ਼ਾਮਲ ਨਹੀਂ ਕਰਾਇਆ। ਤੇ ਉਹ ਪਾਲਿਸੀ ਅਸੀਂ ਅੱਜ ਵੀ ਉਹ ਸਟੈਂਡ ਲੈਂਦੇ ਆ ਕਿ ਜਿਹੜੇ ਲੋਕ ਗਲਤ ਨੇ, ਲੋਕ ਨੇ ਜਿਨ੍ਹਾਂ ਤੋਂ ਦੇਸ਼ ਨੂੰ ਤੇ ਸੂਬਿਆਂ ਨੂੰ ਖਤਰਾ, ਉਦਾਂ ਦੇ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ ਕਦੀ ਐਕਸੈਪਟ ਨਹੀਂ ਕਰਦੀ, ਨਾ ਅੱਗੇ ਵੀ ਕਰੇਗੀ, ਨਾ ਅੱਗੇ ਪਹਿਲਾਂ ਵੀ ਕਰਦੀ ਆਈ ਆ, ਨਾ ਹੁਣ ਵੀ ਕਰੇਗੀ। ਇਹ ਤਾਂ ਬੀਜੇਪੀ ਦਾ ਪੁਰਾਣਾ ਸਟੈਂਡ ਹੈ, ਅੱਜ ਵੀ ਉਹੀ ਸਟੈਂਡ ਆ। ਸਾਫ਼ ਸੁਥਰੇ ਲੋਕ ਜਿਹੜੇ ਨੇ, ਜਿਨ੍ਹਾਂ ਦੀ ਸੋਚ ਪੰਜਾਬੀਅਤ ਦੀ ਆ, ਜਿਹੜੇ ਲੋਕ ਸੋਚਦੇ ਆ ਕਿ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ। ਪੰਜਾਬ ਇੱਕ ਬਾਰਡਰ ਸਟੇਟ ਆ, ਪੰਜਾਬ ਨੇ ਇੱਕ ਬਹੁਤ ਲੰਬਾ ਸਮਾਂ ਜਿਹੜਾ ਅੱਤਵਾਦ ਦਾ ਦੌਰ ਦੇਖਿਆ, ਉਹ ਦੌਰ ਪੰਜਾਬ ਦੇ ਵਿੱਚ ਦੁਬਾਰਾ ਨਾ ਆਵੇ। ਇਸ ਕਰਕੇ ਜਿਹੜੇ ਲੋਕ ਇਦਾਂ ਦੀ ਸੋਚ ਰੱਖਦੇ ਆ, ਉਹ ਨਰਿੰਦਰ ਮੋਦੀ ਜੀ ਦੇ ਨੀਤੀਆਂ ਨੂੰ ਪ੍ਰਭਾਵਿਤ ਹੋ ਕੇ ਜੇ ਬੀਜੇਪੀ 'ਚ ਆ ਕੇ ਪੰਜਾਬ ਦੇ ਬਚਾਅ ਵਾਸਤੇ ਕੰਮ ਕਰਨਾ ਚਾਹੁੰਦੇ ਨੇ, ਬੀਜੇਪੀ ਉਹਨਾਂ ਦਾ ਸਵਾਗਤ ਕਰਦੀ ਹੈ ਤੇ ਬੀਜੇਪੀ ਉਹਨਾਂ ਨੂੰ ਲੈਣ ਵਾਸਤੇ ਹਰ ਵੇਲੇ ਤਿਆਰ ਹੈ ਜੀ। ਬਿਲਕੁਲ ਬਿਲਕੁਲ। ਪਰਮਵੀਰ ਜੀ, ਤੁਸੀਂ ਕਾਫੀ ਦੇਰ ਤੋਂ ਜਿਹੜਾ ਹੱਥ ਖੜਾ ਕੀਤਾ, ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਮੈਂ ਸਿਰਫ ਮਲਹੋਤਰਾ ਜੀ ਤੋਂ ਦੋ ਕੁਐਸਚਨ ਪੁੱਛਣਾ ਚਾਹੁੰਦਾ। ਇਹਨਾਂ ਨੇ ਜਵਾਬ ਮੈਂ ਤੁਹਾਡੇ ਤੋਂ ਹੀ ਲੈਣਾ ਹੈ ਕਿਉਂਕਿ ਸਾਰਿਆਂ ਨੇ ਕਹਿ ਦਿੱਤਾ, ਉਸ ਤੋਂ ਬਾਅਦ ਤੁਸੀਂ ਕਹੋਗੇ ਜੀ। ਇਹਨਾਂ ਨੇ ਕਿਹਾ ਜੀ ਵੀ ਤੁਹਾਡੇ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ 1700 ਉਹਨਾਂ ਦੇ ਕੋਲ ਬੱਸਾਂ ਜੀ, 6 ਮਹੀਨੇ ਤੁਹਾਡੇ ਇੱਕ ਜਿਹੜੇ ਐਮਐਲਏ ਸੀ, ਐਕਸ ਐਮਐਲਏ ਸੀ, ਉਹ ਨਸ਼ੇ ਦੇ ਕੇਸ ਦੇ ਵਿੱਚ ਅੰਦਰ ਰਹਿ ਕੇ ਆਏ ਨੇ। ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਸ਼ਾਇਦ ਇਹ ਭੁੱਲ ਗਏ ਨੇ ਵੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਹੈ, ਪੁਲਿਸ ਇਹਨਾਂ ਦੀ ਹੈ, ਵਿਜੀਲੈਂਸ ਇਹਨਾਂ ਦੀ ਹੈ, ਐਨਫੋਰਸਮੈਂਟ ਇਹਨਾਂ ਦੇ ਕੋਲ ਹੈ। ਜੇ ਇਹਨਾਂ ਕੋਲ ਸਬੂਤ ਹੈ ਤੇ ਕਾਰਵਾਈ ਕਰਨ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਬੇਲ ਮਿਲੀ ਹੈ, ਉਹ ਤੁਹਾਡੀ ਸਰਕਾਰ ਦੇ ਵਕੀਲ ਉੱਥੇ ਪੇਸ਼ ਹੁੰਦੇ ਰਹੇ ਨੇ। 26 ਪੇਜਾਂ ਦੇ ਵਿੱਚ ਹਾਈ ਕੋਰਟ ਨੇ ਜੋ ਤੁਹਾਡੇ ਸਰਕਾਰ ਦੇ ਜਿਹੜੀਆਂ ਤੁਸੀਂ ਸਿੱਟ ਬਣਾਈਆਂ ਸੀ, ਉਹਦੀਆਂ ਧੱਜੀਆਂ ਉਡਾਈਆਂ ਨਾ, ਉਹ 26 ਪੇਜਾਂ ਦੀ ਜੱਜਮੈਂਟ ਜਨਤਕ ਹੈ, ਤੇ ਉਹਨੂੰ ਜਿਹੜਾ ਪੜ੍ਹ ਕੇ ਆਇਆ ਕਰੋ ਵੀ ਉਹਦੇ ਵਿੱਚ ਤੁਹਾਡੇ ਸਰਕਾਰ ਦੇ ਬਾਰੇ ਕੀ ਕਿਹਾ ਤੇ ਤੁਹਾਡੇ ਅਫਸਰਾਂ ਦੇ ਬਾਰੇ ਕੀ ਕਿਹਾ। ਤੇ ਜਿਹੜੀ ਤੁਸੀਂ ਬਾਰ-ਬਾਰ ਗੱਲ ਕਹਿੰਦੇ ਹੋ ਜੀ, ਇਹ ਇੱਕੋ ਗੱਲ ਕਹਿ ਦਿੰਦੇ ਜੀ ਅਕਾਲੀ ਦਲ ਨੇ ਐ ਕੀਤਾ, ਕੈਦ ਕੀਤਾ। ਮੈਂ ਹੱਥ ਜੋੜ ਕੇ ਇਹਨਾਂ ਨੂੰ ਬੇਨਤੀ ਕਰਦਾ, ਜੇ ਤੁਹਾਡੇ ਕੋਲ ਕੋਈ ਵੀ ਸਬੂਤ ਨੇ, ਤੱਥ ਨੇ, ਮੈਂ ਇੱਕ ਸਪੋਕਸਮੈਨ ਹੋਣ ਦੇ ਨਾਤੇ ਤੁਹਾਨੂੰ ਰਿਕੁਐਸਟ ਕਰਦਾ, ਤੁਹਾਡੇ ਕੋਲ ਕੋਈ ਸਬੂਤ ਨੇ, ਕਾਰਵਾਈ ਕਰੋ, ਗੱਲਾਂ ਨਾ ਕਰੋ, ਕਾਰਵਾਈ ਵੀ ਕਰੋ। ਠੀਕ ਹੈ। ਹਾਂਜੀ ਮਲਹੋਤਰਾ ਜੀ, ਹੁਣ ਤੁਸੀਂ ਸਾਰਿਆਂ ਦੀ ਗੱਲ ਸੁਣ ਲਈ ਹੈ, ਸਾਰਿਆਂ ਦੇ ਜਿਹੜੇ ਗ੍ਰੀਵੈਂਸਸ ਨੇ, ਜਿਹੜੇ ਐਲੀਗੇਸ਼ਨ ਨੇ, ਤੁਸੀਂ ਸਾਰੇ ਸੁਣ ਲਏ ਨੇ। ਹੁਣ ਤੁਸੀਂ ਜਵਾਬ ਦਿਓ ਸਰ, ਕੀ ਜਵਾਬ ਦੇਣਾ ਚਾਹੋਗੇ? ਕਿਉਂਕਿ ਆਮ ਆਦਮੀ ਪਾਰਟੀ ਜਦ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਾਨੂੰ 6 ਮਹੀਨੇ ਹੋਰ ਦੇ ਦਿਓ, ਤੇ ਹਾਲੇ 6 ਮਹੀਨੇ ਹੋਰ ਪਏ ਨੇ, ਸਾਲ ਪਏ ਹੈ। ਦੇਖੋ ਪੂਜਾ ਜੀ, ਦੇਖੋ ਜਿਹੜੇ ਪਰਮਵੀਰ ਜੀ ਗੱਲ ਕਰ ਰਹੇ ਸੀ ਮਜੀਠੀਆ ਸਾਹਿਬ ਦੇ ਕੇਸ ਦੀ, ਇੱਕ ਤਾਂ ਇਹ ਕਿਸ ਹੱਦ ਤੱਕ ਅਕਾਲੀ ਤੇ ਕਾਂਗਰਸੀ ਮਿਲ ਕੇ ਨਸ਼ੇ ਵੇਚ ਰਹੇ ਸੀ ਤੇ ਨਸ਼ੇ ਦੇ ਸੌਦਾਗਰਾਂ ਨੂੰ ਬਚਾ ਰਹੇ ਸੀ, ਇਸ ਗੱਲ ਦਾ ਸਬੂਤ ਇਹ ਹੈਗਾ ਕਿ 6 ਜਨਵਰੀ 2014 ਨੂੰ ਭੋਲੇ ਨੇ ਮਜੀਠੀਏ ਦਾ ਨਾਮ ਲਿੱਤਾ ਸੀ। ਭੋਲਾ ਅਰੈਸਟਡ ਸੀਗਾ। ਸਰ ਕੇਜਰੀਵਾਲ ਸਾਹਿਬ ਨੇ ਮਾਫੀ ਕਿਉਂ ਮੰਗੀ ਸੀ, ਇਹ ਵੀ ਦੱਸ ਦੇਣਾ ਕਿ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਸੀ। ਹੁਣ ਮੇਰੀ ਗੱਲ ਸੁਣ ਲਓ ਪਲੀਜ਼, ਹੁਣ ਗੱਲ ਸੁਣ ਲਓ। ਮੈਂ ਸਰ ਕੁਐਸਚਨ ਨਹੀਂ, ਉਹਦਾ ਆਨਸਰ ਵੀ ਦੇ ਦੇਣਾ ਵੀ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਸੀ। ਹੁਣ ਮਾਦਾ ਰੱਖੋ ਪਲੀਜ਼ ਮਾਦਾ ਰੱਖੋ ਸੁਣਨ ਦਾ। ਸੋ ਮਿਨੀਮਮ ਇਹ ਚਾਹੀਦਾ ਸੀ ਕਿ ਇੱਕ FIR ਹੁੰਦੀ ਔਰ ਉਸ ਤੇ ਇਨਕੁਆਇਰੀ ਹੁੰਦੀ, ਪਰ 8 ਸਾਲ ਤੱਕ FIR ਨਹੀਂ ਹੋਈ ਜੀ। ਔਰ ਜਿਹੜੀ FIR ਹੋਈ ਇਲੈਕਸ਼ਨ ਤੋਂ 3 ਮਹੀਨੇ ਪਹਿਲਾਂ, that was a weak FIR written by ਕਾਂਗਰਸ ਗਵਰਨਮੈਂਟ, ਔਰ ਉਸ ਕਰਕੇ ਇਸ ਹਜ਼ਾਰਾਂ ਕਰੋੜੀ ਸਕੈਮ ਦੇ ਵਿੱਚ ਮਜੀਠੀਆ ਸਾਹਿਬ ਨੂੰ 6 ਮਹੀਨੇ ਬਾਅਦ ਜ਼ਮਾਨਤ ਮਿਲ ਗਈ। ਜੇ FIR ਪ੍ਰੋਪਰ ਹੁੰਦੀ, ਪ੍ਰੋਪਰ ਉਸ ਦੇ ਵਿੱਚ ਉਹਨਾਂ ਦੇ ਖਿਲਾਫ ਲਿਖਿਆ ਜਾਂਦਾ, ਤਾਂ ਉਹਨਾਂ ਨੂੰ ਜ਼ਮਾਨਤ ਨਹੀਂ ਮਿਲਣੀ ਸੀ। ਕਿਉਂਕਿ ਇੱਕ ਛੋਟੀ ਜਿਹੀ ਪੂੜੀ ਵੇਚਣ ਵਾਲਾ ਜਿਹੜਾ ਬੰਦਾ ਹੁੰਦਾ ਹੈ, ਉਸ ਨੂੰ 6 ਮਹੀਨੇ ਬਾਅਦ ਜ਼ਮਾਨਤ ਨਹੀਂ ਮਿਲਦੀ। ਇਹ ਤਾਂ ਹਜ਼ਾਰਾਂ ਕਰੋੜੀ ਘਪਲਾ ਸੀਗਾ, ਸਕੈਮ ਸੀਗਾ, ਔਰ ਉਸ ਦਾ ਕਿੰਗ ਪਿਨ ਸੀਗਾ ਇਹ, ਜਿਹੜਾ ਕਿ ਸਰਕਾਰ ਤੁਹਾਡੀ ਹੈ, ਸਰਕਾਰ ਹੁਣ ਤੁਹਾਡੀ ਹੈ, ਇਨਵੈਸਟੀਗੇਟ ਕਰੋ ਸਰ। ਝੂਠੇ ਐਲੀਗੇਸ਼ਨ ਨਾ ਲਗਾਓ, ਝੂਠੇ ਐਲੀਗੇਸ਼ਨ ਨਾ ਲਗਾਓ। ਸਰਕਾਰ ਤੁਹਾਡੀ ਹੈ, ਤਾਂ FIR ਕਰਨ ਤੋਂ ਕਿਹਨੇ ਤੁਹਾਨੂੰ ਰੋਕਿਆ? ਇਨਵੈਸਟੀਗੇਸ਼ਨ ਕਰਨ ਤੋਂ ਕਿਹਨੇ ਰੋਕਿਆ? ਦੇਖੋ ਜੀ, ਝੂਠੇ ਆਰੋਪ ਨਾ ਲਗਾਓ। ਤੁਸੀਂ ਝੂਠੇ ਆਰੋਪ ਲਗਾ ਕੇ ਮੁੜ ਕੇ ਮਾਫੀ ਮੰਗਣ ਦੇ ਵਿੱਚ ਤੁਸੀਂ ਆਪਣੀ ਗੱਲ ਕਰ ਲਈ, ਆਮ ਆਦਮੀ ਪਾਰਟੀ ਤੁਸੀਂ ਆਪਣੀ ਗੱਲ ਕਰ ਲਈ ਨਾ ਜੀ। ਪਰਮਵੀਰ ਜੀ ਆਪਣੀ ਗੱਲ ਕਰ ਲਈ। ਇਹਨਾਂ ਤੇ ਇਲਜ਼ਾਮ ਕੀ ਹੈ? ਇਹਨਾਂ ਤੇ ਇਲਜ਼ਾਮ ਕੀ ਹੈ? ਇਹਨਾਂ ਤੇ ਇਲਜ਼ਾਮ ਹੈ ਪੂਜਾ ਜੀ, ਇਹਨਾਂ ਤੇ ਇਲਜ਼ਾਮ ਹੈ ਕਿ ਇਹਨਾਂ ਨੇ ਆਪਣੀ ਕੋਠੀ, ਕਾਰ, ਇੱਥੇ ਤੱਕ ਕਿ ਸਿਕਿਉਰਿਟੀ ਵੀ ਜਿਹੜੀ ਹੈ ਨਸ਼ੇ ਦੇ ਸਮਗਲਰਾਂ ਨੂੰ ਦਿੱਤੀ। ਕਿੰਨਾ ਵੱਡਾ ਕੁਕਰਮ ਹੈ ਕਿ ਇਹੋ ਜਿਹੀਆਂ ਚੀਜ਼ਾਂ ਜੇ ਪ੍ਰੋਪਰ ਲਿਖੀਆਂ ਜਾਂਦੀਆਂ FIR ਦੇ ਵਿੱਚ, ਤਾਂ ਕੀ ਉਹਨਾਂ ਨੂੰ ਜ਼ਮਾਨਤ ਮਿਲ ਸਕਦੀ ਸੀ? ਸੋ ਇਹ ਦੋਵੇਂ ਪਾਰਟੀਆਂ ਨੇ ਮਿਲ ਕੇ ਪੰਜਾਬ ਨੂੰ ਬਰਬਾਦ ਕੀਤਾ ਹੈਗਾ। ਔਰ ਬਾਕੀ ਰਹੀ ਬੱਸਾਂ ਦੀ ਗੱਲ, ਜਨਾਬ ਤੁਹਾਡੇ ਆਪਣੇ ਰਾਜ ਵਿੱਚ
ਬਾਦਲ ਸਾਹਿਬ ਦੇ ਕਰੀਬ 150 ਲਾਇਸੈਂਸ ਸੀਗੇ ਔਰ ਕਾਂਗਰਸ ਦੇ ਰਾਜ ਚ ਵੱਧ ਕੇ 350 ਹੋ ਗਏ ਔਰ ਇੱਕ ਇੱਕ ਲਾਇਸੈਂਸ ਤੇ ਪੰਜਾਬ ਵਿੱਚ 5-5 ਬੱਸਾਂ ਚੱਲਦੀਆਂ ਸੀ। ਹਰ ਸੜਕ ਤੇ ਆਰਬਿਟ ਦੀਆਂ ਬੱਸਾਂ ਨਜ਼ਰ ਆਉਂਦੀਆਂ ਸੀ। ਅੱਜ ਕਿਉਂ ਨਹੀਂ ਨਜ਼ਰ ਆਉਂਦੀਆਂ? ਅੱਜ ਹਰ ਸੜਕ ਤੇ ਪੀਆਰਟੀਸੀ ਔਰ ਪੰਜਾਬ ਬੱਸ ਦੀ ਪੰਜਾਬ ਰੋਡਵੇਜ਼ ਦੀ ਬੱਸ ਨਜ਼ਰ ਆਉਂਦੀ ਹੈ, ਆਰਬਿਟ ਦੀ ਨਜ਼ਰ ਕਿਉਂ ਨਹੀਂ ਆਉਂਦੀ? ਸਿੱਧੀ ਜੀ ਗੱਲ ਹੈ, ਕਿਉਂਕਿ ਗਲਤ ਚੱਲਦੀਆਂ ਸੀਗੀਆਂ, ਮਾਫੀਆ ਚੱਲ ਰਿਹਾ ਸੀਗਾ। ਬਾਕੀ ਹੁਣ ਆ ਜਾਈਏ ਆਪਾਂ ਭਾਜਪਾ ਦੀਆਂ ਗੱਲਾਂ ਤੇ। ਇਹ ਕਹਿੰਦੇ ਜੀ ਹੈਲੀਕਾਪਟਰ ਨੂੰ ਗੱਡਾ ਬਣਾਤਾ। ਚਲੋ ਠੀਕ ਹੈ, ਪੁਰਾਣੇ ਹੈਲੀਕਾਪਟਰ ਨੂੰ ਅਸੀਂ ਗੱਡਾ ਬਣਾਤਾ, ਪਰ ਤੁਹਾਡੀ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਲਈ ਜਿਹੜਾ ਤੁਸੀਂ 4500 ਕਰੋੜ ਰੁਪਏ ਦਾ 에ਅਰ ਇੰਡੀਆ 1 ਸਪੈਸ਼ਲ ਜੈਟ ਲਿੱਤਾ ਹੈ, ਉਹ ਤਾਂ ਨਹੀਂ ਖਰੀਦਿਆ ਨਾ। ਸੋ ਔਰ ਤੁਹਾਡੇ ਈਵਨ ਗੁਜਰਾਤ ਦਾ ਜਿਹੜਾ ਮੁੱਖ ਮੰਤਰੀ ਹੈਗਾ 191 ਕਰੋੜ ਦਾ ਜਹਾਜ਼ ਤਾਂ ਉਹਦੇ ਲਈ ਖਰੀਦਿਆ, ਜਦ ਕਿ ਸਾਡੇ ਕਿਸੇ ਵੀ ਸੀਐਮ ਨੇ ਆਪਣੇ ਲਈ ਕੋਈ ਸਪੈਸ਼ਲ ਹੈਲੀਕਾਪਟਰ ਜਾਂ ਜਹਾਜ਼ ਨਹੀਂ ਖਰੀਦਿਆ। ਲੋਕਾਂ ਦੇ ਲਈ ਕੰਮ ਕਰਦੇ ਆ, ਔਰ ਠੀਕ ਹੈ, ਲੋਕਾਂ ਲਈ ਜੇ ਕੰਮ ਕਰਨਾ ਹੈ ਤਾਂ ਸਟੇਟ ਵਿੱਚ ਇੱਧਰ ਉੱਧਰ ਜਾਣ ਲਈ, ਸਮਾਂ ਬਚਾਉਣ ਲਈ ਹੈਲੀਕਾਪਟਰ ਯੂਜ਼ ਕਰਨਾ ਪੈਣਾ। ਔਰ ਫਿਰ ਇਹ ਕਹਿ ਰਹੇ ਸੀ ਜੀ ਖਜ਼ਾਨੇ ਨੂੰ ਲੁੱਟ ਰਹੇ ਹੈਗੇ ਆ ਚਾਰੋਂ ਹੱਥਾਂ ਨਾਲ। ਉਹ ਜਨਾਬ, ਜਿਸ ਹਿਸਾਬ ਨਾਲ ਤੁਸੀਂ ਦੇਸ਼ ਦਾ ਖਜ਼ਾਨਾ ਲੁਟਵਾ ਰਹੇ ਹੋ, ਸਾਰਾ ਪੈਸਾ ਇੱਥੇ ਤੱਕ ਕਿ ਤੁਸੀਂ ਪਖਾਨਿਆਂ ਤੇ ਲੋਕਾਂ ਤੇ, ਯਾਨੀ ਕਿ ਪਖਾਨਿਆਂ ਤੇ ਤੁਸੀਂ ਟੈਕਸ ਲਾਤਾ, ਦੁੱਧ ਮੱਖਣ ਘਿਓ ਲੱਸੀ ਤੱਕ ਤੇ ਤੁਸੀਂ ਟੈਕਸ ਲਾਤਾ, ਔਰ ਸਾਰਾ ਪੈਸਾ ਮੇਲ ਕੇ ਤੁਸੀਂ 8-10 ਪੂੰਜੀਪਤੀਆਂ ਨੂੰ ਦੇ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਸਾਰੀ ਦੁਨੀਆ 'ਚ ਦੂਜੇ ਤੀਜੇ ਨੰਬਰ ਤੇ ਅਮੀਰ ਬਣਾਤਾ ਔਰ ਸਾਰਾ ਦੇਸ਼ ਤੁਸੀਂ ਕੰਗਾਲ ਕਰਤਾ। ਤੇ ਫਿਰ ਉਹ ਜਿਹੜਾ ਪੈਸਾ ਹੈ ਉਹਨਾਂ ਤੋਂ ਰਿਸ਼ਵਤ ਦੇ ਤੌਰ ਤੇ ਲੈ ਕੇ ਤੁਸੀਂ ਦੇਸ਼ ਦੇ ਵਿੱਚ ਲੋਕਤੰਤਰ ਦਾ ਗਲਾ ਘੋਟ ਰਹੇ ਹੋ। ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਔਰ ਜੇ ਸਾਡੇ ਕਿਸੇ ਮੰਤਰੀ ਨੇ, ਸੀਐਮ ਨੇ ਜਾਂ ਐਮਐਲਏ ਨੇ ਕਿਸੇ ਤਰ੍ਹਾਂ ਦੀ ਕਰਪਸ਼ਨ ਕੀਤੀ ਹੈ ਤਾਂ ਤੁਹਾਡੇ ਕੋਲ ਤਾਂ ਸੀਬੀਆਈ ਹੈ, ਤੁਹਾਡੇ ਕੋਲ ਤਾਂ ਈਡੀ ਹੈ, ਤੁਹਾਡੇ ਕੋਲ ਤਾਂ ਇਨਕਮ ਟੈਕਸ ਡਿਪਾਰਟਮੈਂਟ ਹੈਗਾ। ਕਿਉਂ ਨਹੀਂ ਕਰਦੇ ਤੁਸੀਂ ਕਾਰਵਾਈ? ਕਿਉਂਕਿ ਤੁਸੀਂ ਜ਼ੋਰ ਲਾ ਲਿਆ 8 ਸਾਲ 'ਚ। ਕੇਜਰੀਵਾਲ ਤੁਹਾਡੇ ਨੱਕ ਦੇ ਥੱਲੇ ਬੈਠਾ ਹੈ, ਇੱਕ ਪੈਸੇ ਦਾ ਤੁਸੀਂ ਹੇਰ ਫੇਰ ਨਹੀਂ ਕੱਢ ਸਕੇ। ਠੀਕ ਹੈ ਸਰ। ਔਰ ਫਿਰ ਤੁਸੀਂ ਗੱਲ ਕਰਦੇ ਹੋ ਕਿ ਜੀ ਪੰਜਾਬ ਦੇ ਗਵਰਨਰ ਸਾਹਿਬ ਨੂੰ ਬੋਲਣਾ ਪਿਆ। ਤੁਸੀਂ ਇਹ ਦੱਸੋ ਕਿ ਗਵਰਨਰ ਸਾਹਿਬ ਨੂੰ ਬੋਲਣਾ ਚਾਹੀਦਾ ਸੀ? ਇਜ਼ ਹੀ ਦਾ ਐਗਜ਼ੀਕਿਊਟਿਵ ਅਥਾਰਟੀ? ਜ਼ਰਾ ਇਸ ਤੇ ਵਿਚਾਰ ਕਰੋ। ਮਲਹੋਤਰਾ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ? ਮੈਨੂੰ ਲੱਗ ਰਿਹਾ ਸ਼ਾਇਦ ਉਹਨਾਂ ਨਾਲ ਸੰਪਰਕ ਨਹੀਂ ਹੈ, ਲੇਕਿਨ ਵਸੀਮ ਰਾਜਾ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ ਕਾਫੀ ਦੇਰ ਤੋਂ। ਦੇਖੋ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਅਕਾਲੀ ਦਲ ਦੇ ਮਜੀਠੀਆ ਸਾਹਿਬ ਤੇ ਆਰੋਪ ਲਾਏ ਕਿ ਬਈ ਕਾਂਗਰਸ ਨੇ ਉਹਨਾਂ ਤੇ ਹਲਕਾ ਪਰਚਾ ਦਰਜ ਕੀਤਾ ਤੇ ਉਹਨਾਂ ਨੂੰ ਜ਼ਮਾਨਤ ਮਿਲ ਗਈ। ਜਦੋਂ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਆਪਣੇ ਮੰਤਰੀ ਦੇ ਉੱਤੇ ਐਲੀਗੇਸ਼ਨ ਲਾਇਆ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਈ ਮੇਰੇ ਮੰਤਰੀ ਨੇ ਆ ਕੇ ਮੇਰੇ ਕੋਲ ਐਕਸੈਪਟ ਕੀਤਾ ਕਿ ਬਈ ਮੇਰੇ ਤੋਂ ਗਲਤੀ ਹੋ ਗਈ, ਕਰਪਸ਼ਨ ਮੈਂ ਕੀਤਾ, ਮੇਰੇ ਘੁਟਾਲਾ ਕੀਤਾ, ਫਿਰ ਤੁਸੀਂ ਕਿਹੜੀ ਐਫਆਈਆਰ ਕਰਾਈ? ਤੁਸੀਂ ਉਹ ਸਟਰੋਂਗ ਐਫਆਈਆਰ ਕਿਉਂ ਨਹੀਂ ਕਰਾਈ ਜਿਹੜੀ ਤੁਸੀਂ ਕਾਂਗਰਸ ਨੂੰ ਕਰਨ ਨੂੰ ਕਹਿ ਰਹੇ ਸੀ ਕਿ ਤੁਹਾਡੇ ਮੰਤਰੀ ਦੀ ਜ਼ਮਾਨਤ ਹੋ ਗਈ? ਤੁਸੀਂ ਆਪਣੇ ਮੰਤਰੀਆਂ ਨੂੰ ਤਾਂ ਬਚਾ ਲੈਂਦੇ ਹੋ, ਕੋਈ ਐਫਆਈਆਰ ਨਹੀਂ, ਕੋਈ ਘੋਸਲੇ ਕਰਦੇ ਹੋ। ਮੈਂ ਇੱਕੋ ਗੱਲ ਕਰਦਾ, ਆਮ ਆਦਮੀ ਪਾਰਟੀ ਸਿਰਫ ਆਪਣੇ ਆਪ ਨੂੰ ਇਮਾਨਦਾਰ ਸਾਬਿਤ ਕਰਨ ਦੇ ਵਿੱਚ ਲੱਗੀ ਆ ਪੂਰੇ ਦੇਸ਼ ਦੇ ਵਿੱਚ। ਇਸ ਤੋਂ ਇਲਾਵਾ ਇਹਨਾਂ ਦਾ ਕੋਈ ਕੰਮ ਨਹੀਂ। ਜਿਹੜੀ ਸ਼ਰਾਬ ਦੀ ਪਾਲਿਸੀ ਆਈ ਹੈ, ਸ਼ਰਾਬ ਦੀ ਪਾਲਿਸੀ ਦਿੱਲੀ ਦੇ ਵਿੱਚ ਆਈ ਆ, ਜਦੋਂ ਕੋਰਟ ਨੇ ਦਖਲ ਦਿੱਤਾ, ਉਹ ਪਾਲਿਸੀ ਕਿਉਂ ਉਹਨਾਂ ਨੂੰ ਵਾਪਸ ਲੈਣੀ ਪੈ ਗਈ? ਉਹ 'ਚ ਸਪਸ਼ਟ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਬਈ ਆ ਸਰਕਾਰ ਨੂੰ ਮੁਨਾਫਾ ਕਿੰਨਾ ਆ ਰਿਹਾ ਸੀ ਤੇ ਜਿਹੜਾ ਇਹਨਾਂ ਦੇ ਯਾਰ ਦੋਸਤ ਸੀਗੇ ਜਿਨ੍ਹਾਂ ਨੂੰ ਇਹ ਠੇਕੇ ਦੇ ਰਹੇ ਸੀ ਉਹਨਾਂ ਨੂੰ ਕਿੰਨਾ ਪ੍ਰੋਫਿਟ ਆ ਰਿਹਾ ਸੀ। ਇਹ ਸਾਰਿਆਂ ਦੇ ਸਾਹਮਣੇ ਜਨਤਕ ਹੋਇਆ, ਸਬੂਤ ਆਇਆ। ਸਰਕਾਰ ਉਹਦੇ ਬੁਰੀ ਤਰ੍ਹਾਂ ਫਸੀ। ਸਰਕਾਰ ਨੇ ਉਹ ਜਿਹੜਾ ਆਪਣਾ ਐਗਰੀਮੈਂਟ ਜਿਹੜਾ ਉਹਨਾਂ ਨੇ ਆਪਣੀ ਨੋਟੀਫਿਕੇਸ਼ਨ ਆਪ ਰੱਦ ਕਰਨੀ ਪਈ ਕੋਰਟ ਦੇ ਦਖਲ ਤੋਂ ਬਾਅਦ। ਇਹ ਹਰ ਜਗ੍ਹਾ ਤੇ ਚੋਰੀ ਆਪ ਕਰਦੇ ਨੇ। ਬਾਕੀ ਗੱਲ ਕਰਦੇ ਆ ਕਿ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੇ ਵਿੱਚ ਵਰਤੋ, ਪੰਜਾਬ ਦੇ ਵਿੱਚ ਜਾਣ ਤੋਂ ਤੁਹਾਨੂੰ ਕੋਈ ਨਹੀਂ ਰੋਕਦਾ। ਤੁਸੀਂ ਸਮਾਂ ਬਚਾਓ, ਪੰਜਾਬ ਦੇ ਵਿੱਚ ਕੰਮ ਕਰੋ। ਪਰ ਪੰਜਾਬ ਦਾ ਹੈਲੀਕਾਪਟਰ ਗੁਜਰਾਤ ਜਾ ਰਿਹਾ, ਪੰਜਾਬ ਦਾ ਹੈਲੀਕਾਪਟਰ ਹਰਿਆਣਾ ਜਾ ਰਿਹਾ, ਪੰਜਾਬ ਦਾ ਹੈਲੀਕਾਪਟਰ ਹਿਮਾਚਲ ਜਾ ਰਿਹਾ। ਉੱਥੇ ਕਿਹੜੇ ਪੰਜਾਬ ਦੇ ਕੰਮ ਕਰ ਰਹੇ ਹੋ ਜੀ? ਉੱਥੇ ਕਿਹੜਾ ਕੰਮ ਹੋ ਰਿਹਾ? ਬਾਕੀ ਜਿਹੜੇ ਜਰਮਨੀ ਦੇ ਵਿੱਚ ਜਾ ਕੇ ਇਹ ਗੱਲ ਕਰਦੇ ਨੇ, ਇਨਵੈਸਟਮੈਂਟ ਲੈਣ ਜਾਂਦੇ ਆ, ਤੇ ਪੰਜਾਬ ਦੀ ਆਪਣੀ ਇੰਡਸਟਰੀ ਤਾਂ ਬਚਾ ਲਓ। ਪੰਜਾਬ ਦੀ ਸਾਰੀ ਇੰਡਸਟਰੀ ਹਿਮਾਚਲ ਮੂਵ ਹੋ ਰਹੀ ਆ, ਪੰਜਾਬ ਦੀ ਸਾਰੀ ਇੰਡਸਟਰੀ ਗੁਜਰਾਤ ਜਾ ਰਹੀ ਹੈ, ਯੂਪੀ ਤੇ ਜਾ ਰਹੀ ਆ। ਤੁਸੀਂ ਪੰਜਾਬ ਦੇ ਆਪਣੇ ਵਪਾਰੀ ਇੰਡਸਟਰੀਲਿਸਟ ਨੂੰ ਤਾਂ ਕੋਈ ਦੇ ਨਹੀਂ ਰਹੇ, ਤੇ ਉੱਪਰ ਜਾ ਕੇ ਤੁਸੀਂ ਆਪਣੇ ਸੈਰ ਸਪਾਟੇ ਵਾਸਤੇ ਤੁਸੀਂ ਜਰਮਨੀ ਜਾਂਦੇ ਹੋ ਤੇ ਕਹਿੰਦੇ ਪੰਜਾਬ 'ਚ ਇਨਵੈਸਟਮੈਂਟ ਲੈ ਕੇ ਆ ਰਹੇ ਆ। ਪੰਜਾਬ ਇਹਦੇ ਤੇ ਵੀ ਸਵਾਲ ਆਏਗਾ, ਲੋਕੀ ਪੁੱਛਣਗੇ ਤੁਹਾਨੂੰ ਕਿ ਕਿੰਨਾ ਇਨਵੈਸਟਮੈਂਟ ਲੈ ਕੇ ਆਏ ਹੋ। ਇਹ ਵੀ ਪਤਾ ਲੱਗ ਜਾਏਗਾ ਸਾਰਿਆਂ ਨੂੰ। ਠੀਕ ਹੈ, ਟੀਨਾ ਮੈਮ, ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਸੀ? मैं एक गल कहना चाहूंगी कि ਮਲਹੋਤਰਾ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਕਿ ਐਫਆਈਆਰ ਸਟਰੋਂਗਲੀ ਪੇਸ਼ ਨਹੀਂ ਕੀਤੀ ਗਈ। ਸਾਡੀ ਪਾਰਟੀ ਨੇ ਜਦੋਂ
ਇਹਨਾਂ ਮਜੀਠੀਆ ਜੀ ਦੇ ਖਿਲਾਫ FIR ਬਣਾਈ ਸੀਗੀ। ਉਸ ਤੋਂ ਬਾਅਦ ਉਹਨਾਂ ਦੀ ਉੱਥੇ ਅਰੈਸਟ ਵੀ ਪਈ। ਅਰੈਸਟ ਹੋਣ ਤੋਂ ਬਾਅਦ ਕਈ ਵਾਰੀ ਉਹਨਾਂ ਨੂੰ ਹਾਈ ਕੋਰਟ ਤੋਂ ਉਹਨਾਂ ਦੀ ਜਿਹੜੀ ਬੇਲ ਸੀ ਉਹ ਰਿਜੈਕਟ ਵੀ ਹੋਈ, ਔਰ ਉਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦਾ ਵੀ ਰੁਖ ਕਰਨਾ ਚਾਹਿਆ ਸੀਗਾ, ਔਰ ਉਸ ਤੋਂ ਬਾਅਦ ਵੀ ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਐਂਟਰਟੇਨ ਕਰਨ ਤੋਂ ਮਨਾ ਕਰ ਦਿੱਤਾ ਸੀਗਾ। ਜਿਸ ਤੋਂ ਬਾਅਦ ਦੁਬਾਰਾ ਤੋਂ ਜਦੋਂ ਆਮ ਆਦਮੀ ਪਾਰਟੀ ਅੱਗੇ ਆਈ ਤੇ ਇਹਨਾਂ ਦੇ AG ਆਲਰੇਡੀ ਇਹਨਾਂ ਨੂੰ ਛੱਡ ਕੇ ਜਾ ਚੁੱਕੇ ਸੀਗੇ, ਤੇ ਇਹ ਐਸੇ ਬਿਆਨ ਸਟਰੋਂਗਲੀ ਪੇਸ਼ ਹੀ ਨਹੀਂ ਕਰ ਸਕੇ ਜਾਂ ਐਵੀਡੈਂਸ ਐਸੇ ਸ਼ੋ ਨਹੀਂ ਕਰ ਸਕੇ ਜਿੱਥੇ ਮਜੀਠੀਆ ਜੀ ਦੀ ਬੇਲ ਨੂੰ ਰੁਕਵਾਇਆ ਜਾ ਸਕੇ। ਐਂਡ ਇੱਕ ਗੱਲ ਮੈਂ ਹੋਰ ਦੱਸ ਦੇਣਾ ਚਾਹਾਂਗੀ ਕਿ ਜੇ ਮਜੀਠੀਆ ਜੀ ਅੱਜ ਬਾਹਰ ਆਏ ਨੇ ਤੇ ਉਹਨਾਂ ਦੇ ਨਾਲ ਕਿੰਨੇ ਜ਼ਿਆਦਾ ਕੰਡੀਸ਼ਨਸ ਨਾਲ ਲੱਗੀਆਂ ਨੇ, ਜਿਹਦੇ ਵਿੱਚ 2 ਲੱਖ ਰੁਪਏ ਦਾ ਬੌਂਡ ਸਾਈਨ ਕੀਤਾ ਗਿਆ, ਪਾਸਪੋਰਟ ਉਹਨਾਂ ਦਾ ਜ਼ਬਤ ਕੀਤਾ ਗਿਆ, ਔਰ ਹੋਰ ਕਾਫੀ ਸਾਰੀਆਂ ਕੰਡੀਸ਼ਨਸ ਨੇ ਜਿਹਦੇ ਵਿੱਚ ਉਹਨਾਂ ਨੂੰ ਫੁੱਲ ਟੂ ਪਾਰਟਿਸਿਪੇਸ਼ਨ ਕਰਨੀ ਪਏਗੀ ਇਨਵੈਸਟੀਗੇਸ਼ਨ ਦੇ ਵਿੱਚ, ਤੇ ਹਜੇ ਉਹ ਰਿਹਾ ਨਹੀਂ ਹੋਏ। ਔਰ ਅਗਰ ਆਮ ਆਦਮੀ ਪਾਰਟੀ ਚਾਹੁੰਦੀ ਔਰ ਇਹ ਵੀ ਬੇਲ ਨੂੰ ਕੈਂਸਲ ਕਰਵਾਇਆ ਜਾ ਸਕਦਾ ਸੀ, ਜਿਸ ਤਰ੍ਹਾਂ ਦੇ ਪੁਖਤਾ ਸਬੂਤ ਉਸ ਕੇਸ ਦੇ ਨਾਲ ਅਟੈਚ ਕੀਤੇ ਗਏ ਨੇ। ਸੋ ਕੇਸ ਸਾਡੇ ਵੱਲੋਂ ਸਟਰੋਂਗ ਸੀਗਾ, ਬਟ ਆਮ ਆਦਮੀ ਪਾਰਟੀ ਨੇ ਆ ਕੇ ਕੁਝ ਉੱਥੇ ਢਿੱਲ ਵਰਤੀਆਂ ਜਾਂ ਕਿਸ ਤਰ੍ਹਾਂ ਦੇ ਨਾਲ ਪਹਿਲੇ ਵੀ ਇਹ ਆਲਰੇਡੀ ਮਜੀਠੀਆ ਸਾਹਿਬ ਤੋਂ ਮਾਫੀ ਮੰਗ ਚੁੱਕੇ ਸੀ। ਇਹਨਾਂ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ, ਉਹਨਾਂ ਨੇ ਵੀ ਖੁਦ ਮਾਫੀਆਂ ਮੰਗੀਆਂ ਸੀਗੀਆਂ ਇਹਨਾਂ ਨੂੰ ਕਿ ਹਾਂਜੀ ਮੇਰੇ ਤੋਂ ਗਲਤੀ ਹੋਈ ਹੈ। ਤੇ ਇਹ ਪਤਾ ਹੀ ਨਹੀਂ ਇਹਨਾਂ ਨੂੰ ਕਿ ਇਹ ਚੀਜ਼ਾਂ ਪ੍ਰੈਜ਼ੈਂਟ ਕਿਸ ਤਰ੍ਹਾਂ ਕਰਨੀ, ਕਿਉਂਕਿ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਲਈ ਸੰਭਾਲਣਾ ਇੰਨਾ ਜ਼ਿਆਦਾ ਮੁਸ਼ਕਿਲ ਹੋ ਰਿਹਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੋਈ ਪਲਾਨ ਕਿੱਦਾਂ ਐਗਜ਼ੀਕਿਊਟ ਕੀਤਾ ਜਾਏ। ਔਰ ਰਹੀ ਗੱਲ ਦਿੱਲੀ ਵਾਲਿਆਂ ਦੀ ਤੇ ਜਾਂ ਪੰਜਾਬ ਵਾਲਿਆਂ ਦੀ, ਪੰਜਾਬ ਵਾਲਿਆਂ ਨੂੰ ਤਾਂ ਕੁਝ ਕਰਨ ਦੇ ਨਹੀਂ ਰਹੇ, ਔਰ ਸਾਰੀ ਦੀ ਸਾਰੀ ਕਮਾਂਡ ਦਿੱਲੀ ਦੇ ਹੱਥ ਹੈ, ਔਰ ਇੱਥੇ ਸਾਰੇ ਡਮੀ ਮੈਂਬਰਸ ਬਣਾ ਕੇ ਰੱਖੇ ਹੋਏ ਜਿਹਦੇ ਵਿੱਚ ਅੱਜ ਸਾਡਾ ਪੰਜਾਬ ਸਫਰ ਕਰ ਰਿਹਾ। ਪੰਜਾਬ ਦੇ ਮੁੱਦੇ ਜਿੰਨੇ ਨੇ ਅੱਜ ਉਦਾਂ ਦੇ ਉਦਾਂ ਹੀ ਖੜੇ ਨੇ। ਪੰਜਾਬ ਦੇ ਵਿੱਚ ਹਾਲਾਤ ਜਿਹੜੇ ਸੁਧਰਦੇ ਸੀ, ਜਿਹੜੇ ਇਹ ਹੁਣ ਮਾਈਨਿੰਗ ਨੂੰ ਲੈ ਕੇ ਜਿਹੜੇ ਪੂਰਾ ਇੱਕ ਸਿਨੈਰੀਓ ਚੱਲ ਰਿਹਾ ਹੈ, ਰਾਣਾ KP ਸਿੰਘ ਦੀ ਜਿਹੜੀ ਹੈ ਹੁਣ ਜਾਂਚ ਪੂਰੇ ਇਸ ਮਾਮਲੇ ਦੇ ਵਿੱਚ ਹੋਵੇਗੀ, ਇਸ ਵਿੱਚ ਕਾਂਗਰਸ ਸਹਿਯੋਗ ਕਰੇਗੀ? ਅੱਗੇ ਕੀ ਕੋਰਸ ਆਫ ਐਕਸ਼ਨ ਕਰਨ ਜਾ ਰਹੀ ਹੈ ਕਾਂਗਰਸ? ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਅਦਾਲਤ ਦਾ ਰੁਖ ਵੀ ਕਰਾਂਗਾ। ਦੇਖੋ ਬਿਲਕੁਲ ਉਹਨਾਂ ਨੇ ਬਿਲਕੁਲ ਹੀ ਬੇਬੁਨਿਆਦ ਜਿਹੜੇ ਇਲਜ਼ਾਮ ਲਗਾਏ ਹੈ ਇਨਵੈਸਟੀਗੇਸ਼ਨ ਦੀ ਕਾਰਵਾਈ ਵਾਸਤੇ, ਉਹ ਹਮੇਸ਼ਾ ਆਪਣੀ ਜੇ ਕੋਈ ਉਹਨਾਂ ਨੂੰ ਬੁਲਾਵਾ ਆਏਗਾ ਜਾਂ ਕੋਈ ਉਹਨਾਂ ਨੂੰ ਨੋਟੀਫਿਕੇਸ਼ਨ ਜਾਰੀ ਹੋਏਗੀ, ਉਹ ਹਮੇਸ਼ਾ ਆਪਣੀ ਜਿਹੜੀ ਹੈਗੀ ਹੈ ਉਸ ਇਨਵੈਸਟੀਗੇਸ਼ਨ ਦੇ ਵਿੱਚ ਹਮੇਸ਼ਾ ਅੱਗੇ ਆ ਕੇ ਤੇ ਆਪਣੀ ਪ੍ਰੈਜ਼ੈਂਸ ਦੇਣਗੇ। ਔਰ ਰਹੀ ਗੱਲ ਸਾਡੀ ਪਾਰਟੀ ਦੀ, ਅਸੀਂ ਵੀ ਇਸ ਮੁੱਦੇ ਤੇ ਗੱਲ ਕਰਕੇ ਅਸੀਂ ਕਹਿ ਵੀ ਚੁੱਕੇ ਹਾਂ ਕਾਨਫਰੰਸ ਦੇ ਵਿੱਚ ਕਿ ਹਰਜੋਤ ਸਿੰਘ ਬੈਂਸ ਜਿਸ ਤਰੀਕੇ ਦੇ ਨਾਲ ਵੈਂਡੇਟਾ ਪੋਲਿਟਿਕਸ ਖੇਡ ਰਹੇ ਨੇ, ਸਭ ਤੋਂ ਪਹਿਲੇ ਤਾਂ ਇਹਨਾਂ ਤੇ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਬੜਾਵਾ ਦਿੱਤਾ, ਮਾਈਨਿੰਗ ਮਾਫੀਆ ਖੁਦ ਬਣਨ ਦੀ ਕੋਸ਼ਿਸ਼ ਕੀਤੀ, ਔਰ ਕਿਸ ਤਰ੍ਹਾਂ ਦੇ ਨਾਲ ਅੱਜ ਦੀ ਡੇਟ ਦੇ ਵਿੱਚ ਵੀ ਮੌਨਸੂਨ ਸੀਜ਼ਨ ਦੇ ਟਾਈਮ ਦੇ ਵਿੱਚ ਵੀ ਜਿੱਥੇ ਇਲੀਗਲ ਤੇ ਛੱਡੋ ਲੀਗਲ ਮਾਈਨਿੰਗ ਵੀ ਬੈਨ ਹੁੰਦੀ ਹੈ, ਉਹ ਵੀ ਅੱਜ ਦੀ ਡੇਟ ਦੇ ਵਿੱਚ ਕੀਤੀ ਜਾ ਰਹੀ ਹੈ, ਤਾਂ ਵੀ ਪੰਜਾਬ ਸਰਕਾਰ ਵੱਲੋਂ ਰੋਕ ਨਹੀਂ ਪਾਈ ਜਾ ਰਹੀ। ਡੇਲੀ ਨਿਊਜ਼ਪੇਪਰ ਤੇ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਕੋਲੋਂ ਆਪਣੀ ਮੰਤਰੀ ਪਦ ਜਿਹੜਾ ਇਹਨਾਂ ਨੂੰ ਮਿਲਿਆ ਉਹ ਸੰਭਾਲਿਆ ਨਹੀਂ ਜਾ ਰਿਹਾ, ਔਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੋਈ ਪਾਲਿਸੀ ਕਿਸ ਤਰ੍ਹਾਂ ਇੰਟਰੋਡਿਊਸ ਕੀਤੀ ਜਾ ਸਕਦੀ ਹੈ। ਮੇਰੇ ਖਿਆਲ ਦੇ ਵਿੱਚ ਹਾਈ ਕੋਰਟ ਦੇ ਰਿਡਾਰ 'ਚ ਨੇ, ਔਰ ਆਲਰੇਡੀ ਅੰਡਰ ਟੇਬਲ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਦੀਆਂ ਫਾਈਲਸ ਪਈਆਂ। ਸੋ ਸਭ ਤੋਂ ਪਹਿਲਾਂ ਤਾਂ ਇਹਨਾਂ ਲਈ ਕਾਰਵਾਈ ਕਰਨ ਵਾਸਤੇ ਅਸੀਂ ਮੰਗ ਕਰਾਂਗੇ ਕਿ ਹਰਜੋਤ ਸਿੰਘ ਬੈਂਸ ਨੂੰ ਬਰਖਾਸਤ ਕਰਕੇ ਇਹਨਾਂ ਤੇ ਕਾਰਵਾਈ ਕਰਾਈ ਜਾਏ ਕਿ ਇਹਨਾਂ ਦੇ ਹੁੰਦੇ ਹੋਏ ਝੂਠੇ ਬਿਆਨ ਦੇਣੇ ਬੰਦ ਕਰਨ, ਔਰ ਇਹਨਾਂ ਦੇ ਹੁੰਦੇ ਹੋਏ ਅੱਜ ਵੀ ਪੰਜਾਬ ਦੇ ਵਿੱਚ ਮਾਈਨਿੰਗ ਕਿਉਂ ਚੱਲ ਰਹੀ। ਬਿਲਕੁਲ। ਤੇ ਆਖਿਰਲੀ ਸਵਾਲ ਮੇਰਾ ਦਲਜੀਤ ਚੀਮਾ ਸਰ ਤੁਹਾਡੇ ਤੋਂ ਹੈ, ਤੁਸੀਂ ਸਾਰੀ ਗੱਲਾਂ ਸੁਣੀਆਂ ਮਾਈਨਿੰਗ ਨੂੰ ਲੈ ਕੇ, ਜਿਵੇਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਇੱਕ ਦੂਜੇ ਉੱਤੇ ਜਿਵੇਂ ਆਕਰਮਕ ਨਜ਼ਰ ਆਏ, ਸੱਤਾ ਧਿਰ ਵੀ ਚਾਹੇ ਵਿਰੋਧੀ ਧਿਰਾਂ ਵੀ ਇਕੱਠੀ ਨਜ਼ਰ ਆਈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ। ਸਰਕਾਰ ਨੂੰ 6 ਮਹੀਨੇ ਦਾ ਸਮਾਂ ਹੋ ਗਿਆ, ਸਰਕਾਰ ਦੀ ਕਾਰਗੁਜ਼ਾਰੀ ਉੱਤੇ ਤਾਂ ਅਸੀਂ ਸਵਾਲ ਚੁੱਕ ਰਹੇ ਨੇ, ਲੇਕਿਨ ਜੇਕਰ ਕੋਈ ਹੋਰ ਸਰਕਾਰ ਵੀ ਹੁੰਦੀ, ਕਿਆ ਉਹਨਾਂ ਦੇ ਵਾਸਤੇ ਵੀ ਸੇਮ ਸਿਚੁਏਸ਼ਨਸ ਰਹਿੰਦੀ, ਜਾਂ ਫਿਰ ਕਿਉਂਕਿ ਇਹ ਨਵੇਂ ਨੇ ਰਾਜਨੀਤੀ ਦੇ ਵਿੱਚ, ਜਾਂ ਕਹੀਏ ਕਿ ਨਵੇਂ ਨੇ ਸੱਤਾ ਦੇ ਵਿੱਚ, ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪਹਿਲੀ ਵਾਰ ਆਈ ਭਾਰੀ ਮੈਂਡੇਟ ਦੇ ਨਾਲ, ਉਹਨਾਂ ਦੇ ਲਈ ਚੈਲੰਜਸ ਜ਼ਿਆਦਾ ਨੇ ਸਰ? ਦੇਖੋ ਪਹਿਲਾਂ ਤਾਂ ਇਹ ਸਮਝੀਏ ਕਿ ਕੋਈ ਵੀ ਪਰਫੈਕਟ ਗਵਰਨੈਂਸ ਸਿਸਟਮ ਨਹੀਂ ਹੁੰਦਾ, ਕੋਈ ਬੈਸਟ ਪੋਸੀਬਲ ਪਾਲਿਸੀ ਨਹੀਂ ਹੁੰਦੀ। ਹਰ ਪਾਲਿਸੀ ਜਾਂ ਹਰ ਗਵਰਨੈਂਸ ਸਿਸਟਮ ਦੇ ਵਿੱਚ ਕਈ ਲੂਪ ਹੋਲ, ਕਈ ਲੀਕੇजेस, ਕਈ ਤਰ੍ਹਾਂ ਦੇ ਉਹ ਹੁੰਦੇ ਨੇ। ਸੋ ਇਸ ਗਵਰਨਮੈਂਟ ਦੀ ਪਾਲਿਸੀ ਜਾਂ ਦੂਜੇ ਸਿਸਟਮ ਦੇ ਵਿੱਚ ਇਹਦੇ ਵਿੱਚ ਵੀ ਹੈ ਨੇ। ਗੱਲ ਇਹ ਹੈ ਕਿ ਕਿਉਂਕਿ ਸਾਰੀ ਪਾਰਟੀਆਂ ਮੰਨਦੀਆਂ ਨੇ ਕਿ ਇਹਨਾਂ ਦਾ ਐਕਸਪੀਰੀਅੰਸ ਨਹੀਂ ਹੈ, ਔਰ 6 ਮਹੀਨੇ ਹੋਏ ਨੇ, ਇਹ ਫੈਕਟ ਵੀ ਹੈ ਕਿ 6 ਮਹੀਨੇ ਹੋਏ ਨੇ। ਸਾਰਿਆਂ ਨਾਲੋਂ ਵੱਡਾ ਚੈਲੰਜ ਜਿਹੜਾ ਨਾ ਨਵੀਂ ਪੋਲੀਟੀਕਲ ਪਾਰਟੀ ਕੋਈ ਜਦੋਂ ਆਉਂਦੀ ਹੈ ਨਾ ਪੰਜਾਬ ਵਰਗੇ ਜਾਂ ਕਿਸੇ ਵੀ ਸਟੇਟ ਦੇ ਵਿੱਚ, ਜਿਹੜੇ IAS ਅਫਸਰ ਬਿਊਰੋਕਰੈਟਸ ਨੇ ਜਿਹੜੇ ਪਿਛਲੇ ਇੰਨੇ ਸਾਲਾਂ ਤੋਂ ਡਿਫਰੈਂਟ ਮਿਨਿਸਟਰੀ 'ਚ ਕੰਮ ਕਰ ਰਹੇ ਨੇ, ਉਹਨਾਂ ਪਛਾਣਨਾ ਕਿ ਹੂ ਇਜ਼ ਗੁੱਡ ਫਾਰ ਵਾਟ ਕਾਈਂਡ ਆਫ ਵਰਕ, ਇਹ ਬਹੁਤ ਵੱਡਾ ਇੱਕ ਕੰਮ ਹੁੰਦਾ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਜਾਂ ਚੀਫ ਮਿਨਿਸਟਰ ਵਾਸਤੇ। ਜੇ ਚੀਫ ਮਿਨਿਸਟਰ ਸਾਹਿਬ ਇਹ ਸਮਝ ਲੈਣ ਕਿ IAS ਅਫਸਰ ਹੈ, ਬਿਊਰੋਕਰੈਟ ਇਸ ਕੰਮ ਵਾਸਤੇ ਬੈਸਟ ਪੋਸੀਬਲ ਹੈ, ਔਰ ਉਹਨੂੰ ਉਹ ਕੰਮ ਦਿੱਤਾ ਜਾਏ, ਤੇ ਸ਼ਾਇਦ ਗਵਰਨੈਂਸ ਥੋੜ੍ਹੀ ਜਿਹੀ ਈਜ਼ੀ ਹੋ ਜਾਂਦੀ ਹੈ। ਮੈਂ ਤਾਂ ਸਮਝਣਾ ਕਿ ਜੇ ਹਰ ਪੰਜਾਬੀ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਹਿਚਾਨੇ
ਇਹ ਸਮਝੇ ਵੀ ਕਿੰਨੇ ਵੱਡੇ ਵੱਡੇ ਔਰ ਕਿੰਨੇ ਸਾਡੀ ਪ੍ਰੋਬਲਮ ਨੇ ਇੰਨੀਆਂ ਇਹੋ ਜਿਹੀਆਂ ਨੇ ਕਿ ਕਿੱਥੇ ਪੰਜਾਬ, ਜਦੋਂ ਪੁਰਾਣਾ ਪੰਜਾਬ ਦੇਖੋ, ਮੈਂ ਤਾਂ ਪੁਰਾਣਾ ਪੰਜਾਬ ਦੇਖਿਆ ਹੈ ਔਰ ਮੈਂ ਲਿਖਿਆ ਵੀ ਅਖਬਾਰਾਂ 'ਚ ਕਿ ਗਿਵ ਮੀ ਬੈਕ ਦੀ ਪੰਜਾਬ ਆਈ ਨਿਊ। ਜਿਹੜਾ ਪੰਜਾਬ ਅਸੀਂ ਦੇਖਿਆ ਸੀ ਉਹ ਪੰਜਾਬ ਵਾਪਸ ਆ ਜਾਏ, ਅਸੀਂ ਤਾਂ ਪ੍ਰੇ ਕਰਨੇ ਆ ਸਾਰੇ ਜਣੇ। ਔਰ ਆਈ ਐਮ ਸ਼ੋਰ ਐਵਰੀ ਪੰਜਾਬੀ ਪੋਲੀਟੀਸ਼ੀਅਨ ਨੂੰ ਛੱਡ ਕੇ ਹਰ ਪੰਜਾਬੀ ਚਾਹੁੰਦਾ ਹੈ ਕਿ ਸਾਨੂੰ ਪੰਜਾਬ ਵਧੀਆ ਮਿਲ ਜਾਏ। ਹੁਣ ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਦੀ ਆਪਣੀਆਂ ਜਿਹੜੀਆਂ ਇਹ ਮੁੱਦੇ ਨੇ, ਇਹ ਬਿਟਰਨੈਸ ਤੇ ਇਹਨਾਂ ਤੋਂ ਉੱਪਰ ਉੱਠ ਕੇ ਹਰ ਪੋਲੀਟੀਸ਼ੀਅਨ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਮਦਦ ਕਰੇ। ਔਰ ਮੈਂ ਇਹ ਵੀ ਸਮਝਦਾ ਕਿ ਗਿਵ ਦੈਮ ਏ ਫੇਅਰ ਚਾਂਸ, ਆਪ ਨੂੰ ਗਿਵ ਦੈਮ ਏ ਫੇਅਰ ਚਾਂਸ, ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿਓ। ਇਹ ਕੰਮ ਹੈ ਆਪੋਜੀਸ਼ਨ ਦਾ, ਸਟਰੋਂਗ ਆਪੋਜੀਸ਼ਨ ਡੈਮੋਕ੍ਰੇਸੀ 'ਚ ਹੋਣੀ ਬਹੁਤ ਜ਼ਰੂਰੀ ਹੈ। ਔਰ ਬੜੀ ਅੱਛੀ ਗੱਲ ਹੈ ਕਿ ਪੰਜਾਬ ਦੇ ਵਿੱਚ ਬੜੀ ਸਟਰੋਂਗ ਆਪੋਜੀਸ਼ਨ, ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਇਹਨਾਂ ਨੂੰ ਚੈੱਕ ਕਰ ਰਹੇ ਨੇ। ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਹਰ ਸਟੈਪ ਦੇ ਉੱਤੇ ਜੋ ਵੀ ਸਟੈਪ ਲਿਆ ਜਾਏ ਉਹਦੇ ਉੱਤੇ ਰੋਕ ਪਾਓ, ਐਕਟ ਐਜ਼ ਸਪੀਡ ਬ੍ਰੇਕਰ ਜਾਂ ਰੋਡ ਬਲਾਕ ਬਣ ਜਾਓ, ਉਹਨਾਂ ਨੂੰ ਅੱਗੇ ਹੀ ਨਾ ਵਧਣ ਦਿਓ। ਉਹ ਮੇਰਾ ਖਿਆਲ ਹੈ ਨੈਗੇਟਿਵ ਚੀਜ਼ ਹੋਏਗੀ ਔਰ ਉਹਦੇ ਨਾਲ ਨੁਕਸਾਨ ਹੋਏਗਾ ਪੰਜਾਬ ਦਾ, ਜਿਹੜਾ ਹੋ ਰਿਹਾ ਆਲਰੇਡੀ। ਇਸ ਕਰਕੇ ਮੇਰੀ ਤਾਂ ਹੱਥ ਜੋੜ ਕੇ ਅਪੀਲ ਹੈ ਸਾਰੀਆਂ ਪਾਰਟੀ ਨੂੰ ਕਿ ਥਿੰਕ ਰਾਈਜ਼ ਅਬਵ ਦੀਸ ਮਾਈਨਰ ਇਸ਼ੂਜ਼, ਪੈਟੀ ਇਸ਼ੂਜ਼ ਤੋਂ ਉੱਪਰ ਹੋ। ਇਹਨਾਂ ਨੂੰ ਆਪ ਗਵਰਨਮੈਂਟ ਨੂੰ ਮੌਕਾ ਦਿਓ, ਇਹਨਾਂ ਨੂੰ ਕ੍ਰਿਟੀਸਾਈਜ਼ ਕਰੋ, ਇਹਨਾਂ ਨੂੰ ਚੈੱਕ ਕਰੋ, ਬੀ ਏ ਗੁੱਡ ਕੰਸਟਰਕਟਿਵ ਆਪੋਜੀਸ਼ਨ, ਪਰ ਲੈਟ ਦੈਮ ਵਰਕ ਐਂਡ ਲੈਟ ਅਸ ਸੀ, ਤਾਂ ਕਿ ਪੰਜਾਬ ਦੇ ਵਿੱਚ ਕੁਝ ਗਰੋਥ ਹੋਏ ਜਿਹੜੀ ਅਸੀਂ ਚਾਹੁੰਦੇ ਹਾਂ। ਬਾਕੀ ਪੰਜਾਬ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਦੇ 'ਚ ਵੈਦਰ ਫ੍ਰੀ ਇਲੈਕਟ੍ਰਿਸਿਟੀ ਜਿਹੜਾ ਹੈ ਉਹ ਠੀਕ ਹੈ ਕਿ ਨਹੀਂ। ਔਰ ਗਵਰਨਰ ਸਾਹਿਬ ਵਾਲੀ ਜਿਹੜੀ ਗੱਲ ਕੀਤੀ ਹੈ ਮਲਹੋਤਰਾ ਸਾਹਿਬ ਨੇ, ਆਈ ਟੋਟਲੀ ਐਗਰੀ ਵਿਦ ਹਿਮ ਕਿ ਗਵਰਨਰ ਸਾਹਿਬ ਦਾ, ਕਿਉਂਕਿ ਉਹ ਬੀਜੇਪੀ ਦੇ ਨੇ, ਹੀ ਹੈਜ਼ ਟੂ ਬੀ ਅਬਵ ਪਾਰਟੀ ਲੈਵਲ। ਉਹਨਾਂ ਦਾ ਕੋਈ ਮਤਲਬ ਨਹੀਂ ਸੀ ਇਹਦੇ ਵਿੱਚ ਇਹ ਕਹਿਣਾ ਕਿ ਜੋ ਉਹਨਾਂ ਨੇ ਕਿਹਾ ਹੈ। ਔਰ ਉਹਦੇ ਨਾਲ ਆਈ ਐਗਰੀ ਵਿਦ ਮਲਹੋਤਰਾ ਸਾਹਿਬ। ਤੇ ਮੈਂ ਤੇ ਅਗੇਨ ਐਟ ਦੀ ਐਂਡ ਇਹੀ ਰਿਕੁਐਸਟ ਕਰਾਂਗਾ ਕਿ ਪਲੀਜ਼ ਪਾਰਟੀ ਪੋਜੀਸ਼ਨ ਤੋਂ ਉੱਪਰ ਉੱਠ ਕੇ ਪੰਜਾਬ ਦੇ ਭਲੇ, ਪੰਜਾਬ ਦੀ ਅੱਛਾਈ ਭਲਾਈ ਵਾਸਤੇ ਕੰਮ ਕਰੋ ਇਕੱਠੇ ਹੋ ਕੇ, ਬਟ ਬੀ ਏ ਸਟਰੋਂਗ ਆਪੋਜੀਸ਼ਨ ਐਂਡ ਕੀਪ ਕ੍ਰਿਟੀਸਾਈਜ਼ਿੰਗ ਦੈਮ, ਕੀਪ ਕੰਸਟਰਕਟਿਵ ਜਿਹੜੀ ਉਹਨਾਂ ਦੀ ਆਪੋਜੀਸ਼ਨ ਜ਼ਰੂਰ ਕਰੋ। ਠੀਕ ਹੈ, ਠੀਕ ਹੈ। ਤੇ ਅੱਜ ਦੀ ਚਰਚਾ ਸੀਗੀ ਮਾਈਨਿੰਗ ਮੁੱਦੇ ਨੂੰ ਲੈ ਕੇ। ਬਹੁਤ ਬਹੁਤ ਧੰਨਵਾਦ ਟੀਨਾ ਮੈਮ, ਵਸੀਮ ਰਾਜਾ ਜੀ, ਆਰਪੀਐਸ ਮਲਹੋਤਰਾ ਸਰ, ਬਹੁਤ ਬਹੁਤ ਧੰਨਵਾਦ। ਤੁਸੀਂ ਸਾਰਿਆਂ ਨੇ ਜਿਹੜੀ ਗੱਲਬਾਤ ਕੀਤੀ, ਆਪਣਾ ਆਪਣਾ ਰੋਲ ਐਜ਼ ਐਨ ਆਪੋਜੀਸ਼ਨ, ਐਜ਼ ਐਨ ਸਰਕਾਰ ਤੁਸੀਂ ਦੱਸਿਆ ਕਿ ਕੀ ਹੋਣਾ ਚਾਹੀਦਾ ਹੈ। ਤੇ ਅੱਜ ਦਾ ਮੁੱਦਾ ਮਾਈਨਿੰਗ ਦਾ ਸੀਗਾ। ਮਾਈਨਿੰਗ, ਜਿਵੇਂ ਮੈਂ ਪਹਿਲੇ ਕਿਹਾ ਕਿ ਉਹ ਨਵਾਂ ਮੁੱਦਾ ਨਹੀਂ ਸੀਗਾ, ਲੇਕਿਨ ਅਸੀਂ ਇਹ ਨਹੀਂ ਭੁੱਲ ਸਕਦੇ, ਜਿਵੇਂ ਦਲਜੀਤ ਚੀਮਾ ਸਰ ਕਹਿ ਰਹੇ ਸੀ ਕਿ ਪੁਰਾਣਾ ਪੰਜਾਬ, ਰੰਗਲਾ ਪੰਜਾਬ, ਤੇ ਆਮ ਆਦਮੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਆਈ ਸੀ ਤੇ ਇਹ ਕਿਹਾ ਸੀ ਕਿ ਰੰਗਲਾ ਪੰਜਾਬ ਬਣਾਉਣਾ ਹੈ। ਤੇ ਰੰਗਲਾ ਪੰਜਾਬ ਦੇ ਵਿੱਚ ਸਾਨੂੰ ਕੀ ਕੁਝ ਚਾਹੀਦਾ ਹੈ, ਕਿਹੜੀ ਭੂਮਿਕਾ ਆਪੋਜੀਸ਼ਨ ਦੀ ਹੋਣੀ ਚਾਹੀਦੀ, ਕਿਹੜੀ ਭੂਮਿਕਾ ਜਿਹੜੀ ਹੈ ਸਰਕਾਰ ਦੀ ਹੋਣੀ ਚਾਹੀਦੀ, ਆਪਣੀ ਆਪਣੀ ਜ਼ਿੰਮੇਵਾਰੀ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਤੇ ਜੇਕਰ ਹੁਣ ਜਿਹੜਾ ਪੈਸਾ ਹੈ ਪੰਜਾਬ ਦਾ ਉਹ ਖਾਦਾ ਗਿਆ ਹੈ ਤੇ ਜ਼ਰੂਰ ਇਸ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਤੇ ਹਰ ਕਿਸੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਤੇ ਜਿਵੇਂ ਪਾਰਟੀ ਲਾਈਨ ਤੋਂ ਉੱਤੇ ਉੱਠਣ ਦੀ ਗੱਲ ਕੀਤੀ ਹੈ ਤੇ ਸਾਰਿਆਂ ਤੋਂ ਅਪੀਲ ਵੀ ਹੈ ਕਿ ਪਾਰਟੀ ਲਾਈਨ ਤੋਂ ਉੱਤੇ ਉੱਠਣ। ਹਾਲਾਂਕਿ ਕੁਝ ਮੈਟਰਸ ਅਜਿਹੇ ਨੇ ਜਿਹੜੇ ਕਿ ਕੋਰਟ ਦੇ ਵਿੱਚ ਨੇ, ਕੋਰਟ ਦੀ ਜੁਡੀਸ਼ਨ ਦੇ ਵਿੱਚ ਨੇ। ਹਾਲਾਂਕਿ ਜਿਹੜੀ ਜਾਂਚ ਹੋ ਰਹੀ ਹੈ, ਚਾਹੇ ਉਹ ਸੀਬੀਆਈ ਕਰੇ, ਵਿਜੀਲੈਂਸ ਕਰੇ, ਉਹ ਸਹੀ ਤਰੀਕੇ ਦੇ ਨਾਲ ਕਰੇ। ਅਸੀਂ ਤਾਂ ਇਹੀ ਉਮੀਦ ਵੀ ਕਰਦੇ ਹਾਂ ਸਰਕਾਰ ਤੋਂ ਕਿ ਕਿਸੇ ਤਰੀਕੇ ਦਾ ਕੋਈ ਵੈਂਡੇਟਾ ਪੋਲਿਟਿਕਸ ਨਾ ਹੋਵੇ, ਜਿਹੜੀ ਸਹੀ ਤੇ ਫੇਅਰ ਇਨਵੈਸਟੀਗੇਸ਼ਨ ਹੈ ਉਹ ਜ਼ਰੂਰ ਇਸ ਮਾਮਲੇ ਦੇ ਵਿੱਚ ਹੋਵੇ। ਲੇਕਿਨ ਕਿਤੇ ਨਾ ਕਿਤੇ ਇਹ ਮੁੱਦਾ ਹੁਣ ਜਿਹੜਾ ਰਾਜਨੀਤਿਕ ਬੰਦਾ ਹੋਇਆ ਨਜ਼ਰ ਆ ਰਿਹਾ। ਦੇਖਣਾ ਇਹ ਹੋਵੇਗਾ ਕਿ ਸੀਬੀਆਈ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰਦੀ ਹੈ ਜਾਂ ਵਿਜੀਲੈਂਸ ਬਿਊਰੋ ਇਸ ਮਾਮਲੇ ਦੇ ਵਿੱਚ ਜਾਂਚ ਕਰਦੀ ਹੈ। ਤੇ ਅੱਜ ਦੇ ਲਈ ਇੰਨਾ ਹੀ। ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਨੂੰ ਲੈ ਕੇ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।